हाँ ठीक है। हाँ जी हो गई शुरू? हाँ जी रिकॉर्डिंग तुसीं बोलना, दोबारा बोलो। साडी रिकॉर्डिंग नहीं चालू हुई तो दोबारा बोल दो कहीं। हाँ जी हाँ जी हाँ जी। ਇਹ ਜਿਹੜੇ ਹੈਗੇ ਆਪਾਂ ਇਹ ਗੌੜੀ ਰਾਗ ਦੇ ਵਿੱਚ ਥਿੱਥੀ ਜਿਹੜੀ ਹੈਗੀ ਮਹਾਰਾਜ ਪੰਜਵੀਂ ਪਾਤਸ਼ਾਹੀ ਨੇ ਇਹ ਚੰਦਰਮਾ ਦੀਆਂ ਤਰੀਕਾ ਤੋਂ ਜਿਹੜਾ ਗਿਆਨ ਦਿੱਤਾ ਆ ਉਹਦੇ ਵਿੱਚ ਆਪਾਂ ਚੌਥ ਦਾ ਗਿਆਨ ਦੇ ਰਹੇ ਆ। ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਤੋਂ ਜਿਹੜਾ ਇੱਕ ਮਾਲਕ ਪਰਮਾਤਮਾ ਦੇ ਬਾਰੇ ਗਿਆਨ ਦਿੱਤਾ, ਦੂਜੀ ਜਿਹੜੀ ਡੁਐਲਿਟੀ ਜੋ ਦੂਈ ਕੁਦਰਤ ਜਿਹੜੀ ਹੈਗੀ ਜੋ ਪ੍ਰਕਿਰਤੀ ਹੈਗੀ ਉਹਦੇ ਬਾਰੇ ਗਿਆਨ ਦਿੱਤਾ, ਔਰ ਤਿੰਨ ਜਿਹੜੇ ਹੈਗੇ ਇਹ ਤਮੋ ਰਜੋ ਸਤੋ ਤਿੰਨ ਗੁਣੀ ਮਾਇਆ ਜਿਹੜੀ ਹੈਗੀ ਜਗਤ ਨੂੰ ਲਿਪਟਾ ਰਹੀ ਆ। ਕਹਿੰਦੇ ਇਹਨੂੰ ਛੱਡ ਕੇ ਕੋਈ ਟਾਵਾਂ ਜਿਹੜਾ ਹੈਗਾ ਉਹ ਚੌਥੇ ਪਦ 'ਚ ਜਾਂਦਾ ਹੈ, ਉਹ ਸੰਤ ਸਾਧੂ ਨਿਰਮਲ ਹੋ ਜਾਂਦਾ ਹੈ ਔਰ ਉਹਦੇ ਮਨ ਦੇ ਵਿੱਚ ਉਹ ਮਾਲਕ ਪਰਮਾਤਮਾ ਵਸ ਜਾਂਦਾ ਹੈ। ਇਸ ਤੋਂ ਬਾਅਦ ਹੁਣ ਜਿਹੜਾ ਹੈਗੇ ਆ ਚੌਥੀ ਜਿਹੜੀ ਹੈਗੀ ਆ ਚੌਥ ਦੇ ਵਿੱਚ ਜਿਹੜੇ ਆ ਮਹਾਰਾਜ ਗਿਆਨ ਦੇ ਰਹੇ ਆ, ਕਿਉਂਕਿ ਜੇ ਆਪਾਂ ਤਿੰਨ ਗੁਣੀ ਮਾਇਆ ਦੇ ਵਿੱਚ ਰਵਾਂਗੇ ਤੇ ਫਿਰ ਜਿਹੜੇ ਹੈਗੇ ਆ ਕਦ ਜਿਹੜੇ ਹੈਗੇ ਇਹਦੇ ਵਿੱਚ ਤਾਂ ਜਿਹੜੇ ਹੈਗੇ ਆ ਵਿਸ਼ੇ ਵਿਕਾਰਾਂ ਦੇ ਫਲ ਤਿੰਨ ਗੁਣੀ ਫਲ ਹੀ ਲੱਗਣੇ ਆ ਇਹਨੂੰ। ਕਦੀ ਇਨਸਾਨ ਜਿਹੜਾ ਹੈਗਾ ਚੰਗਾ ਬਣ ਜਾਂਦਾ ਹੈ, ਕਦੀ ਜਿਹੜਾ ਹੈਗਾ ਨੀਵੀਂ ਸੋਚ ਆ ਜਾਂਦੀ ਹੈ ਇਹਦੀ, ਔਰ ਇਸ ਤਰ੍ਹਾਂ ਜਿਹੜੇ ਹੈਗੇ ਆ ਇਹ ਸਾਈਕਲ ਜਿਹੜਾ ਹੈਗਾ ਸੰਸਾਰ ਦਾ ਜਿਹੜਾ ਹੈਗਾ ਜੂਨਾਂ ਦਾ ਜਿਹੜਾ ਹੈਗਾ ਇਹਦੇ ਵਿੱਚ ਹੀ ਜਿਹੜੇ ਹੈਗੇ ਇਹ ਸੰਸਾਰ ਸਮੁੰਦਰ ਦੇ ਵਿੱਚ ਹੀ ਗੋਤੇ ਖਾਈ ਜਾਂਦਾ ਹੈ। ਤੇ ਇਸ ਤੋਂ ਜੇ ਨਿਕਲਣਾ ਹੈਗਾ ਆਪਾਂ ਨੇ ਤੇ ਉਹ ਮਾਲਕ ਪਰਮਾਤਮਾ ਦੇ ਨਾਲ ਜਿਹੜਾ ਹੈਗਾ ਆਪਾਂ ਨੂੰ ਸਾਂਝ ਬਣਾਉਣੀ ਪੈਣੀ ਆ। ਮਾਲਕ ਪਰਮਾਤਮਾ ਦਾ ਜਿਹੜਾ ਹੈਗਾ ਉਹ ਲਿਵ ਵਾਲਾ ਰਸਤਾ ਜਿਹੜਾ ਹੈਗਾ ਉਧਰ ਨੂੰ ਗਤੀ ਕਰਨੀ ਪੈਣੀ ਆ, ਉਧਰ ਨੂੰ ਮਾਲਕ ਪਰਮਾਤਮਾ ਦੇ ਅੱਗੇ ਬੇਨਤੀ ਕਰਨੀ ਆ ਬਈ ਤੇਰੀ ਮਾਇਆ ਹੈਗੀ ਆ, ਤੂੰ ਮੈਨੂੰ ਜਿਹੜਾ ਹੈਗਾ ਇਸ ਤੋਂ ਕੱਢ ਸਕਦਾ ਹੈ। ਇਸ ਤੋਂ ਅੱਗੇ ਜਿਹੜਾ ਹੈਗਾ ਚੌਥ ਤੋਂ ਮਹਾਰਾਜ ਗਿਆਨ ਦੇ ਰਿਹਾ ਸ਼ਲੋਕ ਚਤੁਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ। ਕਹਿੰਦੇ ਉਹੀ ਜਿਹੜਾ ਹੈਗਾ ਚਤੁਰ ਹੈਗਾ, ਸਿਆਣਾ ਹੈਗਾ, ਬੁੱਧੀਮਾਨ ਹੈਗਾ, ਚੰਗੀ ਘਾੜਤ ਵਾਲਾ ਹੈ, ਉਹਨੇ ਆਪਣਾ ਸੁਰਤ ਮਤ ਮਨ ਬੁੱਧ ਚੰਗੇ ਘਾੜ ਲਏ, ਜਿਹਨੇ ਕਿ ਆਪਣਾ ਅਭਿਮਾਨ ਜਿਹੜਾ ਹੈ ਅਹੰਕਾਰ ਜਿਹੜਾ ਹੈਗਾ ਤਜ ਦਿੱਤਾ। ਹੋਰ ਇਹ ਅਹੰਕਾਰ ਜਾਣਾ ਹੈ ਭਜਨ ਦੇ ਦੁਆਰਾ, ਧਿਆਨ ਸਿਮਰਨ ਦੇ ਦੁਆਰਾ। ਚਾਰ ਪਦਾਰਥ ਅਸ਼ਟ ਸਿੱਧ ਭਜ ਨਾਨਕ ਹਰ ਨਾਮ। ਇਸ ਕਰਕੇ ਜੇ ਤੂੰ ਚਾਹੁੰਦਾ ਆ ਅੰਮ੍ਰਿਤ ਰਸ ਨਾਮ ਪਦਾਰਥ ਮਹਾਰਸ ਚਾਰੋਂ ਪਦਾਰਥ ਜਿਹੜੇ ਹੈਗੇ ਧਰਮ ਅਰਥ ਕਾਮ ਮੋਖ ਤੇ ਪਾਏ ਅੱਠ ਸਿੱਧੀਆਂ ਮੇਨ ਜਿਹੜੀਆਂ ਜੇ ਚਾਹੁੰਦਾ ਹੈ ਤੇ ਪਾਏ ਪਰਮੇਸ਼ਰ ਦਾ ਨਾਮ ਪਰਮੇਸ਼ਰ ਦਾ ਭਜਨ ਕਰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਸਾਧ ਸੰਗਤ ਜੀ ਇੱਥੇ ਤੇ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਕਿ ਚਤੁਰ ਦਾ ਮਤਲਬ ਹੁੰਦਾ ਹੈ ਅਕਲਮੰਦ ਸਿਆਣਾ। ਕਹਿੰਦੇ ਨੇ ਕਿ ਕਈ ਬੰਦੇ ਬੜੇ ਸਿਆਣੇ ਹੁੰਦੇ। ਸਿਆਣੇ ਕੌਣ ਹੁੰਦੇ? ਜਿਹੜੇ ਜੀਵਨ ਚ ਸਿਆਣਪ ਵਰਤਦੇ। ਸਤਿ ਸ੍ਰੀ ਅਕਾਲ ਬਾਬਾ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸੁਗੜ ਦਾ ਮਤਲਬ ਹੁੰਦਾ ਹੈ ਸੁਚੱਜੀ। ਸੁਚੱਜੀ ਦਾ ਮਤਲਬ ਕੌਣ ਹੁੰਦਾ? ਇਹਦਾ ਮਤਲਬ ਕੁਚੱਜੇ ਵੀ ਹੋਣਗੇ। ਕੁਚੱਜੇ ਦਾ ਮਤਲਬ ਕੌਣ ਹੁੰਦਾ? ਕੁਚੱਜਾ ਜਿਹਨੂੰ 40 ਮੀਟਰ ਕੱਪੜਾ ਦਿੱਤਾ ਤੇ ਜਿਹਨੇ ਇੱਕ ਸੂਟ ਬਣਾਇਆ। ਕੁਚੱਜਾ ਮਤਲਬ ਜਿਹਨੂੰ ਪਤਾ ਹੀ ਨਹੀਂ। ਇੱਧਰ ਮੂੰਹ ਚੁੱਕ ਕੇ ਕਿਤੇ ਇਹਨੂੰ ਭੱਜ ਗਿਆ, ਮੂੰਹ ਚੁੱਕਿਆ ਕਿਤੇ ਇਹਨੂੰ ਭੱਜ ਗਿਆ। ਉਹ ਕਹਿੰਦੇ ਤਿੰਨ ਅੱਖਰ ਬੋਲੇ ਨੇ, ਪਹਿਲਾਂ ਚਤੁਰ ਹੈ ਸਿਆਣਾ, ਫਿਰ ਸੁਗੜ ਸੋਈ ਜਿਹਨੇ ਤਜੇ ਅਭਿਮਾਨ। ਉਹ ਕਹਿੰਦੇ ਆ ਕਿ ਇਹ ਜਿਹੜੀਆਂ ਤਿੰਨ ਉਹ ਚਤੁਰ ਵੀ ਆ, ਉਹ ਸਿਆਣਾ ਵੀ ਆ, ਉਹ ਸੁਗੜ ਹੀ ਆ। ਤੇ ਜਿਹੜੇ ਬੰਦੇ ਨੇ ਜਿਉਂਦੇ ਜੀ ਹਉਮੈ ਜਿਹੜਾ ਅਭਿਮਾਨ ਆ ਉਹਨੂੰ ਨਸ਼ਟ ਕਰ। ਇਹ ਬੰਦਾ ਕੌਣ? ਬੰਦਾ ਸਿਆਣਾ ਵਾ, ਚਤੁਰ ਆ, ਸੁਗੜ ਆ। ਵੈਸੇ ਸਿਆਣਾ ਤੇ ਆਪਾਂ ਨੂੰ ਪਤਾ, ਆਪਾਂ ਵੀ ਬੱਚੇ ਕਿਤੇ ਬੰਦਾ ਬੜਾ ਸਿਆਣਾ, ਪਰ ਕਹਿੰਦੇ ਚਤੁਰ ਉਹ ਆ, ਸਿਆਣਾ ਉਹ ਆ, ਸੁਗੜ ਉਹ ਆ ਜਿੰਨੇ ਜਿਉਂਦੇ ਜੀ ਅਭਿਮਾਨ ਨੂੰ ਨਸ਼ਟ ਕਰਦੇ ਆ। ਤੁਹਾਡਾ ਨਾ ਮਾਈਕ ਬਹੁਤ ਅੱਗੇ ਹੈ ਗੁਰਕੀ ਸਾਹਿਬ, ਮਾਈਕ ਦਾ ਸ਼ੋਰ ਬਹੁਤ ਜ਼ਿਆਦਾ।
ਅੱਛਾ ਹੁਣ ਵੀ ਉਦਾਂ ਦੀ ਆਵਾਜ਼ ਕਿ ਥੋੜੀ ਅੱਗੇ ਸੁਧਰੀ? ਹਾਂ ਹੁਣ ਠੀਕ ਹੈ ਜੀ। ਹੁਣ ਵੀ ਉਦਾਂ ਦੀ ਆਉਂਦੀ, ਕਾਹਦੀ ਪੜਪੜ ਜੀ ਆਵਾਜ਼ ਆਉਂਦੀ ਹੁਣ ਠੀਕ ਹੈ। ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਕਥਾ ਖਾਲਸਾ। ਜਦੋਂ ਚੱਲਦੀ ਹੈ ਨਾ ਵਿੱਚ ਨਾ ਬੁਲਾਇਆ ਕਰੋ ਫਤਿਹ। ਜੇ ਫਤਿਹ ਤੁਸੀਂ ਲੇਟ ਹੋ ਗਏ ਜੋ ਹੁਣ ਤੁਸੀਂ 50 ਮਿੰਟ ਤੇ ਫਤਿਹ ਨਾ ਬੁਲਾਇਆ ਕਰੋ। ਇਹ ਕੇਵਲ ਤੁਹਾਡੇ ਕੋਲ 8 ਵਜੇ ਪੂਰਾ ਟਾਈਮ ਹੈ, ਉਸ ਤੋਂ ਬਾਅਦ ਫਿਰ ਕਥਾ ਜਿਹੜੀ ਹੁੰਦੀ ਨਾ 8 ਵਜੇ 30 ਮਿੰਟ ਤੋਂ ਬਾਅਦ ਫਿਰ ਕਥਾ ਸ਼ੁਰੂ ਹੋ ਜਾਂਦੀ। ਕੋਸ਼ਿਸ਼ ਕਰਿਆ ਕਰੋ ਨਾ ਬੁਲਾਇਆ ਕਰੋ। ਚਤੁਰ ਸਿਆਣਾ ਦੁਗੜ ਉਹ ਆ ਜਿਹਨੇ ਉਸ ਚੀਜ਼ ਨੂੰ ਹਾਸਲ ਕਰ ਲਿਆ, ਅਭਿਮਾਨ ਨੂੰ ਖਤਮ ਕਰ। ਆਊਟਪੁੱਟ ਦੀ ਗੱਲ ਕਰਦੇ ਹੋ? ਬਿਲਕੁਲ। ਆਊਟਪੁੱਟ ਦਾ ਪਤਾ ਹੋਣਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ। ਵੈਸੇ ਮੈਂ ਕੰਮ ਕੀਤਾ, ਮੇਰਾ ਦੋਸਤ ਸੀ ਤੇ ਉਹ ਇੱਕ ਫੈਕਟਰੀ 'ਚ ਕੰਮ ਕਰਦਾ ਸੀ ਤੇ ਉਹ ਨੈਟਿੰਗ ਦਾ ਕੰਮ ਕਰਦਾ ਸੀ, ਮੁੰਡਾ ਲੁਧਿਆਣੇ ਤੋਂ। ਉਹ ਇੱਕ ਬਜ਼ੁਰਗ ਦੀ ਫੈਕਟਰੀ ਸੀ, ਕਾਫੀ ਬੁੱਢਾ ਸੀ ਉਹ, 70-80 ਸਾਲ ਦਾ ਬੁੱਢਾ, ਕਾਫੀ ਬੁੱਢਾ। ਦੁਨੀਆ ਭਰ ਦੇ ਮੈਨੇਜਰ ਬੈਠੇ, ਪਹਿਲਾ ਫੁੱਲਾਂ ਚੁੱਕੀ ਫਿਰ। ਉਹ ਕਹਿੰਦਾ ਮੀਟਿੰਗ ਦੇ ਵਿੱਚ ਬੈਠਾ ਇੱਕੋ ਲਫ਼ਜ਼ ਬੋਲਿਆ, ਸਾਰੇ ਕਹਿੰਦੇ ਅਸੀਂ ਇਹ ਕੀਤਾ, ਇੰਨਾ ਕੱਪੜਾ ਪਵਾਇਆ, ਇੰਨਾ ਇਹ ਟਰਨਓਵਰ ਇੰਨੀ ਹੋ ਗਈ, ਜੇ ਕੀਤਾ ਉਹ ਕੀਤਾ, ਇੰਨੀ ਪ੍ਰੋਡਕਸ਼ਨ, ਇੰਨੀ ਸੇਲ ਕਰਤੀ। ਉਹ ਕਹਿੰਦਾ ਮੈਨੂੰ ਇੱਕ ਲਫ਼ਜ਼ 'ਚ ਜਵਾਬ ਦਿਓ, ਇਸ ਸਾਲ 'ਚ ਕਮਾਈ ਕਿੰਨੀ ਹੋਈ ਹੈ? ਨਿੱਜਰ ਸਾਹਿਬ ਉਹ ਕਹਿੰਦਾ ਮੈਂ ਤੁਹਾਡੀ ਕੋਈ ਇਹ ਕਹਾਣੀ ਨਹੀਂ ਸੁਣਨਾ ਚਾਹੁੰਦਾ, ਮੈਨੂੰ ਦੱਸੋ ਕਿ ਇਸ ਸਾਲ 'ਚ ਤੁਸੀਂ ਪ੍ਰੋਫਿਟ ਕੀ ਕੱਢਿਆ? ਇੱਥੇ ਕੀ ਗੱਲ ਕਰ ਰਹੇ ਨੇ? ਉਹ ਕਹਿੰਦੇ ਕਿ ਤੁਸੀਂ ਕੀ ਕੀਤਾ ਇਹ ਮੈਟਰ ਨਹੀਂ ਕਰਦਾ, ਸੱਚਾ ਕੌਣ ਆ, ਮੈਨੂੰ ਤੁਹਾਡੇ ਐਕਸਕਿਊਜ਼ ਨਹੀਂ ਚਾਹੀਦੇ, ਤੁਸੀਂ ਕਿੱਧਰ ਭੱਜੇ, ਤੁਸੀਂ ਕਿੱਥੇ ਗਏ, ਇਹ ਮੈਟਰ ਨਹੀਂ ਕਰਦਾ। ਮੈਨੂੰ ਉਹ ਦੱਸੋ ਕਿ ਆਊਟਪੁੱਟ ਕੀ ਤੁਹਾਨੂੰ ਅਭਿਮਾਨ ਤੋਂ ਮੁਕਤੀ ਮਿਲ ਗਈ ਆ? ਹਾਂ, ਅਭਿਮਾਨ ਕਿਹਨੇ ਛੱਡਿਆ ਆ? ਮੈਨੂੰ ਪ੍ਰੋਗਰੈਸ ਦੀ ਗੱਲ ਕਰੋ, ਮੈਨੂੰ ਨਾ ਦੱਸੋ ਤੁਸੀਂ ਕਿਹੜੇ ਗ੍ਰੰਥ ਪੜ੍ਹੇ, ਤੁਸੀਂ ਕਿੱਥੇ ਗਏ, ਤੁਸੀਂ ਕੀ ਕੀਤਾ, ਉਹ ਸਾਰਾ ਤੁਸੀਂ ਛੱਡ ਦਿਓ। ਕਿਉਂਕਿ ਹਉਮੈ ਤੇ ਜ਼ਿਕਰ ਰੋਗ ਹੈ, ਉਹਦੇ ਤੇ ਗੇਮ ਹੈ, ਜੀਵ ਉਹਦੇ ਤੇ ਬੈਠਾ, ਤੁਹਾਨੂੰ ਪਤਾ ਹੋਣਾ ਚਾਹੀਦਾ। ਪ੍ਰਕਿਰਤੀ ਆ, ਪ੍ਰਕਿਰਤੀ ਦੇ ਅੱਗੇ ਪਰਮਾਤਮਾ ਹੈ। ਹੁਣ ਦੇਖੋ ਇਸ ਚੀਜ਼ ਨੂੰ ਥੋੜਾ ਅੰਡਰਸਟੈਂਡ ਕਰੀਏ ਪਹਿਲਾਂ, ਕਿਉਂਕਿ ਕਾਫੀ ਵੱਡੀ ਬ੍ਰਹਮ ਵਿਦਿਆ ਹੈ ਔਰ ਤੁਹਾਡਾ ਲੈਵਲ ਵੀ ਉਸ ਦਾ ਚਾਹੀਦਾ। ਕਿਉਂਕਿ ਜਗਿਆਸੂ ਇਹ ਨਹੀਂ ਕਿ ਤੁਸੀਂ ਕਿਸੇ ਵੀ ਬ੍ਰਹਮ ਵਿਦਿਆ ਨੂੰ ਗ੍ਰਹਿਣ ਕਰ ਸਕਦਾ, ਕੋਈ ਵੀ ਬੰਦਾ ਨਹੀਂ ਕਰ ਸਕਦਾ। ਹੁਣ ਤੁਸੀਂ ਕੋਈ ਬੱਚੇ ਨੂੰ ਯੂਨੀਵਰਸਿਟੀ ਭੇਜ ਦੋਗੇ ਉਹ ਕਿਤਾਬਾਂ ਸਮਝ ਆਉਣਗੀਆਂ ਸਾਹਿਬ? ਨਹੀਂ ਆਉਣਗੀਆਂ। ਹੈ ਇਹ ਫਿਲਾਸਫੀ ਹੈ, ਗੁਰੂਆਂ ਦੀ ਫਿਲਾਸਫੀ, ਬੜੀ ਵੱਡੇ ਲੈਵਲ ਦੀ, ਉੱਚੀ ਲੈਵਲ ਦੀ ਫਿਲਾਸਫੀ ਹੈ। ਸਿੱਧੀ ਗੱਲ ਬ੍ਰਹਮ ਦੀ ਗੱਲ ਕਰਦੇ ਹੋ ਤੇ ਉਸ ਲੈਵਲ ਦਾ ਬੰਦਾ ਵੀ ਤੇ ਚਾਹੀਦਾ ਨਾ, ਅੱਖਰਾਂ ਦਾ ਗਿਆਨ ਨਹੀਂ ਚਾਹੀਦਾ, ਪ੍ਰੈਕਟੀਕਲ ਗੱਲ ਕਰਦੇ ਨੇ। ਹੁਣ ਦੇਖੋ ਇੱਕ ਡਾਕਟਰ ਸਾਨੂੰ ਸਮਝਾਵੇ ਤੁਹਾਡੇ ਅੰਦਰ ਏਦਾਂ ਸਿਸਟਮ ਚੱਲਣ ਦਿਆ ਔਰ ਉਹ ਸਾਨੂੰ ਸਮਝਾਏ, ਸਾਨੂੰ ਸਮਝ ਆਊਗੀ? ਦੱਸੋ ਮੈਨੂੰ ਕੀ ਪਤਾ ਲੱਗਦਾ? ਸਾਨੂੰ ਤਾਂ ਕੁਛ ਨਹੀਂ ਪਤਾ। ਜੇ ਉਹ ਸੱਚੇ ਸਾਨੂੰ ਦੱਸਣਾ ਚਾਹਵੇ ਸਰਜਰੀ ਦੇ ਬਾਰੇ, ਉਹ ਸਾਡਾ ਲੈਵਲ ਵੀ ਤੇ ਚਾਹੀਦਾ ਨਾ ਉਹ ਚੀਜ਼ ਨੂੰ ਸਮਝਣ ਵਾਸਤੇ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਹੁਣ ਆਪਾਂ ਸਾਰੇ ਤੇ ਕਹਿੰਦੇ ਆ ਕਿ ਬਈ ਚਲੋ ਸਾਨੂੰ ਪਰਮਾਤਮਾ ਨੂੰ ਮਿਲਾ ਦੋ, ਸਾਰੇ ਕਹਿੰਦੇ ਇੱਧਰ ਕੋਈ ਇਹਨੂੰ ਭੱਜਾ ਫਿਰਦਾ, ਕੋਈ ਉਹਨੂੰ ਭੱਜਾ ਫਿਰਦਾ। ਪਹਿਲਾਂ ਸਾਡਾ ਲੈਵਲ ਤੇ ਹੋਣਾ ਚਾਹੀਦਾ ਨਾ ਕਿ ਅਸੀਂ ਉਹ ਗਿਆਨ, ਉਸ ਗਿਆਨ ਨੂੰ ਗ੍ਰਹਿਣ ਕਰਨ ਦੇ ਕਾਬਿਲ ਹੈਗੇ ਕਿ ਸੱਚੀ। ਹੁਣ ਗੱਡੀ ਆ, ਮੇਰੀ ਗੱਲ ਕਿ ਸਾਡੇ ਕੋਲ ਬਰਤਨ ਹੈਗਾ, ਉਹਦੇ ਚ ਚੀਜ਼ ਪਵਾ ਸਕਦੇ ਹੋ, ਸਾਡੇ ਕੋਲ ਅਵੇਲੇਬਲ ਹੈ। ਇਸੇ ਕਰਕੇ ਤੇ ਉਹ ਮਹਾਤਮਾ ਬੁੱਧ ਨੂੰ ਸਵਾਲ ਕੀਤੀ 4-5 ਕਿਸੇ ਬੰਦੇ ਨੇ, ਤੇ ਮਹਾਤਮਾ ਬੁੱਧ ਕਹਿੰਦਾ ਕਿ ਇਹਨਾਂ ਸਵਾਲਾਂ ਦੇ ਤੈਨੂੰ ਮੈਂ ਜਵਾਬ ਤੇ ਦੇ ਦਾਂ ਪਰ ਤੇਰੀ ਸੰਤੁਸ਼ਟੀ ਨਹੀਂ ਹੋਣੀ, ਤੂੰ ਏਦਾਂ ਕਰਕੇ ਮੇਰੇ ਤੋਂ 1 ਸਾਲ 2 ਸਾਲ ਰੋ। ਉਹਦਾ ਕਾਰਨ ਇਹੋ ਹੀ ਸੀ, ਇਹ ਨਹੀਂ ਸੀ ਕਿ ਉਹਨਾਂ ਨੂੰ ਜਵਾਬ ਨਹੀਂ ਦੇਣਾ ਚਾਹੁੰਦਾ ਸੀ, ਜਵਾਬ ਤੇ ਦੇਣਾ ਚਾਹੁੰਦਾ ਸੀ, ਪਰ ਅਗਲੇ ਬੰਦੇ ਦੀ ਉਹਦੀ ਸਮਰੱਥਾ ਹੀ ਨਹੀਂ ਹੈਗੀ। ਉਹ ਬੱਚਾ ਸਕੂਲੇ ਨਹੀਂ ਗਿਆ, ਉਹ ਗੱਲਾਂ ਕਰਦਾ ਪਿਆ ਡਾਕਟਰ ਦੀਆਂ, ਸਰਜਰੀ ਦੀਆਂ, ਇੰਜੀਨੀਅਰਿੰਗ ਦੀਆਂ। ਉਹ ਦੱਸੂਗਾ ਤੈਨੂੰ ਸਮਝ ਵੀ ਨਹੀਂ ਆਉਣੀ। ਹੁਣ ਛੋਟਾ ਬੱਚਾ ਕਹਿ ਦੇ ਤੁਹਾਨੂੰ ਆ ਗਿਆ ਕਿ ਵੀ ਰੱਬ ਬਾਰੇ ਦੱਸੋ ਮੈਨੂੰ, ਰੱਬ ਕੀ ਪਿਓ ਕੀ ਕਹੂਗਾ? ਬੱਚੇ ਦਾ ਲੈਵਲ ਹੀ ਨਹੀਂ ਹੋਗਾ। 10 ਸਾਲ ਦਾ ਬੱਚਾ ਕਹੇ ਰੱਬ ਬਾਰੇ ਦੱਸੋ, ਕਿਉਂਕਿ ਬੱਚੇ ਨੇ ਪੜ੍ਹੇ ਹੀ ਨਹੀਂ, ਗਿਆਨ ਹੀ ਨਹੀਂ, ਉਹਨੇ ਸ਼ਸਤਰ ਅਧਿਐਨ ਨਹੀਂ ਕੀਤੇ। ਸ਼ਸਤਰ ਅਧਿਐਨ ਕਰਨੇ ਬੜੇ ਜ਼ਰੂਰੀ ਨੇ, ਕਿੱਥੋਂ ਪਤਾ ਲੱਗਦਾ? ਸ਼ਬਦ ਬ੍ਰਹਮ 3 ਪ੍ਰਮਾਣ ਹੁੰਦੇ ਨੇ, ਸ਼ਬਦ ਪ੍ਰਮਾਣ, ਅਨੁਮਾਨ ਤੇ ਪ੍ਰਤੱਖ ਪ੍ਰਮਾਣ।
ਗ੍ਰੰਥਾਂ ਦੇ ਵਿੱਚ ਜਿਹੜੀ ਚੀਜ਼ ਬਣੀ, ਦੇਖੋ ਆਪਾਂ ਨੂੰ ਕਿੱਥੋਂ ਪਤਾ ਲੱਗਣਾ ਸੀ, ਮੈਨੂੰ ਕਿੱਥੋਂ ਪਤਾ ਲੱਗਣਾ, ਤੁਹਾਨੂੰ ਕਿੱਥੋਂ ਪਤਾ ਲੱਗਣਾ ਸੀ? ਆਪਾਂ ਗ੍ਰੰਥ ਪੜ੍ਹੇ ਤਾਂ ਹੀ ਪਤਾ ਲੱਗਦਾ। ਗ੍ਰੰਥ ਵੀ ਉਹਨਾਂ ਬੰਦਿਆਂ ਦੇ ਪੜ੍ਹਨੇ ਆ ਜਿਨ੍ਹਾਂ ਦੇ ਪੱਲੇ ਆ ਕੁਛ, ਜਿਨ੍ਹਾਂ ਕੁਛ ਡਿਸਕਵਰ ਕੀਤਾ ਹੈ, ਜਿਨ੍ਹਾਂ ਕੁਛ ਮੈਨੂਫੈਕਚਰਿੰਗ ਕੀਤੀ, ਜਿਨ੍ਹਾਂ ਦੇ ਪਲਾਂਟ ਸੀ। ਜਿਹੜੇ ਬੰਦੇ ਦੀ ਕੋਈ ਫੈਕਟਰੀ ਨਹੀਂ ਹੈਗੀ ਸੀ, ਜਿਹਨੇ ਕੁਛ ਕੀਤਾ ਹੀ ਨਹੀਂ ਸੀ, ਉਹਦਾ ਗ੍ਰੰਥ ਪੜ੍ਹ ਲੂਗਾ, ਕੀ ਮਿਲੂਗਾ ਨੀਚੇ ਸਾਹਿਬ? ਬਿਲਕੁਲ। ਤੋ ਇਹ ਆਪ ਚੀਜ਼ ਨੂੰ ਸਮਝੋ। ਇੱਥੇ ਕੋਈ ਗਿਆਨ ਪ੍ਰਾਪਤ ਕਰਨ ਦੀ ਗੱਲ ਨਹੀਂ ਕਰ ਰਹੇ, ਅਸੀਂ ਤੇ ਕਹਿੰਦੇ ਕਿ ਗਿਆਨ ਤੋਂ ਮੁਕਤ ਕਿੱਦਾਂ ਹੈ, ਗੱਲ ਤੇ ਉਹ ਚੱਲ ਰਹੀ ਹੈ। ਤੇ ਗਿਆਨ ਵੀ ਕਿਹੜਾ ਚਾਹੀਦਾ ਵਾ? ਸਾਨੂੰ ਸ਼ੁੱਧ ਗਿਆਨ ਚਾਹੀਦਾ, ਪਿਓਰ ਗਿਆਨ। ਤਾਈਓ ਤੇ ਕਹਿੰਦੇ ਨਾ, ਤੂੰ ਮਾਈ ਮੁੰਡੋ ਤਿਸ ਗੁਰੂ ਕੀ ਜਿਸ ਪੰਗ, ਜੈਸਾ ਤੋਂ ਬੋਲਦੇ ਪਏ ਤੇ ਮਾਈ ਮੁੰਡੋ ਤਿਸ ਗੁਰੂ ਕੀ ਜਿਸ ਤੇ ਭਰਮ ਨਾ ਜਾਏ। ਉਹ ਕਹਿੰਦੇ ਮਾਈ ਮੁੰਡੋ ਮਤਲਬ ਉਹਦੇ ਜਿਹੜਾ ਗੁਰੂ ਆਦਾ ਉਹਦੇ ਵਾਲ ਮੰਨੋ, ਜਿਹਦੇ ਨਾਲ ਰਹਿ ਕੇ ਭਰਮ ਦੂਰ ਨਾ ਹੋਵੇ। ਕਿਉਂ ਨਾ ਦੂਰ ਹੋਵੇ? ਕਿਉਂਕਿ ਉਹਨੇ ਐਸੀਆਂ ਚੀਜ਼ਾਂ ਦੱਸਦੀਆਂ ਨੇ ਜਿਹੜੀਆਂ ਗੱਪਾਂ ਮਾਰਦੀਆਂ ਨੇ। ਹੁਣ ਆ ਵੇਖੋ ਗ੍ਰੰਥ ਕੀ ਕਹਿੰਦੇ ਆ, ਅਭਿਮਾਨ ਖਤਮ ਹੋ ਜਾਏਗਾ। ਹੁਣ ਮੈਨੂੰ ਤੁਸੀਂ ਕਹੋਗੇ ਕਿ ਵੀਰ ਜੀ ਇੱਥੇ ਅਭਿਮਾਨ ਖਤਮ ਹੋ ਗਿਆ, ਅਭਿਮਾਨ ਦਾ ਮਤਲਬ ਹੋ ਗਿਆ ਹੰਕਾਰ ਖਤਮ ਹੋ ਜਾਏਗਾ। ਬੜਾ ਸੌਖਾ ਜਿਹਾ ਕੰਮ ਹੈ, ਤੁਸੀਂ ਸੋਚਦੇ ਕਿ ਸਾਨੂੰ ਪਤਾ ਲੱਗ ਗਿਆ ਸਾਰਾ ਕੁਝ। ਇਸ ਚੀਜ਼ ਨੂੰ ਅੱਖਰਾਂ 'ਚ ਨਹੀਂ ਹੈਗਾ, ਇਹ ਪ੍ਰੈਕਟੀਕਲ ਹੈ ਸਾਰਾ। ਹੁਣ ਤੁਸੀਂ ਮੈਨੂੰ ਕਹਿ ਦੋ ਕਿ ਚਰਨਜੀਤ ਦੇ ਜੰਗਲ 'ਚ ਜਾ ਤੇ ਫਲਾਣਾ ਫਲਾਣਾ ਜਾਨਵਰ ਲੈ, ਉੱਥੇ ਗਏ। ਹੁਣ ਮੈਂ ਚਲਾ ਗਿਆ ਜੰਗਲ, ਤੁਸੀਂ ਮੰਨ ਲਓ ਮੈਨੂੰ ਹਾਥੀ ਦਾ ਗਿਆਨ ਕਰਾਤਾ, ਉਹ ਕਮ ਸੇ ਕਮ ਮੈਨੂੰ ਦੱਸੋਗੇ ਤੇ ਸਹੀ ਹਾਥੀ ਕਿੱਦਾਂ ਦਾ ਵਾ, ਕਿੰਨੀ ਹਾਈਟ ਆ, ਕਿੱਦਾਂ ਦੀ ਸ਼ਕਲ ਆ, ਕਿੱਦਾਂ ਦਾ ਰੰਗ ਆ, ਕਿੱਦਾਂ ਦੀ ਸਕਿਨ ਆ ਨੀਚੇ ਸਭ ਕਿ ਨਹੀਂ? ਬਿਲਕੁਲ। ਬੇਸਿਕ ਤੇ ਦੱਸੋਗੇ ਨਾ ਮੈਨੂੰ। ਤੁਸੀਂ ਮੈਨੂੰ ਹਾਥੀ ਦਾ ਦੋ 6 ਲੱਤਾਂ ਵਾਲਾ, 2 ਠੁੰਡਾਂ ਵਾਲਾ, 8 ਸਿੰਗਾਂ ਵਾਲਾ, 4 ਪੂਛਾਂ ਵਾਲਾ, ਉਹ ਤੇ ਲੱਭਣਾ ਹੀ ਨਹੀਂ ਮੈਨੂੰ। ਕਿੱਥੋਂ ਲੱਭੂਗਾ ਮੈਨੂੰ? ਪਿਆ ਹੀ ਨਹੀਂ। ਇਸ ਲਈ ਗਿਆਨ ਵੀ ਉਸ ਬੰਦੇ ਤੋਂ ਲੈਣਾ ਹੈ ਜਿਹਦੇ ਪੱਲੇ ਆ ਕੁਛ। ਹੁਣ ਰਾਧਾ ਸਵਾਮੀ ਵਾਲੇ ਕਹਿੰਦੇ ਸਾਡੇ ਗੁਰੂ ਦੀ ਫੋਟੋ ਵੇਖੀ ਜਾਓ, ਇਹ ਬਸ 6 ਲੱਤਾਂ ਵਾਲਾ ਹਾਥੀ ਲੱਭਣ ਵਾਲਾ ਕੰਮ ਜੇ, ਲੱਭੀ ਜਾਏ ਫਿਰ। ਠੀਕ ਹੈ ਸਾਹਿਬ? ਬਿਲਕੁਲ ਠੀਕ ਹੈ ਜੀ। ਇਹਦਾ ਮਤਲਬ ਇਹ ਚੀਜ਼ ਲੱਭੀਏ ਉਹ ਜੋ ਇਸ ਪ੍ਰੋਸੈਸ ਦੇ ਵਿੱਚੋਂ ਲੰਘੇ ਆ, ਤੇ ਗੁਰੂ ਲੰਘੇ ਜਾਂ ਹੋਰ ਗ੍ਰੰਥ ਵੀ ਹੈਗੇ। ਮੈਂ ਨਹੀਂ ਕਹਿੰਦਾ ਦੂਜੇ ਗ੍ਰੰਥਾਂ 'ਚ ਕੰਮ ਨਹੀਂ ਹੈਗਾ ਸਾਰਿਆਂ 'ਚ, ਕਿਉਂਕਿ ਇਹ ਕਾਫੀ ਗਿਆਨ ਜਿਹੜਾ ਬ੍ਰਹਮ ਤੋਂ ਹੀ ਆਉਂਦਾ, ਪਰਮਾਤਮਾ ਪਾਉਂਦਾ ਧਰਤੀ, ਉਦਾਂ ਤੇ ਲੱਭ ਹੀ ਨਹੀਂ ਸਕਦੇ। ਦੇਖੋ ਇਨੀਸ਼ੀਅਲੀ ਸਟੇਜ ਤੇ ਜਦੋਂ ਵੀ, ਹੁਣ ਜੇ ਕੋਈ ਸਿਆਣਾ ਬੰਦਾ ਹੈ, ਥੋੜਾ ਜਿਹਾ ਬੰਦਾ ਸਿਆਣਾ, ਮਾਈਕ ਆਨ ਹੋ ਗਿਆ ਜੇ ਕਿਸੇ ਦਾ, ਕੁਲਵੰਤ ਕੌਰ ਦਾ ਮਾਈਕ ਆਨ, देखो पता नहीं की कर रहा है, आपने पता ही नहीं है। ਕੁਲਵੰਤ ਕੌਰ ਜੀ ਤੁਸੀਂ ਦੇਖੋ ਸਾਨੂੰ ਜਿਹੜਾ ਡਿਸਟਰਬ ਕਰਤਾ ਜੀ। ਹਾਂਜੀ ਵੀਰ ਜੀ। ਹੈਲੋ ਗੁਰਕੀ ਸਾਹਿਬ। ਹਾਂਜੀ ਨਿੱਜਰ ਸਾਹਿਬ। ਆਪਾਂ ਜਿਹੜੇ ਆ ਨਾ, ਜਦ ਦੇਖੋ ਸੰਗਤ ਦੇ ਵਿੱਚ ਹੈਗੇ ਆ, ਤਕਰੀਬਨ ਜਿਹੜਾ ਹੈ ਕਿ 100 ਬੰਦੇ ਹੁੰਦੇ ਆ, ਔਰ ਇਹ ਗਿਆਨ ਜਿਹੜਾ ਹੈਗਾ ਕਈਆਂ ਕੋਲ ਜਾਂਦਾ ਹੈ, ਪੂਰੀ ਦੁਨੀਆ ਦੇ ਵਿੱਚ ਫੈਲਦਾ ਹੈ। ਤੇ ਇਹਦੇ ਵਾਸਤੇ ਜਿਹੜਾ ਹੈਗਾ ਆਪਾਂ ਜੇ ਥੋੜੀ ਜਿਹੀ ਆਪਣੀ ਕੇਅਰਲੈਸਨੈਸ ਦੇ ਨਾਲ ਜਿਹੜਾ ਹੈਗਾ ਇਹ ਗਿਆਨ ਜਿਹੜਾ ਹੈਗਾ, ਨਾਲੇ ਤਾਂ 100 ਬੰਦਿਆਂ ਦਾ ਧਿਆਨ ਭੰਗ ਹੁੰਦਾ ਹੈ, ਨਾਲੇ ਜਿਹੜਾ ਹੈਗਾ ਜਿਹੜਾ ਬੰਦਾ ਇੱਕ ਜਗ੍ਹਾ ਤੇ ਕੇਂਦਰਿਤ ਹੋ ਕੇ ਜਿਹੜੀ ਕੋਈ ਗਿਆਨ ਦੀ ਗੱਲ ਜਿਹੜੀ ਆ ਰਹੀ ਹੈ, ਉਹ ਫਿਰ ਜਿਹੜੀ ਹੈਗੀ ਆ ਉਹ ਵੀ ਰੁਕ ਜਾਂਦੀ ਹੈ। ਤੇ ਨਾਲੇ ਜਿਹੜੀ ਹੈਗੀ ਆ ਅੱਗੇ ਜਿਹੜੀ ਹੈਗੀ ਰਿਕਾਰਡਿੰਗ ਜਾਣੀ ਹੈ ਜਿੱਥੇ, ਉਹਦੇ ਵਿੱਚ ਵੀ ਜਿਹੜੀ ਹੈਗੀ ਵਿਘਨਤਾ ਆਉਂਦੀ ਹੈ। ਤੇ ਇਸ ਕਰਕੇ ਬਹੁਤ ਹੀ ਚੌਕਸ ਹੋ ਕੇ, ਸਾਵਧਾਨ, ਇਕਾਗਰਚਿਤ ਹੋ ਕੇ ਜਿਹੜੇ ਹੈਗੇ ਸਾਵਧਾਨੀ ਦਿਖਾਉਣੀ ਚਾਹੀਦੀ ਹੈ ਭਾਈ, ਇਹੀ ਬੇਨਤੀ ਹੈ। ਹਾਂਜੀ ਗੋਬਿੰਦ ਸਾਹਿਬ। ਹਾਂਜੀ ਠੀਕ ਹੈ ਜੀ, ਕੋਈ ਨਹੀਂ ਸਾਧ ਸੰਗਤ ਜੀ, ਟੈਨਸ਼ਨ ਨਹੀਂ ਲੈਣੀ, ਥੋੜਾ ਧਿਆਨ ਦਿਆ ਕਰੋ। ਜਿੱਥੇ ਜਿੰਨੀ ਇਕਾਗਰਤਾ ਨਾਲ ਤੁਸੀਂ ਸਰਵਣ ਕਰੋਗੇ, ਓਨਾ ਉੱਚਾ ਗਿਆਨ ਤੁਹਾਨੂੰ ਮਿਲਣਾ। ਇਹ ਕੋਈ ਆਮ ਕਥਾ ਨਹੀਂ ਹੈਗੀ, ਇੱਥੇ ਕੋਈ ਲੈਣਾ ਦੇਣਾ ਨਹੀਂ ਆ, ਕੁਝ ਨੂੰ ਕੁਝ ਦੇਣਾ ਹੈ, ਇਕੱਲਾ ਗਿਆਨ ਚੱਲ ਰਿਹਾ ਤੇ ਸ਼ੁੱਧ ਬ੍ਰਹਮ ਦਾ ਗਿਆਨ ਹੋ ਰਿਹਾ। ਇਸ ਤੋਂ ਵੱਧ ਗਿਆਨ
ਔਖਾ ਵਾ। ਮੈਂ ਤੁਹਾਨੂੰ ਕਹਾਂ, ਸੱਚ ਕਹੂੰਗਾ ਮੈਂ ਕਿ ਵਕਤ ਦੱਸੂਗਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ। ਹੁਣ ਜਿਗਿਆਸਾ ਦੀ ਗੱਲ ਚੱਲ ਪਈ ਹੈ। ਪਹਿਲੀ ਗੱਲ ਤੇ ਵੇਖੀਏ, ਆਪਾਂ ਕਿਹਨੂੰ ਪੜ੍ਹਾ ਸਕਦੇ ਹਾਂ? ਜਿਹੜਾ ਪੜ੍ਹਨਾ ਚਾਹੁੰਦਾ। ਜ਼ਬਰਦਸਤੀ ਤੇ ਕਿਸੇ ਨੂੰ ਕੁਝ ਵੀ ਨਹੀਂ ਪੜ੍ਹਾ ਸਕਦੇ ਤੁਸੀਂ। ਅਗਲਾ ਬੱਚਾ ਹੀ ਨਹੀਂ ਜਾਂਦਾ ਸਕੂਲੇ ਤੇ ਕਿੱਦਾਂ ਪੜ੍ਹਾ ਦੋਗੇ ਉਹਨੂੰ? ਹੁਣ ਬ੍ਰਹਮ ਦੇ ਬਾਰੇ ਜੇ ਕੋਈ ਬੰਦਾ ਥੋੜੀ ਜਿਹੀ ਬੁੱਧੀ ਰੱਖਦਾ, ਥੋੜੀ ਜਿਹੀ, ਜ਼ਿਆਦਾ ਨਹੀਂ, ਬਿਲਕੁਲ ਥੋੜੀ ਜਿਹੀ, ਤੁਸੀਂ ਦੇਖੋ ਬਾਹਰ ਜਾ ਕੇ ਰੈਗੂਲੈਰਿਟੀ ਹੈ ਸਾਰੇ ਜੀਵਨ ਦੇ। ਕਿੱਦਾਂ ਦੇਖੋ, ਇੱਕ ਤੇ ਲੈ ਵਧਿਆ, ਕਿੱਦਾਂ ਸੂਰਜ ਚੜ੍ਹਦਾ, ਸੂਰਜ ਡੁੱਬਦਾ, ਫਿਰ ਰਾਤ ਨੂੰ ਚੰਦਰਮਾ ਚੜ੍ਹਦਾ, ਤਾਰੇ ਚੜ੍ਹਦੇ ਆ, ਕਿੱਦਾਂ ਸਾਡੇ ਸਰੀਰ ਦੀ ਡਿਜ਼ਾਈਨਿੰਗ। ਚਿੱਤਰਕਾਰ ਕੌਣ ਆ? ਕੌਣ ਹੈ ਸ਼ਖਸ? ਜਿੱਦਾਂ ਪਾਣੀ ਬਣਾਇਆ, 5 ਤੱਤ ਆ, ਕਿੱਦਾਂ ਕੈਲਕੂਲੇਸ਼ਨ ਕੀਤੀ ਹੋਈ ਆ, ਕਿੱਦਾਂ ਬਿਲਕੁਲ ਸਿਸਟਮੈਟਿਕਲੀ ਕੰਮ, ਕੋਈ ਗਲਤੀ ਹੈ ਹੀ ਨਹੀਂ। ਜੇ ਆਪਾਂ ਥੋੜੀ ਜਿਹੀ ਬੁੱਧੀ ਰੱਖਦੇ ਹਾਂ, ਜ਼ਿਆਦਾ ਨਹੀਂ। ਰੋਟੀ ਪਾਣੀ ਜਿਹੜਾ ਆਪਾਂ ਕਮਾਉਣਾ ਤਾਂ ਸਾਰੀ ਦੁਨੀਆ ਕਮਾਉਂਦੀ ਹੈ, ਉਹ ਇੱਕ ਵੱਖਰਾ ਵਿਸ਼ਾ ਹੈ। ਉਹ ਤੇ ਜੀਵਨ ਚਰਿਆ ਹੈ, ਉਹ ਤੇ ਆਪਾਂ ਕੰਮ ਕਰਨਾ ਹੀ ਕਰਨਾ। ਪਰ ਅਸੀਂ ਕੁਝ ਹੋਰ ਲੱਭ ਰਹੇ ਹਾਂ। ਜਿਗਿਆਸੂ ਬਣਨਾ ਹੈ ਆਪਾਂ। ਜਿਗਿਆਸੂ ਤੇ ਤਾਂ ਹੀ ਬਣਾਂਗੇ ਨਾ, ਪਹਿਲਾਂ ਅਚਰਜ ਹੋਈਏ, ਲਾਗੇ ਬੰਨੇ ਵੇਖੀਏ ਕਿੱਦਾਂ ਫਸਲਾਂ ਨੇ, ਕਿੱਦਾਂ ਮੱਛੀਆਂ ਦੀ ਡਿਜ਼ਾਈਨਿੰਗ ਵੇਖੋ, ਉਹਨਾਂ ਦੇ ਰੰਗ ਰੁੰਗ ਵਗੈਰਾ, ਅੱਖਾਂ ਉੱਖਾਂ ਸਾਡੀਆਂ ਵੀ ਅੱਖਾਂ ਵੇਖੋ, ਕਿੱਦਾਂ 2 ਨੱਕ ਲੱਗੇ, 2 ਕੰਨ ਨੇ ਸਾਡੇ, 2 ਅੱਖਾਂ ਨੇ। ਪਰ ਅੱਖਾਂ ਵੀ ਐਸਾ ਨਾ ਬਣਾਈਆਂ ਮੇਰੇ ਹਿਸਾਬ ਨਾਲ। ਉਹਦਾ 2 ਬਣਾਉਣ ਦਾ ਕਾਰਨ ਇੱਕ ਹੋਰ ਵੀ ਆ ਕਿ ਕਈ ਵਾਰੀ ਇੱਕ ਅੱਖ 'ਚ ਕੋਈ ਮੱਛਰ ਮੁੱਛਰ ਪੈ ਜਾਏ ਮੋਟਰਸਾਈਕਲ ਚਲਾਉਂਦਿਆਂ ਨੂੰ, ਤੇ ਦੂਜੀ ਨਾ ਵੇਖਦੇ ਲਓਗੇ ਕਮ ਸੇ ਕਮ ਮੇਜਰ ਸਾਹਿਬ। ਬਿਲਕੁਲ ਠੀਕ ਹੈ ਜੀ। ਕਈ ਵਾਰੀ ਗੋਰਕੀ ਸਾਹਿਬ ਇੱਕ ਅੱਖ ਖਰਾਬ ਹੋ ਜਾਂਦੀ ਹੈ ਤੇ ਫਿਰ ਘੱਟ ਤੋਂ ਘੱਟ ਦੂਜੀ ਨਾਲ ਜੀਵਨ ਤਾਂ ਯਾਪਨ ਹੋ ਜਾਂਦਾ। ਹਾਂ, ਇੱਥੇ ਆਪਾਂ ਇਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਜੇ ਆਪਾਂ ਜਿਗਿਆਸੂ ਆ ਤੇ ਥੋੜਾ ਜਿਹਾ ਇੰਟਰਸਟ ਤੇ ਵੇਖੀਏ ਨਾ, ਸ੍ਰਿਸ਼ਟੀ 'ਚ ਕੀ ਹੋਣ ਡਿਆ। ਹੁਣ ਸ੍ਰਿਸ਼ਟੀ ਤੇ ਆ ਕਿ ਸ੍ਰਿਸ਼ਟੀ ਜਿਹੜਾ ਨਾ, ਇਹ ਨਾ ਗਲਤੀ ਨਹੀਂ ਕੀ ਹੈ, ਬਿਲਕੁਲ ਗਲਤੀ ਨਹੀਂ। ਮਤਲਬ ਬਿਲਕੁਲ ਹੀ ਇੰਨੀ ਸਫਾਈ ਨਾਲ ਕੰਮ ਹੋਇਆ ਹੈ ਕਿ ਮਾਸਾ ਵੀ ਮਿਸਟੇਕ ਨਹੀਂ ਹੈਗੀ। ਜੇ ਹੈਗੀ ਤੇ ਦੱਸ ਦਿਓ, ਤੁਹਾਨੂੰ ਲੱਭੀ ਹੈ? ਤੇ ਜਦੋਂ ਮੈਂ ਕੋਈ ਕੰਮ ਕਰੂੰਗਾ ਤੇ ਮੇਰੇ 50 ਗਲਤੀਆਂ ਤੁਸੀਂ 2 ਮਿੰਟ 'ਚ ਲੱਭ ਦੇਣ। ਇਹਦਾ ਮਤਲਬ ਜਿਹੜਾ ਇਹਨੂੰ ਬਣਾਉਣ ਵਾਲਾ ਹੈ ਉਹ ਕਾਫੀ ਪਰਫੈਕਟ ਹੈ, ਕਾਫੀ ਸਮਾਰਟ, ਇੰਨਾ ਜ਼ਿਆਦਾ ਸਮਾਰਟ ਆ। ਠੀਕ ਹੈ, ਹੁਣ ਇੱਥੇ ਪਤਾ ਕੀ ਆ, ਹੁਣ ਇੰਨੀ ਚੀਜ਼ ਦਾ ਪਤਾ ਲੱਗ ਗਿਆ, ਆਪਾਂ ਆਲਾ ਦੁਆਲਾ ਵੇਖਦੇ ਪਏ, ਪਤਾ ਲੱਗ ਜਾਂਦੇ ਹੈ ਕਾਫੀ ਚੀਜ਼ਾਂ ਜਿਹੜੀਆਂ ਨੇ। ਹੁਣ ਦੇਖੋ, ਲੋਕੀ ਕਹੀ ਜਾਂਦੇ, ਸਾਇੰਸ ਕਹੀ ਜਾਂਦੀ ਹੈ ਮਟੀਰੀਅਲ ਤੋਂ ਆਪੇ ਬਣ ਗਿਆ ਸਭ ਕੁਛ ਨਹੀਂ ਹੈਗਾ, ਪਦਾਰਥ ਹੀ ਪਦਾਰਥ ਤੋਂ ਪਦਾਰਥ ਬਣੀ ਜਾਂਦੇ ਆ। ਮੈਂ ਤਾਂ ਕਰਦਾ ਕਿ ਤੁਹਾਨੂੰ ਰੇਤਾ ਬਜਰੀ ਸੁੱਟ ਜਾਂਦਾ, ਇੱਥੇ ਸਰੀਆ ਸੁੱਟ ਜਾਂਦਾ, ਸਾਰਾ ਸੁੱਟ ਜਾਂਦਾ, ਤੇ ਕੀ ਉਹ ਬਿਲਡਿੰਗ ਆਪਣੇ ਆਪ ਬਣ ਜੂਗੀ ਨਿੱਜਰ ਸਾਹਿਬ? ਦੱਸੋ। ਬਿਲਕੁਲ ਨਹੀਂ। ਉਹ ਜੜਿਆ ਸਾਰਾ, ਉਹਨੂੰ ਚੇਤਨ ਨੇ ਪਾਉਣਾ ਸੀ। ਚੇਤਨ ਸਾਡੇ ਕੋਲ ਹੈ। ਬਿਲਕੁਲ। ਜੜ ਤੇ ਚੱਲ ਹੀ ਨਹੀਂ ਸਕਦਾ ਜਦ ਤੱਕ ਉੱਥੇ ਚੇਤਨ ਨਹੀਂ ਹੁੰਦਾ। ਹੁਣ ਜਦੋਂ ਆਪਾਂ ਸਰੀਰ ਆ, ਇਹ ਜੜ ਆ, ਇਹ ਤਦ ਤੱਕ ਚੱਲਦਾ ਜਦ ਤੱਕ ਇਹਦੇ ਅੰਦਰ ਚੇਤਨ ਹੈ। ਹੁਣ ਜਦੋਂ ਚੇਤਨ ਬਾਹਰ ਆ ਗਿਆ ਤੇ ਨਾਲ ਹੀ ਆਪਾਂ ਸਰੀਰ ਕਹਿਣ ਡਿਆ ਪੈਂਦੇ ਨੂੰ। ਆਪਾਂ ਤੇ ਕਹਿੰਦੇ ਨੀ ਕਿ ਚਰਨਜੀਤ ਦਾ ਸਰੀਰ ਪਿਆ। ਆਪਾਂ ਕਹਿੰਦੇ ਸਰੀਰ ਨੂੰ ਨਵਾ ਦੋ, ਸੂਰਜ ਨੂੰ ਚੁੱਕ ਲਓ, ਸਰੀਰ ਨੂੰ ਉੱਧਰ ਲੈ ਜਾਓ, ਸਰੀਰ ਹੀ ਹੋ ਗਿਆ ਮੁੜ ਕੇ, ਜੜ ਹੋ ਗਿਆ। ਹੁਣ ਆਪਾਂ ਇਹਨਾਂ ਮਹਿਸੂਸ ਕਰੀਏ ਕਿ ਇਹ ਜਿਹੜੀ ਇਹ ਆਪਾਂ ਜਿਗਿਆਸੂ ਬਣ ਗਏ ਆ, ਕਿ ਜਿਹੜੀ ਇੰਨੀ ਡਿਜ਼ਾਈਨਿੰਗ ਆ। ਦੇਖੋ ਪਤਾ ਕਿ ਪਰਮਾਤਮਾ ਨੂੰ ਉੱਥੇ ਭੱਜੇ ਜਾਣ ਵਾਲਾ ਕੰਮ ਨਹੀਂ ਹੈਗਾ। ਪਹਿਲਾਂ ਤੇ ਆਪਣਾ ਬੇਸਿਕ ਆਪਾਂ ਤਿਆਰ ਕਰੀਏ।
हाँ जी गोरखी साहब। सॉरी ਹੁਣ ਇੱਥੇ ਪਤਾ ਕੀ ਆ, ਆਪਣੇ ਸਰੀਰ 'ਚ ਵੇਖ ਕੇ ਡਿਜ਼ਾਈਨਿੰਗ, ਪਤਾ ਕਿਉਂ? ਜਦ ਤੱਕ ਤੁਹਾਡੇ ਅੰਦਰ ਜਿਗਿਆਸਾ ਨਹੀਂ ਨਾ ਪੈਦਾ ਹੋਈ ਤੇ ਉਹ ਆਤਮ ਗਿਆਨ ਪ੍ਰਾਪਤ ਕਰਨ ਨੂੰ ਤੁਹਾਡੇ ਮਨ ਨੇ ਕਰਨਾ ਨਹੀਂ ਹੋਣਾ ਡਰਾਈਵਰ। ਠੀਕ ਹੈ ਸਾਹਿਬ? ਬਿਲਕੁਲ। ਆਪ ਜੀ ਨੂੰ ਸਮਝੋ, ਅੱਜ ਥੋੜੀ ਜਿਹੀ ਮੇਰਾ ਵੀ ਕੰਮ ਜ਼ਿਆਦਾ ਹੈ। ਸਭ ਤੋਂ ਪਹਿਲਾਂ ਦੇਖੀਏ ਇੰਟਰਸਟ ਤੇ ਪੈਦਾ ਹੋਵੇ ਨਾ ਸਾਡਾ, ਭਗਤੀ ਕਰਾਂਗੇ ਤੇ ਕੀ ਮਿਲੂਗਾ ਸਾਨੂੰ। ਹੁਣ ਕਈ ਕਹਿੰਦੇ ਆ ਕਿ ਜੀ ਉਹ ਆਤਮਾ ਹੈ ਧਰਤੀ, ਕੋਈ ਕਹਿੰਦਾ ਬ੍ਰਹਮ ਹੈ, ਕਹਿੰਦਾ ਬ੍ਰਹਮ ਹੈ ਤੇ ਫਿਰ ਜੜ ਕੀ ਹੈ, ਫਿਰ ਜੜ ਕਿੱਥੋਂ ਆਇਆ? ਹੁਣ ਤਿੰਨ ਚੀਜ਼ਾਂ ਨੇ ਧਰਤੀ ਤੇ ਹੋ ਰਹੀਆਂ, ਇੱਕ ਚੀਜ਼ ਪੈਦਾ ਹੋ ਰਹੀ ਆ, ਇੱਕ ਚੀਜ਼ ਰੁਕੀ ਜਾਂਦੀ ਹੈ, ਰੁਕ ਜਾਂਦੀ ਆ, ਉਹ ਮੁੜ ਕੇ ਚੀਜ਼ ਹੋ ਜਾਂਦੀ ਖਤਮ। ਠੀਕ ਹੈ ਨਾ ਜੀ ਸਾਹਿਬ? ਤਿੰਨ ਚੀਜ਼ਾਂ 'ਚ ਸਾਰਾ ਕੁਝ ਹੋ ਰਿਹਾ। ਚੀਜ਼ ਪੈਦਾ ਹੁੰਦੀ ਆ, ਚੀਜ਼ ਕੁਝ ਸਮੇਂ ਲਈ ਰੁਕਦੀ ਆ, ਔਰ ਚੀਜ਼ ਉਹ ਖਤਮ ਹੋ ਜਾਂਦੀ। ਕਹਿਣ ਤੋਂ ਭਾਵ ਸਮੁੰਦਰ ਦੇ ਵਿੱਚ ਛੱਲ ਪੈਦਾ ਹੁੰਦੀ ਆ, ਕੁਝ ਸਮੇਂ ਛੱਲ ਦਿਖਦੀ ਆ, ਫਿਰ ਇੱਕ ਸਮਾਂ ਆਉਂਦਾ ਉਹ ਛੱਲ ਕੀ ਕਰਦੀ, ਸਮੁੰਦਰ ਦੇ ਵਿੱਚ ਲੀਨ ਹੋ ਜਾਂਦੀ। ਇਹ ਵੀ ਬ੍ਰਹਮ ਹੈ, ਇਹੋ ਹੀ ਤੇ ਬ੍ਰਹਮ ਹੈ। ਬ੍ਰਹਮ ਦੇ ਅੰਦਰ ਚੀਜ਼ ਬਣਦੀ ਆ, ਕੁਝ ਚੀਜ਼ ਕੁਝ ਸਮੇਂ ਲਈ ਉਹ ਚੀਜ਼ ਸਸਟੇਨ ਰਹਿੰਦੀ ਆ, ਫਿਰ ਉਹ ਇੱਕ ਸਮਾਂ ਆਉਂਦਾ ਹੈ ਉਹ ਚੀਜ਼ ਨਿੱਜਰ ਸਾਹਿਬ ਬ੍ਰਹਮ ਦੇ ਵਿੱਚ ਲੀਨ ਹੋ ਜਾਂਦੀ। ਬਿਲਕੁਲ ਹਨਾ? ਹੁਣ ਇਹ ਜਿੰਨਾ ਚਿਰ ਤੱਕ ਆਪਾਂ ਆਪਣੇ ਸਾਈਡ ਤੇ ਨਹੀਂ ਨਾ ਵੇਖਦੇ, ਦੇਖੋ ਪਰਮਾਤਮਾ ਨੂੰ ਡਾਇਰੈਕਟ ਲੱਭਣ ਜਾਵਾਂਗੇ ਤੇ ਕਿਤੇ ਨਹੀਂ ਮਿਲਣਾ ਸਾਨੂੰ। ਸਭ ਤੋਂ ਪਹਿਲਾਂ ਸਾਨੂੰ ਗ੍ਰੰਥਾਂ ਦਾ ਸਹਾਰਾ ਲੈਣਾ ਪੈਣਾ, ਹੋਰ ਤੇ ਸਾਨੂੰ ਪਤਾ ਹੀ ਨਹੀਂ। ਇਹ ਤਾਂ ਸਾਨੂੰ ਪਤਾ ਹੀ ਨਹੀਂ ਕਿੱਥੇ ਪਰਮਾਤਮਾ ਕੀ ਸਿਸਟਮ ਹੈ, ਔਰ ਉਹ ਜੀ ਮੰਨ ਲਓ ਤੁਹਾਡੇ ਸਾਹਮਣੇ ਪਰਮਾਤਮਾ ਆ ਵੀ ਕਦੇ ਕਿੱਦਾਂ ਪਛਾਣੋਗੇ ਉਹਨੂੰ? ਰਾਧਾ ਸੁਆਮੀ ਵਾਲਾ ਪਰਮਾਤਮਾ ਤੇ ਉਹ ਫੋਟੋ ਵਾਲਾ ਵਾ, ਫਿਰ ਉਹਨੂੰ ਲੱਭ ਲਿਓ। ਉਹ ਜੇ ਲੱਭਣਗੇ ਤੇ ਉਹ ਵੀ ਤਰ ਜਾਣਗੇ, ਤੇ ਜਿਹਨਾਂ ਲੱਭਾਉਣਾ ਉਹ ਵੀ ਤਰ ਜਾਣ। ਜਦੋਂ ਨਕਲੀ ਪਰਮਾਤਮਾ ਬਣਾਤਾ ਹੈ, ਉਹ ਫਿਰ ਨਕਲੀ ਪਰਮਾਤਮਾ ਉਦਾਂ ਦਾ ਤੇ ਪਰਮਾਤਮਾ ਹੈਗਾ ਹੀ ਨਹੀਂ ਜੰਗਲ 'ਚ ਕਿਆਂ ਲੱਤਾਂ ਵਾਲਾ ਹੈ ਨਾ ਜੀ ਸਾਹਿਬ। ਉਹ ਕਹਿੰਦੇ ਤਾਰਾ ਲੋਕ ਸੂਰਜ ਲੋਕ ਦੇ ਵਿੱਚੋਂ ਲੰਘਣਾ ਵਾ, ਜਦ ਕਿ ਉਹ ਕਹਿੰਦੇ ਬਾਣੀ ਤੇ ਖੁਦ ਕਹਿੰਦੀ ਹੈ ਉੱਥੇ ਧਰਤੀ ਸੂਰਜ ਨਹੀਂ ਹੈਗੇ, ਚੰਦਰਮਾ ਨਹੀਂ ਹੈਗਾ, ਉੱਥੇ ਕੁਛ ਵੀ ਨਹੀਂ ਹੈਗਾ, ਉੱਥੇ ਟਾਈਮ ਨਹੀਂ ਹੈਗਾ, ਤੇ ਇਹ ਤਾਰਾ ਲੋਕ 'ਚ ਕਿੱਥੋਂ ਲਈ ਫਿਰਦੇ ਬੰਦਿਆਂ ਨੂੰ? ਅਬ ਜਸਟ ਦੇਖੋ, ਇਹ ਬੜੀ ਸੀਰੀਅਸ ਗੱਲ ਹੈਗੀ ਆ। ਇਹਦਾ ਮਤਲਬ ਇਹ ਆ ਕਿ ਸ਼ਬਦ ਪ੍ਰਮਾਣ ਵੀ ਜਿਹੜਾ ਹੈ ਉਹ ਕੋਈ ਹਾਈ ਲੈਵਲ ਦਾ ਬੰਦਾ ਹੈਗਾ ਨਾ ਜਿਹੜਾ, ਉਹਦਾ ਹੀ ਐਕਸੈਪਟ ਕਰੋ। ਜਿੱਦਾਂ ਆਪਾਂ ਮੋਬਾਈਲ ਖਰੀਦਦੇ ਹਾਂ, ਕੰਪਨੀ ਦਾ ਮੋਬਾਈਲ ਖਰੀਦਦੇ ਹਾਂ ਕਿ ਆਪਾਂ ਇੱਥੋਂ ਲੈ ਲਈਦਾ ਵਾ, ਇਹਦਾ ਘਰੋਂ ਬਣਿਆ ਮੋਬਾਈਲ ਟੀਵੀ ਆਪਾਂ ਖਰੀਦਦੇ ਹਾਂ, ਉਹਦਾ ਮਤਲਬ ਇਹ ਹੁੰਦਾ ਕਿ ਆਪਾਂ ਬ੍ਰਾਂਡ ਦੀ ਚੀਜ਼ ਖਰੀਦਦੇ ਹਾਂ। ਇਸੇ ਲਈ ਇੱਥੇ ਬਾਣੀ ਦੇ ਅੰਦਰ ਵੀ ਸ਼ਾਸਤਰ ਬਹੁਤ ਹੈਗੇ ਨੇ, ਤੇ ਸ਼ਾਸਤਰ ਉਹੀ ਪੜ੍ਹੋ ਜਿਹੜਾ ਰਿਐਲਿਟੀ ਹੈਗੀ ਆ, ਜਿਹੜਾ ਸੱਚ ਹੈਗਾ ਔਰ ਸੱਚ ਨੂੰ ਮਿਲਾਉਣ ਦੇ ਲਾਇਕ ਹੈਗਾ ਉਹੀ ਆ। ਕਈ ਵਾਰੀ ਹੁੰਦਾ ਕਿ ਸਮੇਂ ਦੇ ਨਾਲ ਕੀ ਕਰਦੇ ਕਿ ਕੁਝ ਲੋਕ ਜਿਹਦੇ ਸਵਾਰਥ ਨੂੰ ਪੂਰਾ ਕਰਨ ਦੇ ਲਈ ਉਹ 5-6 ਗੱਡੀਆਂ ਤੇ ਪੁਰਜੇ ਕੱਢ ਕੇ ਨਾ ਇੱਕ ਗੱਡੀ 'ਚ ਪਾ ਦਿੰਦੇ ਆ, ਇੱਕ ਆਪਣੀ ਗੱਡੀ ਤਿਆਰ ਕਰ ਲੈਂਦੇ, ਨਕਲੀ ਗੱਡੀ। ਹੁਣ ਉਹ ਜਿਹੜੀ ਗੱਡੀ ਹੈਗੀ ਆ ਅਸਲ ਦੇ ਵਿੱਚ ਉਹ ਉਹਨਾਂ ਨੇ ਮਤਲਬ ਉਹ ਉਹਨਾਂ ਦੀ ਤੇ ਹੈ ਨਹੀਂ। ਇਸੇ ਤਰ੍ਹਾਂ ਬਾਣੀ ਦੇ ਵਿੱਚੋਂ ਕਰਦੇ ਲੋਕੀ ਤੁਕਾਂ ਚੋਰੀਆਂ ਕਰ ਲੈਂਦੇ। ਇਹ ਗ੍ਰੰਥ 'ਚ 2 ਲੈਣਾ ਕੱਢੀਆਂ, ਉਹ ਗ੍ਰੰਥ 'ਚ 2 ਲੈਣਾ, ਇੱਧਰੋਂ ਲੈਣਾ ਕੱਢ ਕੇ ਆਪਣਾ ਗ੍ਰੰਥ ਬਣਾ ਲਿਆ। ਹੁਣ ਉਹ ਗ੍ਰੰਥ ਜਦੋਂ ਬਣ ਤੇ ਗਿਆ, ਪਰ ਉਸ ਗ੍ਰੰਥ ਨੇ ਤੁਹਾਨੂੰ ਕਿਤੇ ਲੈ ਕੇ ਨਹੀਂ ਜਾਣਾ, ਕਿਉਂਕਿ ਨਕਲੀ ਨਕਸ਼ਾ ਹੋ। ਨਕਸ਼ਾ ਤੇ ਨਿੱਜਰ ਸਾਹਿਬ ਮੇਨ ਤੇ ਨਕਸ਼ਾ ਹੀ ਹੈ ਨਾ। ਦੇਖੋ ਆਪਾਂ ਕੋਈ ਕੰਮ ਕਰਦੇ ਹਾਂ, ਆਪ ਜਸਟ ਇੱਕ ਸੋਚੋ, ਪਹਿਲਾਂ ਆਪਾਂ ਕੋਈ ਵੀ ਕੰਮ ਕਰਦੇ ਹਾਂ ਪਹਿਲਾਂ ਮਨ 'ਚ ਵਿਚਾਰ ਆਉਂਦਾ ਨਿੱਜਰ ਸਾਹਿਬ, ਫੇਰ ਹੀ ਕੰਮ ਕਰੀਦਾ। ਹੁਣ ਮੰਨ ਲਓ ਮੈਂ ਹੁਣ ਆਮ ਬੰਦਾ ਤਾਂ ਉਦਾਂ ਜੀਂਦਿਆ ਸੀ, ਏਸੀ ਤੋਂ ਬਿਨਾਂ ਜੀਂਦੇ ਸੀ ਆਪਾਂ, ਪੱਖੇ ਤੋਂ ਬਿਨਾਂ, ਕਾਰਾਂ ਤੋਂ ਬਿਨਾਂ। ਕੋਈ ਬੰਦੇ ਬੈਠੇ ਸਿਆਣੇ ਬੰਦੇ ਜਿਨ੍ਹਾਂ ਨੂੰ ਬੁੱਧੀ ਬਣ ਗਿਆ, ਅਕਲ ਗਿਆ ਨਾ ਸੁਗੜ, ਉਹ ਬੈਠਾ ਸੋਚਣ ਡਿਆ ਕਿ ਕਿਉਂ ਨਾ ਗਰਮੀ ਦਾ ਹੱਲ ਕੀਤਾ ਜਾਵੇ। ਪਹਿਲਾਂ ਉਹਦੇ ਦਿਮਾਗ 'ਚ ਵਿਚਾਰ ਆਇਆ ਔਰ ਫਿਰ ਉਸਨੇ ਏਸੀ ਦੀ ਕਾਢ ਕੱਢਤੀ। ਅੱਜ ਉਹ ਇੱਕ ਬੰਦੇ ਨੇ ਕਾਢ ਕੱਢੀ, ਸਾਰੀ ਦੁਨੀਆ ਉਹਨੇ ਠੰਡੀ ਦਾ ਨਜ਼ਾਰਾ ਲੈਣ ਦੀ, ਗਰਮੀਆਂ 'ਚ ਵੀ ਠੰਡ ਵਾਲਾ ਹਿਸਾਬ ਦਾ। ਇੱਕ ਬੰਦੇ ਨੇ ਜਹਾਜ਼ ਦੇ ਬਾਰੇ ਸੋਚਿਆ, ਉਹਨੇ ਜਹਾਜ਼ ਦੀ ਕਾਢ ਕੱਢੀ। ਔਰ ਸਭ ਤੋਂ ਪਹਿਲਾਂ ਸਾਡੇ ਮਨ 'ਚ ਵਿਚਾਰ ਆਉਂਦਾ। ਵਿਚਾਰ ਕਿੱਥੋਂ ਆਊਗਾ? ਵਿਚਾਰ ਤੇ ਇੱਕ ਤੇ ਆਪਣਾ ਵਾ, ਤੇ ਇੱਕ ਜਿਹੜੀ ਚੀਜ਼ ਦਾ ਪਤਾ ਨਹੀਂ ਸਾਨੂੰ ਉਹ ਮਦਦ ਲੈਣੀ ਪਊਗੀ। ਔਰ ਨਹੀਂ ਮਦਦ ਮਿਲਦੀ ਤੇ ਸਾਨੂੰ ਉਹਨਾਂ ਬੰਦਿਆਂ ਕੋਲ ਜਾਣਾ ਪਊਗਾ। ਕਿਤਾਬਾਂ ਪੜ੍ਹਨ ਦੇ ਨਾਲ ਚੀਜ਼ ਥੋੜੀ ਬਣ ਜਾਂਦੀ। ਹੁਣ ਚੱਲ ਮੰਨ ਲਓ ਜੇ ਤੁਸੀਂ ਕਿਤਾਬ ਪੜ੍ਹ ਕੇ ਚੀਜ਼ ਬਣਾਣੀ, ਫਿਰ ਤੇ ਜਾਣ ਦੀ ਲੋੜ ਹੀ ਨਹੀਂ ਕਿਤੇ। ਤੁਸੀਂ ਐਕਸਪਰਟ ਜੋ ਮਾਸਟਰ, ਗੱਲ ਖਤਮ ਹੋ ਗਈ। ਪਰ ਕਿਤਾਬ ਪੜ੍ਹ ਲਈਏ ਤੁਸੀਂ 15-20 ਸਾਲ ਤੋਂ ਪੜ੍ਹਨ ਦੇ, ਉਹ ਚੀਜ਼ ਬਣਦੀ ਨਹੀਂ ਪਈ। ਫਿਰ ਤੇ ਉਹ ਬੰਦੇ ਕੋਲ ਜਾਣਾ ਪਊਗਾ, ਉਸ ਬੰਦੇ ਕੋਲ ਜਿਹੜਾ ਭੇਦ ਨੂੰ ਜਾਣਦਾ।
ਕਿਉਂਕਿ ਹੈਲਪ ਤੇ ਉਹੀ ਕਰ ਸਕਦਾ, ਥੋੜੀ ਬਹੁਤੀ ਹੋ ਸਕਦਾ ਕਿ ਸਾਡਾ ਮਿਸਅੰਡਰਸਟੂਡ ਕਰ ਲਿਆ, ਕੁਝ ਗਲਤ ਚੀਜ਼ ਪੜ੍ਹ ਲਈ ਹੋ ਸਕਦਾ ਜਿਹੜੀ ਚੀਜ਼ ਸਾਡੇ ਹੱਥ ਤੋਂ ਵੀ ਗਲਤ ਹੋਵੇ, ਜਾਂ ਸਾਡੇ ਜਾਂ ਉਹਨੂੰ ਪੜ੍ਹਨ ਦਾ ਤਰੀਕਾ ਗਲਤ ਹੋਵੇ। ਜਦ ਕਿ ਬਾਣੀ ਇਹ ਕਹਿੰਦੀ ਮਨ, ਬੁੱਧੀ ਤੇ ਚਿੱਤ ਦਾ ਉੱਥੇ ਕੋਈ ਕੰਮ ਨਹੀਂ ਹੈਗਾ। ਬ੍ਰਹਮ ਦੇ ਵਿੱਚ ਜੇ ਜਾਣਾ ਚੀਜ਼ ਉਹੀ ਖਤਮ ਹੋਣੀ ਹੈ ਜਿਹੜੀ ਨਕਲੀ ਹੈ, ਅਸਲੀ ਚੀਜ਼ ਨਹੀਂ ਖਤਮ ਹੋਣੀ, ਕਿਉਂਕਿ ਪ੍ਰਕਿਰਤੀ ਪੁਰਸ਼ ਤੋਂ ਆਈ ਹੈ। ਪ੍ਰਕਿਰਤੀ ਤੋਂ ਅੱਗੇ ਹੈਗਾ ਜੀਵ, ਮੈਂ ਭਾਵ ਆ ਜਿਹੜਾ ਅਭਿਮਾਨ, ਔਰ ਉਹਦੇ ਅੱਗੇ ਕੀ ਬੁੱਧੀ, ਔਰ ਬੁੱਧੀ ਦੇ ਵਿੱਚ ਹੈਗਾ ਮਨ, ਚਿੱਤ, ਇਹ ਸਾਰੇ ਇਕੱਠੇ ਹੋ ਜਾਂਦੇ, ਫਿਰ ਇੱਕ ਜੀਵ ਬਣਦਾ। ਹੁਣ ਜੀਵ ਜਿਹੜਾ ਨਾ, ਜੀਵ ਅਗਿਆਨ ਦੇ ਕਰਕੇ ਕੀ ਹੈ, ਜੜ ਦੇ ਨਾਲ ਜੁੜਿਆ, ਜੜ ਚੋਂ ਹੀ ਸੁੱਖ ਭਾਲਦਾ। ਤੁਸੀਂ ਵੇਖੋ ਆਮ ਹੀ ਬੰਦੇ ਉੱਥੇ ਦਾਨ ਕਰਦੇ ਆ ਜਿੱਥੇ ਆਲਰੇਡੀ ਮਾਇਆ ਹੈਗੀ ਆ, ਕਿਉਂਕਿ ਮਾਇਆਧਾਰੀ ਬੰਦਾ ਨਾ ਮਾਇਆ ਦੇ ਵੱਲ ਹੀ ਅਟਰੈਕਟ ਹੁੰਦਾ ਵਾ। ਜਦੋਂ ਉਹਨੂੰ ਚੰਗੀ ਜਗ੍ਹਾ ਤੇ ਦਾਨ ਕਰਨ ਦੀ ਲੋੜ ਪਊ, ਉਹਨੇ ਸਭ ਤੋਂ ਛੋਟੇ ਪੈਸੇ ਕੱਢਣਾ, ਵਿੱਚ ਸਭ ਤੋਂ ਛੋਟਾ ਨੋਟ ਕੱਢੂਗਾ, ਬਿਲਕੁਲ ਨਿੱਕਾ ਨੋਟ, ਕਿਉਂਕਿ ਸਹੀ ਜਗ੍ਹਾ ਤੇ ਜਿਹੜਾ ਪੈਸਾ ਦੇਣਾ ਕਾਫੀ ਔਖਾ। ਅੱਜ ਜਿੱਥੇ ਮਾਇਆ ਹੈਗੀ ਉੱਥੇ ਜ਼ਰੂਰ ਦਊਗਾ। ਇਨਸਾਨ ਦੀ ਫਿਤਰਤ ਏਦਾਂ, ਇਨਸਾਨ ਜਿਹੜਾ ਨਾ, ਕੋਈ ਸਿਆਣਾ ਬੰਦਾ ਮੰਨ ਲਓ, ਬਹੁਤ ਇੰਟੈਲੀਜੈਂਟ ਹੈ ਔਰ ਕੋ ਬਹੁਤ ਜ਼ਿਆਦਾ ਗਿਆਨ ਹੈ, ਉਹਦੇ ਨਾਲ ਬਹਿਣ ਦੇ ਨਾਲ ਗਿਆਨ ਲਾਗੇ ਬਹਿਣਾ ਪੈਣਾ ਵਾ। ਉਪਨਿਸ਼ਦ ਦਾ ਮਤਲਬ ਹੈ ਕਿ ਲਾਗੇ ਬਹਿ ਕੇ ਗਿਆਨ ਨੂੰ ਪ੍ਰਾਪਤ ਕਰਨਾ ਪਊਗਾ, ਸਾਨੂੰ ਉਸ ਲੈਵਲ ਤੇ ਜਾਣਾ ਪਊਗਾ। ਕਿਉਂਕਿ ਹੁਣ ਬੱਚੇ ਨੂੰ ਤੇ ਡਾਕਟਰ ਤੇ ਨਹੀਂ ਨਾ ਬਣਨਾ, ਪਹਿਲਾਂ ਉਹਨੂੰ ਪੜ੍ਹਨਾ ਪੈਣਾ, ਉਹਨੂੰ ਪੜ੍ਹਾਈ ਕਰਨੀ ਪੈਣੀ। ਇਹ ਕੁਦਰਤ ਨੇ ਬਣਾਇਆ ਸਿਸਟਮ ਏਦਾਂ ਦਾ, ਜਿਸ ਤਰ੍ਹਾਂ ਕਈ ਤੇ ਕਹਿੰਦੇ ਸੰਗਤ ਤੇ ਜਾਣਾ ਪੈਣਾ, ਕੀ ਕਹਿੰਦੇ ਬਿਲਕੁਲ। ਹੁਣ ਇੱਥੇ ਪਤਾ ਕੀ ਹੈ, ਬਾਣੀ ਆਪਾਂ ਨੂੰ ਇਹ ਸਮਝਾਉਣਾ ਚਾਹੁੰਦੀ ਹੈ ਕਿ ਪਹਿਲਾਂ ਰਸਤਾ ਪਛਾਣ ਲਾ ਤੇ ਫਿਰ ਵਪਾਰ ਕਰ। ਬਿਨ ਇਹ ਕੋਈ ਕਾਲੇ ਦਾ ਕੰਮ ਨਹੀਂ ਹੈ ਕਿ ਜਿੱਧਰ ਮਰਜ਼ੀ ਆਪਾਂ ਭੱਜ ਜਾਂਗੇ ਤੇ ਆਤਮ ਗਿਆਨ ਪ੍ਰਾਪਤ ਹੋ ਜਾਊਗਾ। ਉੱਥੇ ਬੜਾ ਉਹ ਬੈਂਗਲ ਬਾਣੀ ਕਹਿੰਦੀ ਹੈ, ਖੰਡਿਓ ਤਿੱਖੀ ਤੇ ਵਾਲੋਂ ਨਿੱਕੀ ਹੈ। ਇਹਦਾ ਮਤਲਬ ਕਿ ਇਹ ਨਹੀਂ ਹੈ ਆਪਾਂ ਕਿਸੇ ਵੀ ਬੱਸ ਤੇ ਬਹਿ ਗਏ ਜਾਂ ਕਿਸੇ ਵੀ ਟ੍ਰੇਨ ਤੇ ਬਹਿ ਗਏ ਆਪਾਂ ਉੱਥੇ ਮੰਜ਼ਿਲ ਤੇ ਪਹੁੰਚ ਜਾਵਾਂਗੇ। ਇਹ ਸਾਨੂੰ ਇਸ ਚੀਜ਼ ਦੀ ਪਹਿਲਾਂ ਪੁਸ਼ਟੀ ਕਰਨੀ ਪੈਣੀ ਹੈ, ਔਰ ਪੁਸ਼ਟੀ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈਗਾ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਹਾਰਾ ਲਈਏ। ਸਾਨੂੰ ਕਿੱਦਾਂ ਗਾਈਡ ਕਰਦੇ ਨੇ, ਕੀ ਕਹਿਣਾ ਚਾਹੁੰਦੇ ਨੇ ਸਾਨੂੰ, ਫਿਰ ਉਹ ਜੋ ਕਹਿੰਦੇ ਨੇ ਫਿਰ ਉਹਨੂੰ ਆਪਣੇ ਜੀਵਨ 'ਚ ਉਹਨੂੰ ਲੈ ਕੇ ਆਈਏ, ਜਿੱਦਾਂ ਉਹ ਮਾਰਗਦਰਸ਼ਨ ਕਰਦੇ ਨੇ, ਔਰ ਉਹ ਤਾਂ ਹੀ ਸਾਨੂੰ ਕੋਈ ਚੰਗੀ ਚੀਜ਼ ਮਿਲ ਸਕਦੀ। ਜੇ ਆਪਾਂ ਸੋਚਦੇ ਨਾ ਕਿ ਕਿਸੇ ਆਪ ਇੰਨੇ ਪਾਠ ਪੜ੍ਹਦੇ ਹੁੰਦੇ, ਤਿੰਨ ਪ੍ਰਮਾਣ ਹੈਗੇ, ਸ਼ਬਦ ਪ੍ਰਮਾਣ ਤੇ ਸ਼ਬਦ ਪ੍ਰਮਾਣ ਆਪਾਂ ਨੇ ਜੇ ਸਭ ਗੁਰੂ ਗ੍ਰੰਥ ਸਾਹਿਬ ਨੂੰ ਲਿਖੇ, ਠੀਕ ਹੈ, ਬਿਲਕੁਲ। ਕਿਉਂਕਿ ਉਹਨਾਂ ਨੇ ਜਿਹੜਾ ਅਨੁਮਾਨ ਦੇਣਾ ਵਾ ਸ਼ਬਦ ਪ੍ਰਮਾਣ ਦੇ ਬਾਅਦ ਉਹਨਾਂ ਨੇ ਦੱਸਣਾ ਕਿ ਤੈਨੂੰ ਪ੍ਰਿਯ ਅਵਸਥਾ ਪ੍ਰਾਪਤ ਹੋਊ, ਤੇ ਪ੍ਰਮਾਤਮਾ ਦਾ ਰੂਪ ਵੀ ਦੱਸਾਂਗੇ। ਉਹ ਕਹਿੰਦੇ ਰੂਪ ਦਾ ਏਦਾਂ ਦਾ ਰੂਪ, ਨਾ ਰੰਗ ਨਾ ਰੇ, ਨਾ ਉਹਦਾ ਰੂਪ ਹੈ ਨਾ ਰੰਗ ਨਾ ਰੇ, ਉਹ ਤਿੰਨ ਸ਼ਕਤੀਆਂ ਚ ਨਹੀਂ ਹੈਗਾ, ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਆਪ ਇਹ ਕਾਫੀ ਵੱਡੀ ਗੱਲ ਹੈ ਕਿ ਮਿਲਣਾ ਕਿਹਨੂੰ ਆ ਜਿਹਦਾ ਰੂਪ ਨਹੀਂ ਆ, ਰੰਗ ਨਹੀਂ ਆ ਤੇ ਰੇਖ ਵੀ ਨਹੀਂ ਹੈਗੀ। ਸ਼ਬਦ ਪ੍ਰਮਾਣ ਤੇ ਇਹ ਕਹਿੰਦੇ ਆ ਕੋਈ ਏਦਾਂ ਦਾ ਨਹੀਂ ਜਿਹੜਾ ਤਾਰਾ ਮੰਡਲ ਚ ਬੈਠਾ ਹੈ ਜਾਂ ਚੰਦਰਮਾ ਮੰਡਲ ਚ ਬੈਠਾ ਜਾਂ ਸੂਰਜ ਮੰਡਲ ਚ ਬੈਠੀ ਸ਼ਕਤੀ। ਉਹ ਸ਼ਕਤੀ ਐਸੀ ਜਗ੍ਹਾ ਤੇ ਹੈ ਜਿੱਥੇ ਦਾ ਨਾ ਤੇ ਉਹਦਾ ਰੂਪ ਹੈ, ਨਾ ਰੰਗ ਹੈ ਤੇ ਨਾ ਹੀ ਉਹਦੀ ਕੋਈ ਰੇਖ ਹੈ। ਇਹ ਵੱਡੀ ਗੱਲ ਕਹਿਤੀ ਤੇ ਸਾਨੂੰ ਉਸ ਲੈਵਲ ਤੇ ਜਾਣਾ ਪਊਗਾ ਜਿੱਥੇ ਅਸੀਂ ਰੂਪ, ਰੰਗ ਤੇ ਰੇਖ ਤੋਂ ਅੱਗੇ ਜਾਵਾਂਗੇ। ਕਹਿਣ ਤੋਂ ਭਾਵ ਹੈ ਇਹ ਜਿਹੜਾ ਸੰਸਾਰ ਦਿਖਦਾ ਇਹਦੇ ਚ ਨਹੀਂ ਹੈਗਾ ਜੋ ਪਰਮਾਤਮਾ ਹੈਗਾ, ਇਹਦੇ ਚ ਹੀ ਆ, ਪਰ ਇਹ ਨਹੀਂ ਜੋ ਹੈਗਾ, ਕਿਉਂਕਿ ਇਹ ਤੇ ਸਾਰੇ ਦੇਖਦੇ ਪਏ। ਹੁਣ ਮੈਂ ਵੀ ਤਾਂ ਜੜੀ ਹਾਂ ਤੁਹਾਡੇ ਸਾਹਮਣੇ, ਨੇਜਰਤਾ ਵੀ ਜੜੇ, ਸਾਡਾ ਸਰੀਰ ਜੜੇ, ਹੁਣ ਜਿਹੜੇ ਲਾਗੇ ਬੰਨੇ ਚੀਜ਼ ਸਾਰੀ ਜੜੀ ਹੈ, ਧਰਤੀ ਵੀ ਜੜ, ਚੰਦਰਮਾ ਵੀ ਜੜ। ਤੇ ਜੇਕਰ ਇਹ ਜੜ ਦੇ ਰਾਹੀਂ ਚੇਤਨ ਚ ਜਾਣਾ ਚਾਹੁੰਦੇ ਆ ਤੇ ਉਹ ਸਹੀ ਤਰੀਕਾ ਨਹੀਂ ਹੈਗਾ, ਸਾਨੂੰ ਚੇਤਨ ਚ ਹੀ ਜਾਣਾ ਪਊਗਾ ਤੇ ਜੜ ਤੋਂ ਹੀ ਆਪਣੇ ਆਪ ਨੂੰ ਮੋੜਨਾ ਹੈ। ਪਰ ਉਹ ਚੇਤਨ ਕਿੱਥੇ ਹੈ? ਸਾਡੇ ਅੰਦਰ ਹੈ, ਸਾਡੇ ਅੰਦਰ ਹੀ ਹੈ ਉਹ ਚੇਤਨ। ਇਹ ਬਾਣੀ ਆਪਾਂ ਨੂੰ ਇਹ ਸਮਝਾਉਣੀ ਚਾਹੁੰਦੀ ਹੈ। ਔਰ ਜਦ ਤੱਕ ਅਸੀਂ ਚੇਤਨ ਚ ਨਹੀਂ ਜਾਂਦੇ ਉਹਨਾਂ ਚਿਰ ਤੱਕ ਸਾਨੂੰ ਅਭਿਮਾਨ ਤੋਂ ਮੁਕਤੀ ਨਹੀਂ ਮਿਲ ਸਕਦੀ, ਠੀਕ ਹੈ ਨਾ ਜੀ ਸਾਹਿਬ? ਹਾਂ, ਅਗਲੀ ਤੁਕ ਬੋਲੋ ਜੀ। ਹਾਂਜੀ, ਸਿਆਣਾ ਚਤੁਰ ਸਿਆਣਾ ਸੁਗੜ ਉਹੀ ਹੈਗਾ ਜਿਹਨੇ ਜਿਹੜਾ ਹੈਗਾ ਚੇਤਨ ਵੱਲ ਨੂੰ ਜਾ ਰਿਹਾ ਹੈ, ਜਿਹੜਾ ਜੜ ਤੋਂ ਜਿਹੜਾ ਹੈਗਾ ਜੜ ਨੂੰ ਛੱਡ ਕੇ ਤੇ ਚੇਤਨ ਵੱਲ ਨੂੰ ਜਾ ਰਿਹਾ ਆ, ਉਹ ਸਿਆਣਾ ਹੈਗਾ ਭਾਈ। ਤੇ ਕਿਉਂਕਿ ਚੇਤਨ ਤੋਂ ਤਾਂ ਜੜ ਬਣਿਆ ਆ ਭਾਈ, ਚੇਤਨ ਤੋਂ ਹੀ ਤਾਂ ਜੜ ਪੈਦਾ ਹੋਇਆ, ਚੇਤਨ ਤੋਂ ਜੜ ਬਣਿਆ ਆ।
ਔਰ ਆਪਾਂ ਜੜ ਦੇ ਨਾਲ ਲੱਗੇ ਹੋਏ ਆ, ਜੜ ਨੂੰ ਹੀ ਸਮਝਦੇ ਆ, ਸਾਰਾ ਕੁਝ ਜੜ ਹੀ ਹੈ। ਸਾਰੇ ਸਵਾਦ ਰਸ ਕਸ ਜਿਹੜੇ ਆ ਪਦਾਰਥ ਜਿਹੜੇ ਹੈਗੇ ਇਹੀ ਇਸੇ ਜੜ ਤੋਂ ਆਪਾਂ ਕਹਿੰਦੇ ਆ ਇਹੀ ਸਾਰਾ ਕੁਝ ਹੈਗਾ। ਮਹਾਰਾਜ ਤਾਂ ਕਹਿੰਦੇ ਇਹ ਤਾਂ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ ਬਾਈ ਪ੍ਰੋਡਕਟ ਹੈਗਾ ਭਾਈ। ਚਾਰ ਪਦਾਰਥ ਅਸ਼ਟ ਸਿੱਧ ਭਜ ਨਾਨਕ ਹਰ ਨਾਮ। ਪਰਮੇਸ਼ਰ ਦਾ ਨਾਮ ਭਜਨ ਕਰ, ਮਨ ਨੂੰ ਕੇਂਦਰਿਤ ਕਰ, ਤੇ ਜੜ ਤੋਂ ਮੁਕਤੀ ਪਾ, ਤੇ ਸਾਰਾ ਕੁਝ ਜਿਹੜਾ ਹੈਗਾ ਉਹ ਚੇਤਨ ਜਿਹੜਾ ਹੈਗਾ ਉਹ ਤੇਰੇ ਅੰਦਰ ਪ੍ਰਗਟ ਹੋ ਜਾਏਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਨਿਜੀ ਸਾਹਿਬ, ਅਗਲੀ ਤੁਕ ਬੋਲ ਦੋ। ਅੱਗੇ ਪੌੜੀ ਆ ਗਈ ਜੀ। ਚਤੁਰਥ ਚਾਰੇ ਵੇਦ ਸੁਣ, ਸੋਧਿਓ ਤਤ ਵਿਚਾਰ। ਕਹਿੰਦੇ ਮੈਂ ਸਾਰੇ ਗਿਆਨ ਨੂੰ, ਚਾਰੇ ਵੇਦਾਂ ਨੂੰ ਜਿਹੜਾ ਹੈਗਾ ਗਿਆਨ ਨੂੰ ਜਿਹੜਾ ਹੈਗਾ ਸੁਣਿਆ, ਵਿਚਾਰ ਕੇ ਇੱਕ ਤੱਤ ਵਸਤੂ ਜਿਹੜੀ ਹੈਗੀ ਆ, ਇੱਕ ਤੱਤ ਦੀ ਗੱਲ ਜਿਹੜੀ ਹੈਗੀ ਆ, ਇੱਕ ਤੱਤ ਦੀ ਵਿਚਾਰ ਜਿਹੜੀ ਹੈਗੀ ਮੇਰੇ ਅੰਦਰ ਆਈ। ਸੋਧ ਕੇ ਸਾਰਾ ਸੋਧਿਆ ਇਹਨੂੰ। ਸਰਬ ਖੇਮ ਕਲਿਆਣ ਨਿਧ, ਰਾਮ ਨਾਮ ਜਪ ਸਾਰ। ਦੇਖ ਲਾ ਪਿਆਰਿਆ, ਪਰਮੇਸ਼ਰ ਦਾ ਰਾਮ ਦਾ ਨਾਮ ਜਪਣਾ, ਆਹੀ ਸਾਰ ਜਿਹੜਾ ਹੈਗਾ ਮੈਨੂੰ ਲੱਭਿਆ। ਇਹਦੇ ਵਿੱਚ ਹੀ ਸਾਰੀ ਖੇਮ ਕੁਸ਼ਲਤਾ, ਕਲਿਆਣ, ਸਾਰਾ ਕੁਝ, ਸਾਰੇ ਖਜ਼ਾਨੇ ਇਹਦੇ ਵਿੱਚ ਹੀ ਹੈਗੇ ਭਾਈ। ਇਹੀ ਹੈਗਾ ਇੱਕ ਤਰੀਕਾ ਜਿਹੜਾ ਜੜ ਤੋਂ ਚੇਤਨ ਦੇ ਵਿੱਚ ਚਲੇ ਜਾਏਗਾ ਤੂੰ। ਨਰਕ ਨਿਵਾਰੇ ਦੁੱਖ ਹਰੇ, ਟੂਟੇ ਅਨਕ ਕਲੇਸ਼। ਨਰਕ ਜਿਹੜਾ ਹੈਗਾ ਦੂਰ ਹੋ ਜਾਂਦਾ। ਦੇਖ ਕੇ ਕਿੰਨੀਆਂ ਜੂਨਾਂ ਦੇ ਵਿੱਚ ਜਾਣਾ ਪੈਂਦਾ, ਗਤੀ ਰੁਕਦੀ ਨਹੀਂ ਆ। ਦੁੱਖ ਸਾਰੇ ਦੇ ਸਾਰੇ ਦੂਰ ਹੋ ਜਾਂਦੇ ਆ। ਜਨਮ ਮਰਨ ਦਾ ਦੁੱਖ ਸਭ ਤੋਂ ਵੱਡਾ ਹੈ। ਟੂਟੇ ਅਨਕ ਕਲੇਸ਼, ਅਨੇਕਾਂ ਹੀ ਕਲੇਸ਼ ਜਿਹੜੇ ਹੈਗੇ ਉਹ ਖਤਮ ਹੋ ਜਾਂਦੇ ਆ, ਟੁੱਟ ਜਾਂਦੇ ਆ। ਮੀਚ ਹੁਟਾ ਹੈ। ਦੇਖ ਕਾਲ ਜਿਹੜਾ ਕਿਵੇਂ ਤੈਨੂੰ ਖਾ ਜਾਂਦਾ ਹੈ, ਕਿਵੇਂ ਤੇਰੀ ਮਨੁੱਖੀ ਜੂਨ ਖਤਮ ਕਰ ਦਿੰਦਾ ਹੈ। ਇਹ ਕਾਲ ਤੋਂ ਬਚ ਜਾਏਗਾ, ਪਰੇ ਹੋ ਜਾਏਗੀ ਇਹ ਮੀਚ ਜਿਹੜੀ ਹੈਗੀ ਕਾਲ ਬਿੱਲੀ। ਜਮ ਤੇ ਛੁਟੇ, ਜਮ ਤੋਂ ਛੁੱਟ ਜਾਏਗਾ। ਧਰਮਰਾਜ ਦੇ ਕੋਲ ਤੇਰੀ ਪੇਸ਼ੀ ਨਹੀਂ ਹੋਏਗੀ। ਹਰ ਕੀਰਤਨ ਪ੍ਰਵੇਸ਼, ਔਰ ਉਹ ਮਾਲਕ ਦੇ ਦਰ ਤੇ ਜਿਹੜਾ ਹੈਗਾ ਉਹ ਕੀਰਤਨ ਹੋ ਰਿਹਾ ਹੈ। ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਉਹਾਂ ਜੋ ਕਾਮ ਤੇਰੇ। ਉਹ ਅੰਮ੍ਰਿਤ ਰਸ ਦੇ ਨਾਲ ਜਿਹੜਾ ਹੈਗਾ ਉਹ ਕੀਰਤਨ, ਜਿਹਦੇ ਨਾਲ ਰਸ ਆਏਗਾ, ਉਹਦੇ ਵਿੱਚ ਤੇਰਾ ਪ੍ਰਵੇਸ਼ ਹੋ ਜਾਏਗਾ। ਆਟੋਮੈਟਿਕਲੀ ਤੇਰੇ ਅੰਦਰ ਚੱਲ ਪਏਗਾ। ਭਾਉ ਬਿਨਸੇ, ਤੇਰਾ ਸਾਰਾ ਡਰ ਜਿਹੜਾ ਹੈਗਾ ਮਾਇਆ ਦੇ ਵਿੱਚ ਪਾਉਣਾ, ਇਹ ਸਾਰਾ ਖਤਮ ਹੋ ਜਾਏਗਾ। ਅੰਮ੍ਰਿਤ ਰਸ ਹੈ, ਅੰਮ੍ਰਿਤ ਦੇ ਵਿੱਚ ਪੂਰੀ ਤਰ੍ਹਾਂ ਰਸ ਜਾਏਗਾ। ਰੰਗ ਰਤੇ ਨਿਰੰਕਾਰ, ਉਸ ਮਾਲਕ ਪਰਮਾਤਮਾ ਦੇ ਨਿਰੰਕਾਰ ਜਿਹਦਾ ਆਕਾਰ ਨਹੀਂ ਹੈਗਾ, ਉਹਦੇ ਰੰਗ ਦੇ ਵਿੱਚ ਰਤਿਆ ਜਾਏਗਾ। ਦੁੱਖ ਦਾਰਿਦਰ ਅਪਵਿੱਤਰਤਾ ਨਾਸੈ ਨਾਮ ਆਧਾਰ। ਨਾਮ ਦਾ ਆਧਾਰ ਲੈ ਲੇਗਾ, ਨਾਮ ਦੀ ਟੇਕ ਕਰ ਲੇਗਾ, ਨਾਮ ਦੇ ਨਾਲ ਲੱਗ ਜਾਏਗਾ, ਤੇ ਤੇਰਾ ਦੁੱਖ ਤੇ ਤੇਰਾ ਦਰਿਦਰਤਾ ਔਰ ਤੇਰਾ ਜਿਹੜਾ ਹੈਗਾ ਮੈਲਾਪਨ, ਸਾਰੀ ਮੈਲ ਦੂਰ ਹੋ ਜਾਏਗੀ। ਸੁਰ ਨਰ ਮੁਨ ਜਨ ਖੋਜਤੇ, ਸੁਖ ਸਾਗਰ ਗੋਪਾਲ। ਕਹਿੰਦੇ ਸੁਰ ਨਰ ਜਿਹੜੇ ਦੇਵਤਿਆਂ ਵਰਗੇ ਇਨਸਾਨ, ਜਿਨ੍ਹਾਂ ਦੇ ਵਿੱਚ ਦੇਵਤਿਆਂ ਵਾਲੇ ਗੁਣ ਆ, ਮੁਨੀ ਲੋਕ ਭਗਤੀ ਕਰਨ ਵਾਲੇ, ਉਸ ਮਾਲਕ ਪਰਮਾਤਮਾ ਨੂੰ, ਸੁੱਖਾਂ ਦੇ ਸਾਗਰ ਨੂੰ, ਉਸ ਗੋਪਾਲ ਮਾਲਕ ਨੂੰ ਖੋਜਦੇ ਆ। ਉਹ ਜਿਹੜੇ ਹੈਗੇ ਤੱਤ ਵਸਤੂ ਨੂੰ ਖੋਜਦੇ ਆ। ਮਨ ਨਿਰਮਲ ਮੁਖ ਉਜਲਾ ਹੋਏ, ਨਾਨਕ ਸਾਧ ਰਵਾਲ। ਉਹਦੇ ਵਾਸਤੇ ਜਿਹੜਾ ਹੈਗਾ ਗੁਰੂ ਦੇ ਦੁਆਰਾ, ਗਾਈਡ ਦੇ ਦੁਆਰਾ, ਬ੍ਰਹਮ ਗਿਆਨ ਦੇ ਦੁਆਰਾ ਜਿਹੜਾ ਹੈਗਾ ਰਾਮ ਰਾਮ ਬੋਲ ਬੋਲ ਖੋਜ ਤੇ ਵਡ ਭਾਗੀ। ਇਸ ਤਰੀਕੇ ਦੇ ਨਾਲ ਖੋਜ ਕਰਨ ਦੇ ਨਾਲ ਮਨ ਨਿਰਮਲ ਹੋ ਜਾਂਦਾ ਹੈ, ਔਰ ਮੁੱਖ ਜਿਹੜਾ ਲੋਕ ਪਰਲੋਕ ਦੇ ਵਿੱਚ ਉਜਲਾ ਹੋ ਜਾਂਦਾ ਹੈ। ਗੁਰੂ ਦੀ ਸ਼ਰਨ ਜਿਹੜੀ ਹੈਗੀ ਇਹ ਬ੍ਰਹਮ ਗਿਆਨ ਦੀ ਸ਼ਰਨ ਲੈਣ ਦੇ ਨਾਲ। ਹਾਂਜੀ ਵੀਰ ਜੀ। ਚਤੁਰਥ ਚਾਰੇ ਵੇਦ ਸੁਣ। ਹਾਂਜੀ, ਚਤੁਰਥ ਚਾਰੇ ਵੇਦ ਸੁਣ, ਸੋਧਿਓ ਤਤ ਵਿਚਾਰ। ਕਹਿੰਦੇ ਚਾਰੋਂ ਵੇਦ ਸੁਣ ਕੇ ਜਿਹੜਾ ਸਾਰਾ ਗਿਆਨ ਦਾ ਨਿਚੋੜ ਜਿਹੜਾ ਤਤ ਵਿਚਾਰ ਜਿਹੜਾ ਹੈਗਾ ਸੋਧ ਕੇ ਦੱਸ ਰਿਹਾ ਤੈਨੂੰ। ਸਰਬ ਖੇਮ ਕਲਿਆਣ ਨਿਧ, ਰਾਮ ਨਾਮ ਜਪ ਸਾਰ। ਕਹਿੰਦੇ ਸਾਰੀ ਕੁਸ਼ਲਤਾ, ਸਾਰਾ ਕਲਿਆਣ ਜਿਹੜਾ ਹੈਗਾ ਇਹਦੇ ਵਿੱਚ ਹੀ ਹੈ। ਇਹ ਪਰਮੇਸ਼ਰ ਦਾ ਨਾਮ ਜਿਹੜਾ ਹੈਗਾ, ਰਾਮ ਨਾਮ, ਇਹੀ ਇਹਨੂੰ ਜਪਣਾ, ਧਿਆਨ ਸਿਮਰਨ, ਇਹੀ ਸਾਰ ਵਸਤੂ ਹੈਗੀ ਆ। ਹਾਂਜੀ ਵੀਰ ਜੀ। ਹੁਣ ਵੇਖ ਲਓ, ਆਪਾਂ ਉਦੋਂ ਵਿਚਾਰ ਹੀ ਕੀਤੀ ਸੀ। ਮੈਂ ਤੁਹਾਨੂੰ ਕਿਹਾ ਸੀ ਨਾ ਕਿ
कि ग्रंथ पढ़ने पैने ਜਾਂ ਜਿਹੜਾ ਪਹਿਲਾਂ ਲਿਖਿਆ ਲਿਟਰੇਚਰ ਹੈ ਜੋ ਵੀ ਆ ਉਹਨੂੰ ਪੜ੍ਹਨਾ ਪੈਣਾ। ਜੋ ਆਪਾਂ ਸਾਇੰਸ ਸੱਚ ਨੂੰ ਕੱਢਾਂਗੇ ਨਾ ਭਲਾ ਕੀ ਕੀ ਕਹਿੰਦੇ ਨੇ। ਹੁਣ ਕਈ ਕਹਿੰਦੇ ਨੇ ਕਿ ਨਿਰਗੁਣ ਬ੍ਰਹਮ ਹੈ, ਕੋਈ ਕਹਿੰਦੇ ਬ੍ਰਹਮ ਹੈਗਾ ਨਿਰਾਕਾਰ ਆ, ਕੋਈ ਕਹਿੰਦੇ ਸਾਰੀ ਆਤਮਾ ਹੀ ਹੈ, ਕੋਈ ਕਹਿੰਦੇ ਜੜ ਆ, ਜੜ ਤੋਂ ਚੇਤਨ ਆਇਆ, ਕੋਈ ਕਹਿੰਦੇ ਚੇਤਨ ਤੋਂ ਜੜ ਆਇਆ। तो ਇਹ ਦੁਨੀਆ ਭਰ ਦੇ ਸਵਾਲ ਨੇ। ਜਦੋਂ ਤੁਸੀਂ ਇਸ ਦਿਸ਼ਾ ਦੇ ਵੱਲ ਜਾਓਗੇ ਨਾ ਤਾਂ ਕਾਫੀ ਸਵਾਲ ਤੁਹਾਨੂੰ ਮਿਲਣੇ ਔਰ ਆਪਾਂ ਤੇ ਹਜੇ ਜਾ ਹੀ ਰਹੇ ਨਾ। ਇਹਨਾਂ ਸਵਾਲਾਂ ਦੇ ਜਵਾਬ ਆਪਾਂ ਲੱਭ ਰਹੇ ਲੱਭਣਗੇ ਆਪਾਂ। ਗੁਰੂ ਜੀ ਇਹ ਸਮਝਾ ਰਹੇ ਨੇ ਇਹ ਜਿਹੜੇ ਮੈਂ ਚਤੁਰ ਪਹਿਲੇ ਬੋਲੋ ਨੇ ਚਤੁਰ ਚਾਰੇ ਵੇਦ ਸੁਣ ਸੋ ਦਿਓ ਤਤ ਵਿਚਾਰ। ਚਾਰੋਂ ਵੇਦ ਚਤੁਰਥ ਮਤਲਬ ਜਿਹੜੀ ਚੌਥ ਦੀ ਡੇਟ ਹੈ, ਚੌਥੀ ਚੰਦਰਮਾ ਦੀ ਤਰੀਕ ਤੋਂ ਚਤੁਰਥੀ ਤੋਂ ਮਹਾਰਾਜ ਦੱਸ ਰਹੇ। ਗਣੇਸ਼ ਚਤੁਰਥੀ ਨਹੀਂ ਕਹਿੰਦੇ, ਚਤੁਰਥੀ। ਇਹ ਚੌਥ ਤੋਂ ਗਿਆਨ ਦੇ ਰਹੇ। ਕਹਿੰਦੇ ਚਾਰ ਵੇਦ ਦਾ ਮਤਲਬ ਹੈ ਵੀ ਜਿਹੜੇ ਧਾਰਮਿਕ ਗ੍ਰੰਥ ਆ, ਸ਼ਬਦ ਬ੍ਰਹਮ ਜਿਹੜਾ ਹੈਗਾ ਇਹਨੂੰ ਸੋਧ ਕੇ ਸੁਣ ਕੇ ਇਹਦਾ ਤੈਨੂੰ ਸ਼ਬਦ ਬ੍ਰਹਮ ਦਾ ਨਿਚੋੜ ਦੇ ਰਿਹਾ ਮੈਂ, ਤੱਤ ਦੀ ਵਿਚਾਰ ਦੇ ਰਿਹਾ ਤੈਨੂੰ। ਜੇ ਤੂੰ ਸਾਰਾ ਕਲਿਆਣ ਚਾਹੁੰਦਾ ਆ ਤੇ ਜੀਵਨ ਦਾ ਫਲ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਪਰਮੇਸ਼ਰ ਦੇ ਨਾਮ ਨੂੰ ਜੁਟ ਜਾ ਪਿਆਰਿਆ। ਇਹੀ ਹੈਗਾ ਭਗਤੀ, ਇਹੀ ਹੈਗੇ ਜਿਹੜੇ ਹੈਗੇ ਇਹ ਧਿਆਨ ਸਿਮਰਨ, ਇਹੀ ਸਾਰ ਵਸਤੂ ਹੈਗੀ ਆ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ। ਹੁਣ ਉਹ ਕਹਿੰਦੇ ਸਾਨੂੰ ਕੀ ਇੰਸਟਰਕਸ਼ਨ ਦੇ ਰਹੇ ਆ। ਪਹਿਲਾਂ ਤਾਂ ਆਪਾਂ ਇੱਕ ਚੀਜ਼ ਨੂੰ ਲੈ ਕੇ ਚੱਲੀਏ ਕਿ ਆਪਾਂ ਗਾਈਡੈਂਸ ਲੈ ਲਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੇ ਸਹੀ ਤਰੀਕੇ ਨਾਲ ਚੱਲਣਾ ਹੈ। ਉਹ ਤੁਹਾਡੀ ਮਰਜ਼ੀ ਹੈ, ਤੁਸੀਂ ਜਿੱਥੇ ਮਰਜ਼ੀ ਜਾ ਸਕਦੇ ਹੋ। ਮੈਂ ਮਨਾ ਥੋੜੀ ਕਰ ਦਿੰਦਾ ਕਿ ਟੀਚਰ ਸਾਹਿਬ ਨੂੰ ਲੈਣਾ ਦੇਣਾ ਤੁਹਾਡਾ ਜੀਵਨ ਹੈ, ਜੋ ਮਰਜ਼ੀ ਕਰੋ। ਉਹ ਜਿਹੜਾ ਸ਼ਬਦ ਪ੍ਰਮਾਣ ਆ ਉਹ ਕਹਿੰਦੇ ਕਿ ਮੈਂ ਸਾਰੇ ਗ੍ਰੰਥ ਪੜ੍ਹੇ, ਚਾਰ ਗ੍ਰੰਥ ਇਹਨਾਂ ਦੇ ਹਿੰਦੂ ਮਤ ਦੇ 4 ਗ੍ਰੰਥ ਉਹ ਵੀ ਪੜ੍ਹੇ। ਸਾਰੇ ਚੈੱਕ ਕਰਨਾ ਪੈਂਦਾ ਬੰਦੇ ਨੂੰ। ਕੋਈ ਵੀ ਚੀਜ਼ ਬਣਾਉਂਦਾ ਹੈ, ਆਪਾਂ ਜਦੋਂ ਕੋਈ ਆਪਣੇ ਨਾਂ ਤੇ ਰਜਿਸਟਰ ਕਰਾਉਣ ਜਾਵਾਂਗੇ ਤੇ ਨਾਲ ਦੇ ਬੰਦੇ ਜਿੱਤੀਆਂ ਕੰਪਨੀਆਂ ਵੀ ਵੇਂਦੀਆਂ ਕੋਈ ਰਜਿਸਟਰ ਕਰਾਉਣ ਤੋਂ ਪਹਿਲਾਂ ਕਿ ਇਹ ਕਾਰਡ ਕਿਸੇ ਨੇ ਹੋਰ ਤੇ ਨਹੀਂ ਕੱਢੀ ਕਿਤੇ। ਠੀਕ ਹੈ ਜੀ ਸਾਹਿਬ? ਬਿਲਕੁਲ। ਪੇਟੈਂਟ ਹੁੰਦਾ ਨਾ, ਪੇਟੈਂਟ ਆਪਣੇ ਨਾਂ ਤੇ ਲਿਖਾਉਣਾ ਪੈਂਦਾ ਤੇ ਚੈੱਕ ਤਾਂ ਕਰਨਾ। ਠੀਕ ਹੈ। ਹੁਣ ਕਹਿੰਦੇ ਕਿ ਸਾਰੇ ਜਿਹੜੇ ਵੇਦ ਪੜ੍ਹੇ ਆ ਨਾ, ਹੁਣ ਆਪਣੇ ਕੋਲ 3 ਚੀਜ਼ਾਂ ਹੈਗੀਆਂ ਨਾ। ਇੱਕ ਹੈਗਾ ਭਗਤੀ, ਗਿਆਨ ਤੇ ਕਰਮ। ਇਹ 3 ਚੀਜ਼ਾਂ 'ਚ ਦੁਨੀਆ ਲੱਗੀ ਹੋਈ ਹੈ। ਪਰ ਪ੍ਰੋਬਲਮ ਇਹ ਆ ਕਿ ਇਹ ਜਿੰਨੂੰ 3 ਚੀਜ਼ਾਂ ਇਕੱਠੀਆਂ ਨਹੀਂ ਚੱਲਣਗੀਆਂ ਤੇ ਆਤਮ ਗਿਆਨ ਨਹੀਂ ਜੋ ਪ੍ਰਾਪਤ ਹੋਣਾ। ਕੋਈ ਭਗਤੀ 'ਚ ਫਸਿਆ ਇਕੱਲੀ, ਜਦ ਕਿ ਕੋਈ ਗਿਆਨ 'ਚ ਫਸਿਆ ਔਰ ਕੋਈ ਕਰਮ 'ਚ ਫਸਿਆ। ਇੱਥੇ ਆਪਾਂ ਨੂੰ ਗੁਰੂ ਜੀ ਆਪਾਂ ਨੂੰ ਸਿੰਪਲ ਕਰਕੇ ਸਮਝਾਉਂਦੇ, ਬੜਾ ਸਿੰਪਲ ਕੀਤਾ ਉਹਨਾਂ ਨੇ। ਕਹਿੰਦੇ ਮੈਂ ਸਾਰੇ ਜਿਹੜੇ ਲੌਜੀਕਲੀ ਜਿਹੜੇ ਸ਼ਾਸਤਰ ਹੈਗੇ ਨੇ, ਦਰਸ਼ਨ ਸ਼ਾਸਤਰ ਮੈਂ ਪੜ੍ਹੇ, ਉਹਨਾਂ 'ਚ ਮੈਂ ਤੁਹਾਨੂੰ ਸਾਰ ਕੱਢ ਕੇ ਦੇ ਰਿਹਾ। ਤੁਸੀਂ ਕਰਮ ਵੱਲ ਨਾ ਭੱਜਿਓ ਤੇ ਤੁਸੀਂ ਗਿਆਨ ਵੱਲ ਵੀ ਨਾ ਭੱਜਿਓ। ਤੁਸੀਂ ਕਰੋ ਭਗਤੀ ਕਰੋ, ਕਿਉਂਕਿ ਸਰਬ ਪੇਖ ਕਲਿਆਣ ਨਿਧ ਰਾਮ ਨਾਮ ਜਪਤਾਰ। ਜਦੋਂ ਤੂੰ ਰਾਮ ਦਾ ਨਾਮ ਜਪੇਗਾ ਨਾ, ਦੂਜੇ ਤੱਤ ਦੋਨੋਂ ਤੇਰੇ 'ਚ ਆਪਣੇ ਆਪ ਹੀ ਆ ਜਾਣਗੇ। ਗਿਆਨ ਜਿਹੜਾ ਨਾ, ਗਿਆਨ ਦੇਖੋ, ਗਿਆਨ ਸਾਡੀ ਆਪਣੀ ਇੱਕ ਸਥਿਤੀ ਹੈ। ਕਿਤਾਬਾਂ 'ਚ ਗਿਆਨ ਨਹੀਂ ਹੈਗਾ। ਗਿਆਨ ਦਾ ਮਤਲਬ ਸਾਡੀ ਇੱਕ ਸੈਂਸ ਹੈ, ਸਾਡੇ ਅੰਦਰ ਇੱਕ ਕੁਆਲਿਟੀ ਹੈ। ਹੁਣ ਘਰਾਂ 'ਚ ਲੜਾਈ ਕਾਹਦੀ ਹੈ? 4 ਜੀ ਰਹਿੰਦੇ ਨੇ, ਜੇ ਤੇ ਚਾਰੇ ਜੀ ਆਪੋ ਆਪਣਾ ਕੰਮ ਕਰਦੇ ਆ ਤੇ ਕੋਈ ਲੜਾਈ ਨਹੀਂ ਹੈ। ਪੰਗਾ ਉਦੋਂ ਪੈ ਜਾਂਦਾ ਹੈ ਕਿ ਜਦੋਂ ਇੱਕ ਜੀ ਆਪਣਾ ਕੰਮ ਪੂਰਾ ਨਹੀਂ ਕਰਦਾ ਔਰ ਉਹਦਾ ਕੰਮ ਫਿਰ ਤਿੰਨਾਂ ਨੂੰ ਕਰਨਾ ਪੈਂਦਾ। ਜੀ ਸਾਹਿਬ ਬਿਲਕੁਲ ਇਹੋ ਪੌੜਾ। ਉਹ ਹੈ ਕਿ ਪੌੜਾ ਦੁਨੀਆ ਤੇ ਇਹੀ ਤਾਂ ਪੌੜਾ ਵਾ। ਲੜਾਈ ਕਾਹਦੀ ਹੈ? ਉਹ ਰਹਿਣਾ ਚਾਹੁੰਦਾ ਹੈ ਘਰ 'ਚ, ਸੁੱਖ ਪੂਰਾ ਹਟਾਉਣਾ ਚਾਹੁੰਦਾ ਹੈ, ਫੈਸਿਲਿਟੀ ਉਹਨੂੰ ਪੂਰੀ ਚਾਹੀਦੀ ਹੈ, ਪਰ ਉਹ ਆਪਣਾ ਕੰਮ ਪੂਰਾ ਨਹੀਂ ਕਰਨਾ ਚਾਹੀਦਾ। ਇਹ ਦੁਨੀਆ ਤੇ ਹੋਰ ਕਾਹਦੀ ਲੜਾਈ ਹੈ? ਇਹੋ ਤੇ ਲੜਾਈ ਹੈ। ਬਿਲਕੁਲ। ਹੁਣ ਜਿਹੜਾ ਬੰਦੇ ਚਾਰ ਬੰਦੇ ਘਰ 'ਚ ਬੈਠੇ, ਸੱਜਣਾ ਕੰਮ ਤੇ ਬਰਾਬਰ ਦਾ ਹੀ ਤੈਨੂੰ ਕਰੇਗਾ ਤੇ ਕੋਈ ਪ੍ਰੋਬਲਮ ਨਹੀਂ, ਉਹ ਘਰ 'ਚ ਸਵਰਗ ਹੈ। ਹੁਣ ਇੱਕ ਬੰਦਾ ਕੰਮ ਚੋਰ ਆ। ਹੁਣ ਫੈਕਟਰੀ 'ਚ ਆ, ਤੁਸੀਂ 20 ਬੰਦੇ ਲੱਗੇ, 20 ਬੰਦਿਆਂ ਦਾ ਕੰਮ ਹੈਗਾ ਇੰਨਾ, 1-2 ਬੰਦੇ ਕੰਮ ਚੋਰ ਨੇ। ਹੁਣ 18 ਬੰਦਿਆਂ ਨੂੰ ਉਹਨਾਂ ਦੋਵਾਂ ਦਾ ਵੀ ਕਰਨਾ ਪੈਣਾ। ਕਿਉਂਕਿ ਇਹ ਬੜੀ ਕਿ ਹੁਣ ਜਦੋਂ ਕੰਮ 20 ਦਾ ਵਾ ਤੇ ਉਹ ਹੁਣ 20 ਕਰਨਗੇ ਤੇ ਤਾਂ ਹੀ ਤੇ ਪ੍ਰੋਪਰ ਹੋਊਗਾ। ਤੇ 2 ਬੰਦੇ ਨਲਾਇਕ ਹੈਗੇ, ਕੋਈ ਇੱਧਰ ਘੁੰਮੇ ਜਾਂਦੇ, ਫੋਨ ਚੱਲ ਗਿਆ, ਕੋਈ ਤੇ ਫੋਨ ਤੇ ਲੱਗਿਆ,
ਅਸਲ 2 ਬੰਦਿਆਂ ਦਾ ਪ੍ਰੋਡਕਸ਼ਨ ਤੇ ਡਾਊਨ ਹੋ ਰਹੀ ਹੈ ਨਾ ਡੀਜਰ ਸਾਹਿਬ। ਬਿਲਕੁਲ ਘਰਾਂ 'ਚ ਤੇ ਇਹੋ ਹੀ ਪ੍ਰੋਬਲਮ ਹੈ। ਘਰਾਂ 'ਚ ਖਾਸ ਕਰਕੇ ਅਕਸਰ ਇਹੀ ਪ੍ਰੋਬਲਮ ਹੈ। ਘਰਾਂ 'ਚ ਸਾਰੇ ਜਦੋਂ ਤੰਦਰੁਸਤ ਬੰਦੇ ਦੀ, ਤੁਹਾਨੂੰ ਦੱਸਿਆ ਤਾਂ ਹੈਗਾ ਸੀ ਕੱਲ੍ਹ ਕਿ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ, ਤੁਹਾਨੂੰ ਚੰਗੀ ਭੁੱਖ ਲੱਗਦੀ ਹੈ, ਔਰ ਅਗਰ ਤੁਸੀਂ ਕੰਮ ਨੂੰ ਬਰਾਬਰ ਕਰਦੇ ਜੋ, ਆਲਸ ਨਹੀਂ ਕਰਦੇ ਜੇ ਤੁਸੀਂ ਇੱਕ ਤੰਦਰੁਸਤ ਬੰਦੇ। ਤੇ ਜਿਹੜਾ ਬੰਦਾ ਆਲਸ ਕਰਨ ਦਿਆ, ਜਿਹੜਾ ਆਪਣਾ ਕੰਮ ਕਰਨਾ ਨਹੀਂ ਚਾਹੁੰਦਾ ਔਰ ਉਹ ਚਾਹੁੰਦਾ ਕਿ ਮੇਰਾ ਕੰਮ ਕੋਈ ਹੋਰ ਕਰੇ, ਉੱਥੇ ਘਰ ਚੜਾਈ ਪਊ, ਉੱਥੇ ਪੱਕਾ ਲੜਾਈ ਪਊ। ਇਹੋ ਬਾਣੀ ਆਪਾਂ ਨੂੰ ਸਮਝਾਉਂਦੀ ਕਿ ਗਿਆਨ, ਭਗਤੀ ਕੀਤੀ ਤੇ ਭਗਤੀ ਤੋਂ ਸਾਨੂੰ ਗਿਆਨ ਹੋਣਾ, ਔਰ ਗਿਆਨ ਨੇ ਕਹਿਣਾ ਕਿ ਚਰਨਜੀਤ ਤੂੰ ਆਪਣਾ ਕੰਮ ਕਰ ਬਸ, ਜਿਹੜਾ ਤੇਰਾ ਕੰਮ ਹੈ, ਕਿਉਂਕਿ ਤੂੰ ਨਹੀਂ ਕਰੇਗਾ ਤੇ ਤੇਰੇ ਘਰ ਦੇ ਕਿਸੇ ਦੂਸਰੇ ਮੈਂਬਰ ਨੂੰ ਕਰਨਾ ਪੈਣਾ ਤੇਰਾ ਕੰਮ। ਹੁਣ ਉਹ ਕੰਮ ਜੇ ਘਰ ਦਾ ਕਰਦਾ ਵੀ ਹੈ ਤੇ ਹੋਰ ਕੋਈ ਸਮਰੱਥਾ ਨਹੀਂ ਹੈਗੀ, ਉਹ ਫਿਰ ਕੀ ਕਰੂਗਾ? ਜੇ ਤਾਂ ਬੇਈਮਾਨੀ ਕਰੂਗਾ। ਸਹੀ ਹੈ, ਬਿਲਕੁਲ। ਘਰ 'ਚ 5-6 ਜੀ ਹੈਗੇ ਆ ਤੇ 5-6 ਜੀ ਜੇ ਇੱਕ ਬੰਦਾ ਕੰਮ ਕਰਨ ਵਾਲਾ 6 ਬੰਦੇ ਉਹਦਾ ਵੇਖ ਕੇ ਵਿਹਲੇ ਬਹਿ ਕੇ ਖਾਂਦੇ ਆ, ਉਹ ਆਪਣਾ ਕੰਮ ਨਹੀਂ ਕਰਦੇ। ਤੇ ਹੁਣ ਜਿਹੜਾ ਕੰਮ ਕਰਨ ਦਿਆ ਵਿਚਾਰਾ ਇੱਕ, ਤੇ ਉਹ ਕੋਈ ਇੰਨੇ ਪੈਸੇ ਨਹੀਂ ਹੈਗੇ, ਤਾਂ ਫਿਰ ਗਲਤ ਤਰੀਕੇ ਨਾਲ ਪੈਸੇ ਲਿਆਊਗਾ ਘਰੇ। ਕਿਤੇ ਕਵਰ ਤੇ ਕਰਨਾ ਹੀ ਹੈ ਨਾ। 6 ਬੰਦਿਆਂ ਨੂੰ ਮਤਲਬ ਖਵਾ ਰਿਹਾ ਹੈ ਤੇ ਕਿੱਥੋਂ ਜਿੱਦਾਂ ਕੋਈ ਨਾ ਕੋਈ ਸਪੋਸਲ ਚਾਹੀਦਾ ਹੀ ਹੈ ਨਾ। ਬਿਲਕੁਲ ਹਾਂ, ਇਹ ਚੀਜ਼ ਹੈਗੀ ਆ ਕਿ ਇੱਥੇ ਸਭ ਤੋਂ ਵੱਡੀ ਰਿਸਪੌਂਸਿਬਿਲਿਟੀ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਸਾਡਾ ਕੰਮ ਹੈ, ਜਿਹੜਾ ਮੇਰਾ ਕੰਮ ਹੈ, ਉਹ ਮੈਨੂੰ ਖੁਦ ਕਰਨਾ ਚਾਹੀਦਾ, ਨਾ ਕਿ ਮੈਂ ਕਿਸੇ ਤੇ ਬੋਝ ਬਣਾ। ਗਿਆਨ ਤੇ ਇਹੋ ਕਹਿੰਦਾ। ਤੇ ਇਹ ਚੀਜ਼ ਨੂੰ ਬੰਦਾ ਉਦੋਂ ਜਾਣਦਾ ਹੈ, ਇਹ ਗੱਲਾਂ 'ਚ ਵੀ ਪਤਾ ਲੱਗਦਾ ਵਾ, ਪਰ ਅਸਲ ਦੇ ਵਿੱਚ ਜਦੋਂ ਅਸੀਂ ਭਗਤੀ ਕਰਦੇ ਹਾਂ ਨਾ, ਤਾਂ ਫਿਰ ਸਾਨੂੰ ਪਤਾ ਲੱਗਦਾ ਸਾਡੀਆਂ ਡਿਊਟੀਆਂ ਕਿਹੜੀਆਂ ਨੇ। ਕਿਉਂਕਿ ਪਹਿਲਾਂ ਤੇ ਬੰਦਾ ਵੀ ਉਸੇ ਜੀਵਨ ਬਤੀਤ ਕਰਦਾ, ਵਿਚਾਰਾਂ 'ਚ ਗਵਾਚਿਆ, ਉਹਨੂੰ ਤਾਂ ਪਤਾ ਹੀ ਨਹੀਂ ਮੈਂ ਕੀ ਕਰਨਾ। ਉਹ ਲੜਾਈਆਂ ਝਗੜੇ ਵੀ ਕਰੀ ਜਾਂਦਾ ਹੈ, ਇਹਨੂੰ ਗਾਲਾਂ ਵੀ ਕੱਢੀ ਜਾਂਦਾ, ਮਾੜਾ ਚੰਗਾ ਵੀ ਬੋਲੀ ਜਾਂਦਾ, ਚੋਰੀ ਵੀ ਕਰੀ ਜਾਂਦਾ। ਜਦੋਂ ਆਪਾਂ ਭਗਤੀ ਕੀਤੀ, ਜਿਹੜਾ ਚੇਤਨ ਹੈ ਨਾ ਸਾਡੇ ਅੰਦਰ, ਚੇਤਨ ਪੁਰਸ਼ ਹੈ, ਪਰਮਾਤਮਾ ਹੀ ਹੈ ਸਾਡੇ ਅੰਦਰ, ਉਸ ਨੇ ਪ੍ਰਗਟ ਹੋਣਾ। ਪਰ ਜਿਵੇਂ ਜਿਵੇਂ ਚੇਤਨਾ, ਹੁਣ ਮੰਨ ਲਓ ਮੈਂ ਬੇਹੋਸ਼ੀ 'ਚ ਹੈਗਾ ਤੇ ਮੈਨੂੰ ਪਤਾ ਹੀ ਨਹੀਂ, ਮੈਂ ਸਾਡੇ ਕਰਮ ਕਰੀ ਜਾਂਦਾ, ਮਾੜੇ ਵੀ ਕਰੀ ਜਾਂਦਾ। ਪਰ ਜਦੋਂ ਮੈਂ ਚੇਤਨ ਹੋ ਗਿਆ, ਮੇਰੀ ਜੜ ਤੋਂ, ਜਿਹੜੀ ਪ੍ਰਕਿਰਤੀ ਤੋਂ ਮੇਰੀ ਬੇਹੋਸ਼ੀ ਟੁੱਟ ਗਈ, ਮੈਨੂੰ ਪਦਾਰਥਾਂ ਤੇ ਆਪਣੇ ਵਿੱਚ ਥੋੜਾ ਜਿਹਾ ਗੈਪ ਨਜ਼ਰ ਆਉਣ ਲੱਗ ਗਿਆ ਕਿ ਪਦਾਰਥ ਮੇਰੇ ਜੀਵਨ ਦਾ ਮਕਸਦ ਨਹੀਂ ਹੈ, ਕਿਉਂਕਿ ਇਹ ਤੇ ਜੜ ਹੈਗੇ, ਪ੍ਰਾਪਤੀ ਕੁਝ ਵੀ ਨਹੀਂ। 25-30 ਸਾਲ ਤੋਂ ਮੈਂ ਕੰਮ ਕਰਨ ਦੇ ਲੱਭਿਆ ਕੁਝ ਵੀ। ਜਦੋਂ ਮੈਂ ਭਗਤੀ ਕਰਦਾ ਤੇ ਫਿਰ ਮੈਨੂੰ ਇਹ ਥੋੜੇ ਜਿਹਾ ਮੇਰਾ ਜਿਹੜਾ ਚਿੱਤ ਹੈ ਨਾ, ਜਿਹੜਾ ਸਾਡਾ ਚਿੱਤ ਆ, ਉਹ ਚਿੱਤ ਵਿਚਾਰਾਂ ਤੋਂ ਮੁਕਤ ਹੁੰਦਾ, ਔਰ ਮੁਕਤ ਹੋਣ ਦੇ ਨਾਲ ਹੁੰਦਾ ਸਾਡੇ ਜੀਵਨ 'ਚ ਚਮਕ ਆਉਂਦੀ। ਫਿਰ ਮੈਨੂੰ ਚੀਜ਼ਾਂ ਜਿੱਦਾਂ ਗੱਡੀ ਦਾ ਸ਼ੀਸ਼ਾ ਨਹੀਂ, ਅਗਲਾ ਵਾਈਪਰ ਮਾਰ ਕੇ ਨਜ਼ਰ ਸਾਹਿਬ, ਫਿਰ ਮੈਨੂੰ ਖੱਡੇ ਦਿਖਦੇ ਆ, ਅਗਲੇ ਬੰਨੇ ਬੰਦਾ ਦਿਖਦਾ ਹੈ, ਅਗਲੇ ਬੰਨੇ ਕੋਈ ਜਾਨਵਰ ਹੀ ਦਿਖਦਾ ਹੈ, ਕੋਈ ਬੱਚੀ ਕੱਟਾ ਆ ਗਿਆ, ਜਾਨਵਰ ਇਹਨੂੰ ਪਤਾ ਨਹੀਂ, ਮੈਂ ਗੱਡੀ ਹੌਲੀ ਕਰ ਲੈਂਦਾ, ਇਹਨੂੰ ਵਿੱਚ ਹੀ ਮਾਰ ਦਿੰਦਾ। ਹੁਣ ਪਹਿਲਾ ਜਿਹੜਾ ਜੀਵਨ ਸੀ ਉਹ ਮੇਰਾ ਹੋਰ ਤਰੀਕੇ ਨਾਲ ਸੀ, ਮੈਂ ਵਹਿੰਦਾ ਹੀ ਨਹੀਂ ਸੀ ਇਹਨਾਂ ਚੀਜ਼ਾਂ। ਹੁਣ ਜਿਵੇਂ ਜਿਵੇਂ ਮੇਰੇ ਤੇ ਚੇਤਨਾ ਆ ਗਈ ਨਾ, ਤੇ ਮੈਨੂੰ ਪਤਾ ਲੱਗ ਗਿਆ ਕਿ ਜੇ ਧਰਤੀ ਤੇ ਮੈਂ ਵੀ ਜੀਣਾ ਚਾਹੁੰਦਾ ਵਾਂ ਤੇ ਦੂਜੇ ਵੀ ਜੀਣਾ ਚਾਹੁੰਦੇ ਆ। ਜੇ ਮੈਂ ਆਪਣੇ ਜੀਵਨ ਦੇ ਲਈ ਦੂਜਿਆਂ ਨੂੰ ਮਾਰ ਰਿਹਾ ਤੇ ਇਹ ਮੈਨੂੰ ਸੋਚਣਾ ਚਾਹੀਦਾ ਨਜ਼ਰ ਸਾਹਿਬ। ਬਿਲਕੁਲ। ਇਨਸਾਨੀਅਤ ਆਊਗੀ ਤੇ ਤਾਂ ਹੀ ਤੇ ਮੈਨੂੰ ਪਤਾ ਲੱਗੂ ਨਾ। ਗੱਲਾਂ ਥੋੜੀ ਗੱਲ ਬਣ ਜਿਹੜੀ ਗ੍ਰੰਥ ਪੜ੍ਹੇ ਤੇ ਸਾਰਾ ਦਿਨ ਮੈਂ ਦੂਜੇ ਕੰਮ ਕਰੀ ਜਾਵਾਂ। ਹੁਣ ਇੱਥੇ ਆਪਾਂ ਨੂੰ ਗਿਆਨ ਹੋਣਾ ਕਿ ਇਹ ਜੇ ਮੈਂ ਕਿਸੇ ਦਾ ਹੱਕ ਵੀ ਮਾਰਦਾ ਤੇ ਇਹਦਾ ਮਤਲਬ ਮੇਰਾ ਨਹੀਂ ਹੈਗਾ, ਉਹ ਤੇ ਕਿਸੇ ਦਾ। ਇਹ ਜਿਹੜੀ ਸ਼ਕਤੀ ਸਾਨੂੰ ਉਦੋਂ ਆਉਣੀ ਜਦੋਂ ਅਸੀਂ ਭਗਤੀ ਕਰਨੀ। ਹਾਂਜੀ ਜੀ, ਦੱਸੋ ਅਗਲੀ ਟੋਪਿਕ। ਨਰਕ ਨਿਵਾਰੈ ਦੁੱਖ ਹਰੈ ਟੂਟੇ ਅਨਕ ਕਲੇਸ਼। ਦੇਖ ਲਾ ਇਹਦੇ ਵਿੱਚ ਤੇਰਾ ਜਿਹੜਾ ਨਰਕਾਂ ਦਾ ਜਿਹੜਾ ਜਾਣਾ ਹੈ, ਜੇ ਜੂਨਾਂ 'ਚ ਜਾਣਾ ਜਿਹੜਾ ਹੈਗਾ ਇਹ ਖਤਮ ਹੋ ਜਾਏਗਾ, ਤੇਰੇ ਦੁੱਖ ਦੂਰ ਹੋ ਜਾਣਗੇ, ਔਰ ਅਨੇਕਾਂ ਹੀ ਕਲੇਸ਼ ਜਿਹੜੇ ਹੈਗੇ ਆ ਐਵੇਂ ਹੀ ਸਹਿੜੀ ਜਾ ਰਹੇ ਆ, ਜਿਹੜੇ ਆਪਣੀ ਹੋਂਦ ਦੇ ਨਾਲ ਜਿਹੜੀ ਹੈਗੀ, ਆਪਣੇ ਹੰਕਾਰ ਦੇ ਨਾਲ ਜਿਹੜੀ ਹੈਗੀ ਆ, ਉਹ ਸਾਰੇ ਦੇ ਸਾਰੇ ਟੁੱਟ ਜਾਣਗੇ। ਮੀਚ ਹੁਟਾ, ਦੇਖ ਕਾਲ ਜਿਹੜਾ ਹੈਗਾ ਤੈਨੂੰ ਬਾਰ-ਬਾਰ ਜੂਨਾਂ 'ਚ ਆ ਰਿਹਾ ਹੈ, ਬਾਰ-ਬਾਰ ਮਨੁੱਖ ਜੂਨ ਪਾ ਰਿਹਾ ਹੈ, ਬਾਰ-ਬਾਰ ਫਿਰ ਜਿਹੜਾ ਹੈਗਾ ਤੈਨੂੰ ਖਾ ਲੈਂਦਾ ਹੈ ਕਾਲ, ਉਹ ਵੀ ਹਟ ਜਾਏਗਾ। ਜਮ ਤੇ ਛੁਟਾ, ਜਮ ਕੋਲ ਪੇਸ਼ੀ ਤੇਰੀ ਛੁੱਟ ਜਾਏਗੀ, ਜੂਨਾਂ ਦੇ ਵਿੱਚ ਜਾਣ ਤੋਂ ਬਚ ਜਾਏਗਾ। ਹਰ ਕੀਰਤਨ ਪ੍ਰਵੇਸ਼, ਤੇਰੇ ਅੰਦਰ ਉਹ ਐਸਾ ਕੀਰਤਨ ਜਿਹੜਾ ਹੈਗਾ ਪਰਮੇਸ਼ਰ ਦੇ ਦਰ ਦਾ ਜਿਹੜਾ ਹੈਗਾ ਉਹ ਤੇਰੇ ਅੰਦਰ ਚੱਲ ਪਏਗਾ ਭਾਈ। ਭਾਵ ਬਿਨਸੇ ਅੰਮ੍ਰਿਤ ਰਸ ਹੈ, ਦੇਖ ਤੇਰੇ ਸਾਰੇ ਦੇ ਸਾਰੇ ਡਰ ਖਤਮ ਹੋ ਜਾਣਗੇ, ਅੰਮ੍ਰਿਤ ਦੇ ਨਾਲ ਰਸ ਜਾਏਗਾ, ਤੇਰੇ ਅੰਦਰ ਅੰਮ੍ਰਿਤ ਦਾ ਝਰਨਾ ਚੱਲ ਪਏਗਾ। ਰੰਗ ਰਤੇ ਨਿਰੰਕਾਰ, ਉਸ ਮਾਲਕ ਪਰਮਾਤਮਾ ਦੇ ਰੰਗ ਦੇ ਵਿੱਚ ਰਤਿਆ ਜਾਏਗਾ। ਹਾਂਜੀ ਵੀਰ ਜੀ।
हाँ जी ठीक है जी। ਹੁਣ ਹੁਣ ਬਾਣੀ ਆਪਾਂ ਨੂੰ ਕਹਿ ਰਹੀ ਆ ਸ਼ਬਦ ਪ੍ਰਮਾਣ ਗ੍ਰੰਥ ਜਿਹੜੇ ਸਾਡੇ ਬਜ਼ੁਰਗ ਲਿਖ ਕੇ ਗਏ ਨੇ, ਸਾਨੂੰ ਸੁਣਾ ਦੇ ਕੇ ਗਏ ਮੈਸੇਜ, ਉਸ ਨੂੰ ਵਿਸ਼ਵਾਸ ਕਰ ਲਿਆ ਗੁਰੂ ਗ੍ਰੰਥ ਸਾਹਿਬ ਤੋਂ ਗਾਂ ਤੇ ਕੋਈ ਹੈ ਨਹੀਂ ਨਾ ਨਿਜਰ ਸਾਹਿਬ। ਬਿਲਕੁਲ ਇਹਨਾਂ ਤੇ ਆਪਾਂ ਚੀਜ਼ ਨੂੰ ਯਕੀਨ ਹੋ ਗਿਆ ਕਿ ਇਹ ਜਿਹੜੇ ਸਾਨੂੰ ਸਕ੍ਰਿਪਚਰ ਦੇ ਕੇ ਗਏ ਨੇ, ਜੋ ਸਾਨੂੰ ਮੈਪ ਦੇ ਕੇ ਗਏ ਨੇ, ਸਾਨੂੰ ਦੱਸ ਕੇ ਗਏ ਨੇ ਸ਼ਬਦ ਪ੍ਰਮਾਣ, ਜੇ ਤੁਸੀਂ ਭਗਤੀ ਕਰੋਗੇ ਤੇ ਕੀ ਹੋਊਗਾ। ਅਗਲੇ ਬੰਦੇ ਕਹਿੰਦੇ ਨਰਕ ਨਿਵਾਰੇ, ਜਦੋਂ ਤੂੰ ਭਗਤੀ ਕਰੇਂਗਾ ਤੈਨੂੰ ਨਰਕ ਤੋਂ ਮੁਕਤੀ ਮਿਲ ਜੂਗੀ, ਦੁੱਖ ਹਰੇ। ਔਰ ਤੇਰੇ ਜੀਵਨ ਦੇ ਜਿਹੜੇ ਦੁੱਖ ਨੇ, ਮਰਨਾ ਜੰਮਣਾ ਹੀ ਦੁੱਖ ਨੇ, ਸਭ ਤੋਂ ਵੱਡਾ। ਹਾਂ, ਕਲੇਸ਼ ਦਾ ਮਤਲਬ ਹੁੰਦਾ ਕਿ ਐਵੇਂ ਲੜਾਈ ਝਗੜੇ ਫਾਲਤੂ ਦੇ। ਹਾਂ, ਕੋਈ ਪੀੜਾ, ਕੋਈ ਕਸ਼ਟ, ਕੋਈ ਤਕਲੀਫਾਂ, ਤੈਨੂੰ ਇਹਨਾਂ ਤੋਂ ਮੁਕਤੀ ਮਿਲ ਜੂਗੀ। ਇੱਕ ਤੈਨੂੰ ਨਰਕ ਤੋਂ ਮੁਕਤੀ ਮਿਲੂਗੀ, ਤੇਰੇ ਦੁੱਖ ਜਿਹੜੇ ਤੇਰੇ ਜੀਵਨ ਦੇ ਉਹ ਪ੍ਰਮਾਤਮਾ ਹਰ ਲਏਗਾ। ਵੈਸੇ ਵੀ ਤੁਸੀਂ ਤੁਹਾਡੀ ਸੁਰਤੀ ਲੀਨ ਹੋ ਗਈ ਨਾ ਆਤਮਾ ਚ, ਤੁਹਾਡੇ ਸਾਹਮਣੇ ਜੋ ਮਰਜ਼ੀ ਹੋ ਜਾਏ, ਤੁਹਾਡੇ ਸਰੀਰ ਚ ਦੁੱਖ ਨਹੀਂ ਹੋਊਗਾ, ਤੁਹਾਨੂੰ ਦੁੱਖ ਨਹੀਂ ਅਨੁਭਵ ਹੋਊ। ਬਣ ਗਿਆ ਵਾ ਜੋ ਨਰ ਦੁੱਖ में दुख ना, ਏਦਾਂ दुख नहीं माने, जो नर दुख में दुख नहीं माने। हाँ आगे, जो नर दुख में दुख नहीं माने, नहीं यार ਦੁੱਖ ਹੈਗੀ ਹੈ। हाँ ਚਲੋ ਕੋਈ ਨਹੀਂ। ਹਾਂ, ਉਹ ਨਰ ਜਿਹੜਾ ਹੁੰਦਾ ਦੁੱਖ ਚ ਦੁੱਖ ਨਹੀਂ ਮੰਨਦਾ। ਕਿਉਂ ਨਹੀਂ ਮੰਨਦਾ? ਕਿਉਂਕਿ ਉਹ हाँ सुख स्नेह और पै नहीं जाके कंचन माटी मान जाने, इस तरह होता है। जो नर दुख में दुख नहीं माने, सुख स्नेह और पै नहीं जाके कंचन माटी माने, इस तरह होता। ਹਾਂ ਠੀਕ ਹੈ, ਦੁੱਖ ਮੈਂ ਦੁੱਖ ਨਹੀਂ ਮੰਨਣਾ, ਇਹ ਨਹੀਂ ਮੰਨਣ ਦੀ ਲੋੜ ਨਹੀਂ। ਜਦੋਂ ਸਾਡੀ ਸੁਰਤੀ ਪੁਰਸ਼ ਚ ਚੱਲ ਗਈ ਨਾ, ਪ੍ਰਕਿਰਤੀ ਦੇ ਵਿੱਚ ਕੁਝ ਵੀ ਹੋ ਜਾਏ, ਸਾਡੇ ਅੰਦਰ ਦੁੱਖ ਨਹੀਂ ਹੋਣਾ। ਇਹ ਜਿਹੜਾ ਪ੍ਰਕਿਰਤੀ ਚ ਦੁੱਖ ਕਿਉਂ ਸਾਨੂੰ ਨਜ਼ਰ ਆਉਂਦਾ ਹੈ? ਕਿਉਂਕਿ ਅਸੀਂ ਮੋਹ ਦੇ ਕਰਕੇ ਜੁੜੇ ਹੋਏ ਹਾਂ। ਇਸ ਚੀਜ਼ ਦੀ ਇੱਕ ਬਹੁਤ ਵੱਡੀ ਇੱਕ ਕਸਵੱਟੀ ਹੈ। ਦੇਖੋ, ਆਤਮ ਗਿਆਨ ਸਾਨੂੰ ਪ੍ਰਾਪਤ ਹੋ ਰਿਹਾ ਕਿ ਨਹੀਂ ਹੋ ਰਿਹਾ, ਇਹਦੀ ਪਰਖ ਇਹੋ ਹੀ ਆ ਕਿ ਸਾਨੂੰ ਜਿਹੜਾ ਦੁੱਖ ਜਿਹੜਾ ਲੱਗਦਾ ਨਾ, ਹੁਣ ਦੁੱਖ ਅਨੁਭਵਦਾ ਹੈ, ਭਗਤੀ ਕਰਨ ਦੇ ਨਾਲ ਇਹ ਦੁੱਖ ਨੇ ਘਟਦੇ ਜਾਣਾ। ਇਹ ਬਾਣੀ 'ਚ ਲਿਖਿਆ ਹੈ। ਪਹਿਲੀ ਗੱਲ ਤੇ ਨਰਕ ਨਿਵਾਰੇ, ਨਰਕ ਵਰਗਾ ਜਿਹੜਾ ਜੀਵਨ ਹੈ ਉਸ ਤੋਂ ਬੰਦੇ ਨੂੰ ਮੁਕਤੀ ਮਿਲ ਜੂ। ਦੁੱਖ ਹਰੇ, ਸਾਡੇ ਜਿਹੜੇ ਦੁੱਖ ਨੇ, ਸਾਡੇ ਜਿਹੜੇ ਕਸ਼ਟ ਨੇ, ਸਾਡੇ ਕਲੇਸ਼ ਨੇ, ਉਹ ਵੀ ਜਿਹੜੇ ਨੇ ਸਾਡੇ ਉਹ ਖਤਮ ਹੋ ਜਾਣ। ਪਰ ਜੀਵਨਿਆਂ ਦੇ ਖਤਮ ਹੋਣੇ ਨੇ ਜੇ ਸਾਹਿਬ, ਮਰਨ ਤੋਂ ਬਾਅਦ ਦੀਆਂ ਗੱਲਾਂ ਤੇ ਚਲੋ ਉਹ ਤੇ ਅਗਲਾ ਹੋ ਗਿਆ ਨਾ। ਨਰਕ ਦਾ ਮਤਲਬ ਜਿਹੜਾ ਮਰਨ ਤੋਂ, ਕਈਆਂ ਲੋਕਾਂ ਦਾ ਜੀਵਨ ਹੀ ਨਰਕ ਆ। ਉਹ ਮੈਂ ਵੇਖਣੇ ਨਾ ਜੀਵਦੇ ਵੀ ਨੇ ਸਾਹਿਬ, ਕਈ ਜੀਵਨ ਨਰਕ ਹੈਗਾ। ਉਹ ਕਹਿੰਦੇ ਉਹ ਸਾਰੇ ਤੋਂ ਮੁਕਤੀ ਮਿਲੂਗੀ। ਤੇ ਹਾਂਜੀ ਨੇ ਸਾਹਿਬ ਅੱਗੇ ਚਲੋ। ਮੀਚ ਹੁਟੈ, ਮੀਚ ਕਹਿੰਦੇ ਆ ਜਿਹੜੀ ਆ ਇਹ ਕਾਲ ਕਹਿੰਦੇ ਪਾਸੇ ਹੋ ਜਾਏਗਾ ਭਾਈ। ਜਿਹੜਾ ਤੇਰਾ ਮਨੁੱਖੀ ਜੀਵਨ ਨੂੰ ਜਿਹੜਾ ਹੈਗਾ ਬਿਲਕੁਲ ਤੈਨੂੰ ਇਹ ਆਤਮਾ ਵਾਲੇ ਪਾਸੇ ਤੇ ਜਿਹੜਾ ਹੈਗਾ ਤੈਨੂੰ ਜਾਣ ਹੀ ਨਹੀਂ ਦਿੰਦਾ ਭਾਈ। ਜਮ ਤੇ ਛੁੱਟੇ, ਜਮ ਤੋਂ ਤੇਰਾ ਜਿਹੜਾ ਹੈਗਾ ਛੁਟਕਾਰਾ ਹੋ ਜਾਏਗਾ। ਬਾਰ-ਬਾਰ ਜਮ ਜਿਹੜੇ ਹੈਗੇ ਜੂਨਾਂ ਦੇ ਵਿੱਚ ਜਾਣਾ ਪੈਂਦਾ ਹੈ। ਹਰ ਕੀਰਤਨ ਪ੍ਰਵੇਸ਼ ਔਰ ਪਰਮੇਸ਼ਰ ਦੀ ਜਿਹੜੀ ਹੈਗੀ ਭਗਤੀ ਅੰਮ੍ਰਿਤ ਰਸ ਦੇ ਨਾਲ ਜਿਹੜਾ ਹੈਗਾ ਉਹ ਤੇਰੇ ਅੰਦਰ ਐਸਾ ਕੀਰਤਨ ਚੱਲ ਪਏਗਾ, ਤੇਰੇ ਅੰਦਰ ਜਿਹੜਾ ਹੈਗਾ ਉਹ ਜਿਹੜਾ ਹੈਗਾ ਮਾਲਕ ਦੇ ਦਰ ਤੇ ਜਿਹੜਾ ਹੈਗਾ ਕੀਰਤਨ ਹੋ ਰਿਹਾ ਆ। ਉਹਦੇ ਵਿੱਚ ਆਉਂਦਾ ਹੈ ਵੀ ਆਖਰੀ ਦੇ ਵਿੱਚ ਗੁਰੇ ਸੁਭ ਦ੍ਰਿਸ਼ਟ ਸਭ ਉਪਰੇ ਕਰੀ, ਜਿਸ ਕੇ ਹਿਰਦੇ ਮੰਤਰ ਦੇ ਹਰੀ, ਅਖੰਡ ਕੀਰਤਨ ਤਿਨ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ। ਜਿਹੜਾ ਪੂਰੇ ਸਤਿਗੁਰੂ ਦੇ ਨਾਲ ਬ੍ਰਹਮ ਗਿਆਨ ਦੇ ਨਾਲ ਲੱਗ ਗਿਆ ਪਾਏ, ਉਹਦੇ ਅੰਦਰ ਉਹ ਅਖੰਡ ਕੀਰਤਨ ਚੱਲ ਪੈਂਦਾ ਹੈ। ਮੀਚ ਹੁਟੈ ਜਮ ਤੇ ਛੁਟੈ, ਹਰ ਕੀਰਤਨ ਪ੍ਰਵੇਸ਼। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਕਿ ਭਾਉ ਬਿਨ ਤੇ ਮੀਚ ਹਟੇ ਜਮ ਤੇ ਛੁਟੇ, ਜਮ ਤੋਂ ਬੰਦੇ ਨੂੰ ਮੁਕਤੀ ਮਿਲ ਜਾਂਦੀ ਹੈ। ਉਹਨੂੰ ਜਮਰਾਜ ਨਹੀਂ ਖੜਦੇ, ਉਹ ਬੰਦਾ ਮੁਕਤ ਹੋ ਜਾਂਦਾ, ਜਿਉਂਦੇ ਜੀ ਮੁਕਤ ਹੋ ਜਾਂਦਾ। ਉਹਦੀ ਮਤਲਬ ਉਹਦਾ ਜਿਹੜਾ 84 ਦਾ ਗੇੜਾ ਜਿਹੜਾ ਹੈ ਖਤਮ ਹੋ ਜਾਂਦਾ, ਉਹ ਖਤਮ ਹੋ ਜਾਂਦਾ। ਉਹ ਬੰਦਾ ਜਿਹੜਾ ਜਿਉਂਦੇ ਜੀ ਮੁਕਤ ਹੋ ਜਾਂਦਾ ਔਰ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ। ਤੇ ਹੁਣ ਜਮਾਂ ਦੇ ਵਿੱਚ ਕੌਣ ਜਾਂਦੇ ਨੇ? ਜਿਨ੍ਹਾਂ ਦਾ ਜੀਵਨ ਜਿਹੜਾ ਹੈ ਉੱਚਾ ਨਹੀਂ ਹੈ, ਜਿਨ੍ਹਾਂ ਨੇ ਆਪਣੇ ਜੀਵਨ ਚ ਰਤਨ ਨਹੀਂ, ਨਾਮ ਰੂਪੀ ਰਤਨ ਨਹੀਂ ਇਕੱਠਾ ਕੀਤਾ ਔਰ ਜੀਵਨ ਗਲਤ ਡਾਇਰੈਕਸ਼ਨ ਚ ਚਲਾਇਆ। ਭਾਵੇਂ ਜਿੱਥੇ ਮਰਜੀ ਗਏ ਨੇ, ਪਰਵਾਹ ਨਹੀਂ ਕੀਤੀ, ਗੱਡੀ ਜਿੱਥੇ ਮਰਜੀ ਲੈ ਗਏ ਨੇ।
ਬਿਲਕੁਲ ਕਾਮ ਕ੍ਰੋਧ ਲੋਭ ਹੰਕਾਰ ਦੇ ਨਾਲ ਜਿਹੜਾ ਹੈਗਾ ਉਹਨਾਂ ਨੇ ਜਿਹੜੇ ਹੈਗੇ ਅਵਗੁਣਾਂ ਦੇ ਨਾਲ ਜਿਹੜੀ ਹੈਗੀ ਆ ਦੂਜਿਆਂ ਨੂੰ ਜਿਹੜੀ ਹੈਗੀ ਤਕਲੀਫ ਦੇ ਕੇ ਜਿਹੜੀ ਹੈਗੀ ਆ ਆਪਣੇ ਸਵਾਦ ਪੂਰੇ ਕੀਤੇ ਆ ਉਹਨਾਂ ਨੇ। ਉਹ ਜਮ ਦੇ ਕੋਲ ਜਾਂਦੇ ਹਾਂ ਤੇ ਉਹ ਵੇਖ ਲਓ ਕਹਿੰਦੇ ਕਿ ਉਹ ਜਾਮਾਂ ਦਾ ਡਰ ਉਹਨੂੰ ਆ ਜਿਹਦੇ ਕੋਲ ਹੁਣ ਆਪਣੇ ਮਹੱਲੇ 'ਚ ਪੁਲਿਸ ਆਈ ਹੋਵੇ ਤੇ ਡਰਦਾ ਕੌਣ ਹੈ? ਚੋਰ ਹੀ ਡਰਦਾ, ਕहीं ਡਰਦਾ ਚੋਰ ਹੀ ਜਰੂਗਾ। ਮੇਰੇ ਲੋਕ 50 ਪੁਲਿਸ ਆ ਜਾਏ, ਆਰਮੀ ਆ ਜਾਏ, ਜੋ ਮਰਜੀ ਆ ਜਾਏ, ਮੈਨੂੰ ਕਾ ਡਰ ਹੈ? ਮੈਂ ਕੋਈ ਚੋਰੀ ਕੀਤੀ, ਮੈਂ ਕੋਈ ਮਗਲਰ ਥੋੜੀ ਹੈਗਾ। ਪਰ ਜਿੰਨੇ ਇਹ ਕੰਮ ਕੀਤਾ ਉਹਨੂੰ ਡਰਨ ਦੀ ਲੋੜ ਹੈ ਨਹੀਂ ਜੈਸਾ। ਬਿਲਕੁਲ ਇਹ ਚੀਜ਼ ਬਾਣੀ ਆਪਾਂ ਨੂੰ ਇਹ ਸਮਝਾਉਂਦੀ ਹੈ ਕਿ ਜਮਾਂ ਦਾ ਡਰ ਜਿਹੜਾ ਤੇਰਾ ਨਾ ਜਿਹੜਾ ਤੇਰਾ ਉਹ ਖਤਮ ਹੋ ਜਾਏ। ਹਾਂਜੀ ਨਿਜਰ ਸਾਹਿਬ ਅਗਲੀ ਤੋਂ ਬੋਲ ਦੋ। ਪਾਉ ਬਿੰਸ ਹੈ ਤੇਰਾ ਜਿਹੜਾ ਹੈਗਾ ਡਰ, ਮਾਇਆ ਦਾ ਡਰ, ਜੂਨਾ ਦਾ ਡਰ। ਪਾਉ ਬਿੰਸ ਹੈ ਅੰਮ੍ਰਿਤ ਰਸ ਹੈ। ਅੰਮ੍ਰਿਤ ਦੇ ਨਾਲ ਪੂਰੀ ਤਰ੍ਹਾਂ ਰਸ ਸਰਸਾਰ ਹੋ ਜਾਏਗਾ ਜਦ ਤੂੰ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪੱਥਰ ਜਿਹੜੇ ਆ ਪਾਸੇ ਕੀਤੇ ਤੇ ਆਪਣੇ ਆਪ ਅੰਦਰੋਂ ਝਰਨਾ ਅੰਮ੍ਰਿਤ ਦਾ ਚੱਲ ਪੈਣਾ ਹੈ। ਰੰਗ ਰਤੇ ਨਿਰੰਕਾਰ, ਉਸ ਮਾਲਕ ਪਰਮਾਤਮਾ ਦੇ ਰੰਗ ਦੇ ਵਿੱਚ ਰਤਿਆ ਜਾਏਗਾ, ਨਿਰੰਕਾਰ ਦੇ ਜਿਹਦਾ ਕੋਈ ਆਕਾਰ ਨਹੀਂ ਹੈ। ਦੁੱਖ ਦਾਰਿਦਰ ਅਪਵਿੱਤਰਤਾ ਨਾਸੈ ਨਾਮ ਆਧਾਰ। ਦੇਖ ਦੁੱਖ, ਸਾਰੇ ਦੁੱਖ, ਦਰਿਦਰਪੁਣਾ ਤੇ ਸਾਰੀ ਮੈਲ ਜਿਹੜੀ ਹੈਗੀ ਮਨ ਦੀ ਨੱਠ ਜਾਏਗੀ ਪਾਈ, ਜਿਹੜਾ ਨਾਮ ਦਾ ਆਧਾਰ, ਨਾਮ ਦਾ ਆਸਰਾ ਲੈਂਦਾ ਹੈ। ਔਰ ਆਖਰੀ ਦੇ ਵਿੱਚ ਮਹਾਰਾਜ ਕਹਿੰਦੇ ਆ ਸੁਰ ਨਰ ਮੁਨ ਜਨ ਖੋਜਤੇ ਸੁਖ ਸਾਗਰ ਗੋਪਾਲ। ਸਾਰੇ ਜਿਹੜੇ ਦੇਵਤੇ ਮਨੁੱਖ ਜੂਨ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਕੋਲ ਦੇਵਤਿਆਂ ਵਾਲੇ ਗੁਣ ਹੁੰਦੇ ਆ, ਸੁਰ ਨਰ ਦੇਵਤਿਆਂ ਵਾਲੇ ਗੁਣਾਂ ਵਾਲੇ ਨਰ, ਮੁਨੀ ਜਨ ਜਿਹੜੇ ਹੈਗੇ ਭਗਤੀ ਕਰਨ ਵਾਲੇ, ਖੋਜਦੇ ਆ ਸੁਖ ਸਾਗਰ ਗੋਪਾਲ, ਸੁੱਖਾਂ ਦੇ ਸਾਗਰ ਉਸ ਮਾਲਕ ਪਰਮਾਤਮਾ ਨੂੰ ਉਹ ਵੀ ਪ੍ਰਗਟ ਹੋ ਜਾਂਦਾ ਹੈ ਪਾਏ। ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਧ ਰਵਾਲ। ਕਿਹਦੇ ਅੰਦਰ ਪ੍ਰਗਟ ਹੁੰਦਾ ਹੈ? ਜਿਹੜਾ ਬ੍ਰਹਮ ਗਿਆਨ ਲੈਂਦਾ ਹੈ, ਸਾਧੂਆਂ ਦੀ ਰਵਾਲ ਲੈਂਦਾ ਹੈ, ਸਾਧ ਸੰਗਤ ਕਰਦਾ ਹੈ, ਉਹਦਾ ਮਨ ਨਿਰਮਲ ਹੋ ਜਾਂਦਾ ਹੈ, ਮੁਖ ਲੋਕ ਪਰਲੋਕ ਦੇ ਵਿੱਚ ਉਜਲਾ ਹੋ ਜਾਂਦਾ ਹੈ ਔਰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਹਾਂਜੀ ਵੀਰ ਜੀ। ਹਾਂਜੀ ਨਿਜੇ ਤੋਂ ਦੁਬਾਰਾ ਬੋਲ ਦੋ, ਅੱਜ ਮੇਰਾ ਥੋੜਾ ਕੰਮ ਟਾਈਟ ਹੈ। ਹਾਂਜੀ ਬੋਲੋ। ਪਾਉ ਬਿਨਸੇ ਅੰਮ੍ਰਿਤ ਰਸੈ ਰੰਗ ਰਤੇ ਨਿਰੰਕਾਰ, ਦੁੱਖ ਦਾਰਿਦਰ ਅਪਵਿੱਤਰਤਾ ਨਾਸੈ ਨਾਮ ਆਧਾਰ। ਦੁੱਖ ਤੇ ਦਰਿਦਰਤਾ ਤੇ ਮੈਲ ਮਨ ਦੀ ਜਿਹੜੀ ਹੈਗੀ, ਇਹ ਜਿਹੜੇ ਆਪਣੇ ਅੰਦਰ ਜਿਹੜੀਆਂ ਲੀਹਾਂ ਬਣੀਆਂ ਹੋਈਆਂ, ਜਿਹੜੇ ਸੰਸਕਾਰ ਆਪਣੇ ਅੰਦਰ ਜਿਹੜੇ ਬਾਰ-ਬਾਰ ਇਹ ਰਸਾਂ ਦੇ ਵੱਲ ਜਿਹੜੇ ਹੈਗੇ ਆਪਾਂ ਨੂੰ ਦੁਨੀਆ ਦੇ ਪਦਾਰਥਾਂ ਵੱਲ ਖਿੱਚਦੇ ਆ, ਕਹਿੰਦੇ ਇਹਦੀ ਖਿੱਚ ਵੀ ਜਿਹੜੀ ਹੈਗੀ ਨਾਮ ਦਾ ਆਸਰਾ ਲੈਣ ਦੇ ਨਾਲ ਇਹ ਵੀ ਦੂਰ ਹੋ ਜਾਏਗੀ। ਔਰ ਸੁਰ ਨਰ, ਹਾਂਜੀ 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 ਬੋਲੋ ਜੀ। ਹਾਂ ਪਹਿਲਾਂ ਇੰਨਾ ਕਰ ਲੈ ਦੋ ਮੈਨੂੰ ਨਿਜਰ ਸਾਹਿਬ, ਫਿਰ ਕੋਈ ਲੰਮਾ ਹੋ ਜਾਣਾ। ਠੀਕ ਹੈ ਜੀ। ਹੁਣ ਸਾਧ ਸੰਗਤ ਜੀ ਦੇਖੋ, ਉਹ ਸ਼ਬਦ ਪ੍ਰਮਾਣ ਚ ਸਾਨੂੰ ਕੀ ਸਮਝਾਉਂਦੇ? ਉਹ ਕਹਿੰਦੇ ਜਦੋਂ ਤੂੰ ਭਗਤੀ ਕਰਨੀ ਸ਼ੁਰੂ ਕੀਤੀ ਤਰੀਕੇ ਨਾਲ, ਫਿਰ ਕੀ ਹੋਣਾ ਹੈ? ਭਾਵ ਬਿਨਸੇ ਜਿਹੜਾ ਤੇਰੇ ਅੰਦਰ ਡਰ ਆ ਭਾਵ ਉਹ ਖਤਮ ਹੋ ਜਾਏਗਾ। ਅੰਮ੍ਰਿਤ ਰਸੇ ਤੇਰੇ ਜੀਵਨ ਚ ਅੰਮ੍ਰਿਤ ਆਊਗਾ। ਠੀਕ ਹੈ ਨੀ ਜਦੋਂ ਬਿਲਕੁਲ ਡਰ ਜਿਹੜਾ ਹੈ ਡਰ ਖਤਮ ਹੋ ਜਾਊਗਾ। ਤੈਨੂੰ ਜਿਹੜਾ ਡਰ ਲੱਗਿਆ ਨਾ ਕਿ ਸੜਕ 'ਚ ਜਾਣਦੇ ਆ, ਉੱਥੇ ਕੋਈ ਧਾਰਮਿਕ ਸਥਾਨ ਵੇਖਿਆ ਨਾਲ ਹੀ ਗੱਡੀ ਖਿਲਾਰ ਕੇ ਮੱਥਾ ਟੇਕਣ ਡੈ ਪਏ, ਇਹਨਾਂ ਡਰਾਂ ਤੋਂ ਮੁਕਤ ਹੋ ਜਾਏਗਾ। ਤੈਨੂੰ ਪਤਾ ਲੱਗ ਜਾਊਗਾ ਕਿ ਇਹ ਡਰਨਾ ਕਿਸ ਤੋਂ ਹੈ ਜਾਂ ਕਿਸ ਤੋਂ ਨਹੀਂ ਡਰਨਾ। ਤੈਨੂੰ ਸਹੀ ਦਾ ਗਿਆਨ ਪਤਾ ਲੱਗ ਜਾਏਗਾ। ਜਿਹੜਾ ਤੂੰ ਸੋਚਦੇ ਆ ਇੱਧਰ ਉੱਧਰ ਮੂਰਤੀਆਂ ਮਾਰਤੀਆਂ ਚ ਫੋਟੋਆਂ ਚ ਭੜਕਦੇ ਆ, ਉੱਥੇ ਕੁਛ ਵੀ ਨਹੀਂ ਹੈਗਾ। ਉਹ ਤੈਨੂੰ ਗਿਆਨ ਹੋ ਜਾਣਾ ਹੈ। ਦੇਖੋ ਇੱਕ ਚੀਜ਼ ਨੂੰ ਆਪਾਂ ਦੱਸਣ, ਆਪਨੇ 6-7 ਮਹੀਨੇ ਭਗਤੀ ਕੀਤੀ ਨਾ, ਤੁਸੀਂ ਪ੍ਰਮਾਤਮਾ ਨੂੰ ਮੱਥਾ ਟੇਕਣਾ ਵੀ ਹਟ ਜਾਣਾ। ਕਿਉਂ ਹਟ ਜਾਣਾ ਵਾ? ਅੰਦਰ ਪਤਾ ਲੱਗ ਜਾਣਾ ਕਿ ਮੇਰੇ ਚ ਤੇ ਪ੍ਰਮਾਤਮਾ ਚ ਕੋਈ ਗੈਪ ਨਹੀਂ ਹੈਗਾ, ਮੱਥਾ ਕਿਉਂ ਟੇਕਾਂ ਮੈਂ? ਰਾਈਟ ਹੈ ਨਿਜਰ ਸਾਹਿਬ? ਬਿਲਕੁਲ। ਤੁਸੀਂ ਥੋੜਾ ਸਮਾਂ ਭਗਤੀ ਕੀਤੀ 8-9 ਮਹੀਨੇ, ਤੁਸੀਂ ਵੈਗਰੂ ਕਹਿਣਾ ਵੀ ਹਟ ਜਾਣਾ ਵਾ। 2-3 ਵਾਰੀ ਕਹਿਣਾ ਤੇ ਚੌਥੀ ਵਾਰੀ ਕਿਹਾ ਹੀ ਨਹੀਂ ਜਾਣਾ ਤੁਹਾਡੇ ਤੋਂ। ਨਹੀਂ ਕਹਿਣਾ ਕਿਹਨੂੰ ਵੈਗਰੂ ਕਵਾਂ, ਉਹ ਕਿਹਨੂੰ ਸੁਣਾਉਣਾ ਹੈ? ਤੁਹਾਡਾ ਉਹ ਬਿਨ ਬੋਲਿਆ ਸਭ ਕੁਝ ਜਾਣਦਾ, ਉਹ ਤੁਹਾਡੀ ਅਵਸਥਾ ਬਣਨੀ ਹੈ ਆਟੋਮੈਟਿਕਲੀ। ਜੇ ਤੇ ਕੁਝ ਸਹੀ ਨਕਸ਼ਾ ਲੈ ਕੇ ਜਾਵਾਂਗੇ ਨਾ
ਤੇ ਸਾਨੂੰ ਕੁਝ ਲੱਭਣਾ ਹੀ ਆ, ਤੇ ਜੇ ਨਕਲੀ ਨਕਸ਼ਾ ਫੜਿਆ ਹੋਇਆ ਤਾਂ ਕੁਝ ਨਹੀਂ ਲੱਭਣਾ, ਕੋਈ ਚੀਜ਼ ਹੈ ਹੀ ਨਹੀਂ ਉੱਥੇ। ਸ਼ਬਦ ਪ੍ਰਮਾਣ ਬੜਾ ਜ਼ਰੂਰੀ ਹੈ, ਕਿਉਂਕਿ ਅਨੁਮਾਨ ਜਿਹੜਾ ਹੈ ਆਪਾਂ ਅੰਦਾਜ਼ਾ ਲਾਉਂਦੇ। ਹੁਣ ਜਿੱਦਾਂ ਕੋਈ ਫਿਲਮ ਵੇਖਦੇ ਆਪਾਂ, ਪਹਿਲਾਂ ਆਪਾਂ ਨਹੀਂ ਵੇਖਦੇ ਕਿ ਸੱਜਣ ਗਿਆ ਉੱਥੇ ਫਿਲਮ ਵੇਖੀ ਉਹਨੇ ਕਹਿਤਾ ਕਿ ਚਰਨਜੀਤ ਦੀ ਫਿਲਮ ਬੜੀ ਵਧੀਆ ਲੱਗੀ ਆ, ਉਹਨੇ ਥੋੜੀ ਜਿਹੀ ਡਿਟੇਲ ਦਿੱਤੀ ਆਪਣੇ ਮਨ ਚ, ਡਿਟੇਲ ਸੁਣੀ, ਆਪਾਂ ਕਹਾਂਗੇ ਕਹਾਣੀ ਕਾਹਦੀ, ਉਹਨਾਂ ਕਹਿਣਾ ਜੀ ਏਦਾਂ ਦੀ ਸਟੋਰੀ ਹੈਗੀ ਹੈ, ਜਿਹੜੀ ਹੈ ਫਿਲਮ ਏਦਾਂ ਦੀ ਕਹਾਣੀ। ਹੁਣ ਸਾਡੇ ਮਨ ਚ ਕੀ ਜਗਿਆਸਾ ਪੈਦਾ ਹੋ ਗਈ ਨੇ ਜੈਸਾ, ਹੁਣ ਜਗਿਆਸਾ ਪੈਦਾ ਹੋ ਗਈ, ਫਿਰ ਮੈਂ ਅਨੁਮਾਨ ਲਗਾਉਣਾ ਸ਼ੁਰੂ ਕਰਤਾ ਕਿ ਹਾਂ ਵੀ ਉਹ ਸਟੋਰੀ ਚ ਏਦਾਂ ਹੋਊਗਾ, ਫਿਰ ਏਦਾਂ ਹੋਊਗਾ, ਫਿਰ ਮੈਂ ਉਹਦੇ ਮੇਰੇ ਮਨ ਚ ਪ੍ਰੋਸੈਸ ਸ਼ੁਰੂ ਹੋਇਆ। ਇਸ ਲਈ ਜਗਿਆਸਾ ਬੜੀ ਜ਼ਰੂਰੀ, ਇੱਛਾ ਕਰਨੀ ਬਹੁਤ ਜ਼ਰੂਰੀ। ਉਹ ਤਾਂ ਬ੍ਰਹਮ ਕਿੱਥੋਂ ਮਿਲੂਗਾ, ਪਹਿਲਾਂ ਇੱਛਾ ਤੇ ਪ੍ਰਗਟ ਹੋਵੇ ਨਾ, ਗੱਲਾਂ ਗ੍ਰੰਥਾਂ ਨੂੰ ਪੜਾਂਗੇ ਤੇ ਤਾਂ ਹੀ ਤੇ ਜਗਿਆਸਾ ਜਾਗਣੀ ਨੇ ਜੈਸਾ। ਬਿਲਕੁਲ, ਉਸ ਚੀਜ਼ ਦੇ ਬਾਰੇ ਜਿਸਾ ਸੁਣਾਂਗੇ ਤੇ ਫਿਰ ਸਾਡੀ ਬੁੱਧੀ ਵੀ ਸੂਖਮ ਹੋਊਗੀ, ਫਿਰ ਅਸੀਂ ਵੀ ਲਾਗੇ ਬੰਨੇ ਵੇਖਣਾ ਸ਼ੁਰੂ ਕਰਾਂਗੇ ਕਿ ਇਹ ਪ੍ਰਕਿਰਤੀ ਹੈ, ਤਾਰੇ ਤੂਰੇ ਹੈ, ਜਿਹੜਾ ਪਾਣੀ ਪੁਣੀ, ਜਿਹੜੀ ਹਵਾ, ਆਕਸੀਜਨ, ਇਹ ਤੇ ਸਿਸਟਮੈਟਿਕਲੀ ਕੰਮ ਚੱਲਣ ਦੇ ਆਏ ਤੇ ਇਹ ਆਇਆ ਕਿੱਥੋਂ ਆ? ਇੰਨੀ ਪਲੈਨਿੰਗ ਕਿਹਨੇ ਕੀਤੀ? ਇਹ ਸੱਚੀ ਕੋਈ ਇਹ ਐਵੇਂ ਤੇ ਨਹੀਂ ਆ ਗਿਆ ਕਿ ਸੱਚੀ ਦੇ ਪਿੱਛੇ ਕੀ ਹੈਗਾ, ਤੇ ਜੇ ਕੋਈ ਹੈਗਾ ਤੇ ਫਿਰ ਤਾਂ ਧਿਆਨ ਦੇਣ ਦੀ ਲੋੜ ਹੈ, ਤੇ ਬੇਵਕੂਫੀ ਇੱਥੇ ਜਗ੍ਹਾ ਨਹੀਂ ਹੈਗੀ ਨਜ਼ਰ ਦਾ। ਬਿਲਕੁਲ ਠੀਕ ਹੈ ਜੀ, ਹਾਂ ਬਿਲਕੁਲ। ਦੇਖੀਏ ਕਿ ਇਹ ਜਿਹੜਾ ਸਾਡਾ ਆਲਾ ਦੁਆਲਾ ਵਾ ਬੜਾ ਸਿਸਟਮ ਹੈ। ਤੁਹਾਡੇ ਵੇਖੋ, ਤੁਹਾਡੇ ਮੂੰਹ ਤੇ ਵਾਲ ਥੋੜੀ ਹੈਗੇ, ਜਿੱਥੇ ਲੋੜ ਉੱਥੇ ਹੀ ਵਾਲ ਆ। ਦਾੜੀ ਦੇ ਵਾਲ ਹੋਰ ਨੇ, ਸਿਰ ਦੇ ਵਾਲ ਤੁਹਾਡੇ ਹੋਰ ਨੇ, ਤੁਹਾਡੀਆਂ ਬਾਹਾਂ ਦੇ ਵਾਲ ਹੋਰ ਨੇ, ਤੁਹਾਡੇ ਭਰੋਟਿਆਂ ਦੇ ਵਾਲ ਹੋਰ ਨੇ, ਤੁਹਾਡੀਆਂ ਚਿਮਣੀਆਂ ਦੇ ਵਾਲ ਵੱਖਰੇ ਨੇ। ਅਬ ਜਸਟ ਦੇਖੋ, ਇਹ ਡਿਜ਼ਾਈਨਰ ਜਿਹੜਾ ਵਾ, ਉਹ ਜਿਹੜਾ ਚਿੱਤਰਕਾਰ ਹੈ, ਉਹ ਚਿੱਤਰਕਾਰ ਬੈਠਾ ਵਾ ਉੱਥੇ, ਇੱਥੇ ਸਾਰਾ ਬ੍ਰਹਮ ਉਹਦੇ ਅੰਦਰ ਹੀ ਆ, ਤੇ ਉਹਦੇ ਅੰਦਰ ਤੇ ਹੈਗਾ ਸਾਰਾ ਕੁਛ। ਜੇ ਚਿੱਤਰਕਾਰ ਦੀ ਬਣਾਈ ਹੋਈ ਚੀਜ਼ ਨੂੰ ਆਪਾਂ ਮਤਲਬ ਅੰਡਰਸਟੈਂਡ ਨਹੀਂ ਕਰਦੇ ਔਰ ਇੱਕ ਬੇਵਕੂਫ ਵਾਂਗੂ ਜੀਵਨ ਬਤੀਤ ਕਰੀ ਜਾਂਦੇ ਆ, ਫਿਰ ਆਹ ਜਿਹੜੀਆਂ ਗੱਲਾਂ ਨਹੀਂ ਹੋਣੀਆਂ। ਨਾ ਤੇ ਭਾਵ ਬਿੰਦਤਾ ਹੈ, ਨਾ ਨਰਕ ਨਿਵਾਰੇ, ਨਾ ਦੁੱਖ ਹਰੇ, ਤੇ ਆਹ ਜਿਹੜਾ ਕਲੇਸ਼ ਵੀ ਨਹੀਂ ਖਤਮ ਹੋਣਾ। ਇਹ ਕਦੋਂ ਖਤਮ ਹੋਣਾ ਵਾ? ਜਦੋਂ ਅਸੀਂ ਭਗਤੀ ਕਰਾਂਗੇ। ਉਹ ਫਿਰ ਆਟੋਮੈਟਿਕਲੀ ਕਹਿੰਦੇ ਆ, ਉਹ ਕਹਿੰਦੇ ਭਗਤੀ ਕਰ, ਆ ਆਪਣੇ ਆਪ ਹੀ ਹੋਊਗਾ ਨਿਜਰ ਸਾਹਿਬ। ਬਿਲਕੁਲ, ਬਾਣੀ ਇਹ ਥੋੜੀ ਕਹਿੰਦੀ ਕਿ ਲੋਕਾਂ ਨਾਲ ਲੜਨਾ ਬੰਦ ਕਰ ਦੇ। ਉਹ ਕਹਿੰਦੇ ਜਿਹੜਾ ਕਲੇਸ਼ ਹੈ ਇਹ ਤੈਨੂੰ ਨਹੀਂ ਪਤਾ ਲੱਗਦਾ, ਹਨੇਰੀ ਨੇ ਦੂਰ ਨਹੀਂ ਹੋਣਾ, ਤੂੰ ਚਾਨਣ ਜਗਾ ਬਸ ਭਗਤੀ ਦਾ। ਬਿਲਕੁਲ, ਆਟੋਮੈਟਿਕਲੀ ਤੇਰੇ ਅੰਦਰ ਗਿਆਨ ਆਊਗਾ ਤੇ ਤੇਰੇ ਜਿਹੜੇ ਕਰਮਾਂ ਤੇ ਕੀ ਹੋਣਗੇ। ਤਰਪੜ ਕਿਤੇ ਹੋ ਰਿਹਾ ਤੇ ਤੂੰ ਏਦਾਂ ਕਰ ਰਿਹਾ ਕਿ ਕੰਮ ਕਿਤੇ ਹੋਰ ਜਗ੍ਹਾ ਤੇ ਕਰ ਰਿਹਾ, ਤੂੰ ਪਰਛਾਵੇਂ ਨੂੰ ਸਹੀ ਕਰ ਰਿਹਾ। ਪਰਛਾਵੇਂ ਦੀ ਛੱਡ ਦੇ ਖੈੜਾ, ਜਿਹੜੀ ਚੀਜ਼ ਦਾ ਪਰਛਾਵਾਂ ਬਣਦਾ ਪਿਆ ਉਹਨੂੰ ਫੜ, ਮਨ ਨੂੰ ਫੜ। ਠੀਕ ਹੈ, ਹੁਣ ਅਗਲੇ ਬੰਦੇ ਕੇ ਭਾਵ ਪਿੰਡ ਤੇ ਅੰਮ੍ਰਿਤ ਰਤੇ ਰੰਗ ਰਤੇ ਨਿਰੰਕਾਰ, ਔਰ ਫਿਰ ਕੀ ਹੋਊਗਾ? ਭਾਵ ਪਿੰਡ ਚ ਜੂਗਾ ਤੇ ਅੰਮ੍ਰਿਤ ਦੇ ਵਿੱਚ ਰਸ ਚ ਆਪਾਂ ਚੱਲ ਜਾਂਗੇ। ਤੇ ਰੱਤੇ ਦਾ ਮਤਲਬ ਹੁੰਦਾ ਕਿ ਨਿਰੰਕਾਰ ਦੇ ਰੰਗ ਚ ਹੀ ਰੱਤੇ ਜਾਣਾ ਹੈ। ਜਿੱਦਾਂ ਵੱਟੀ ਨਹੀਂ ਹੁੰਦੀ, ਵੱਟੀ ਤੇਲ ਚ ਡਬੋਤੀ ਦੀਵੇ ਦੀ, ਉਹਦੇ ਚ ਤੇ ਤੇਲ ਚ ਕੋਈ ਭੇਦ ਨਹੀਂ ਰਹਿ ਗਿਆ, ਹੁਣ ਇੱਕ ਹੋ ਗਈ ਉਹ। ਤੇ ਅਸੀਂ ਵੀ ਕਹਿੰਦੇ ਰੱਤੇ ਜਾਵਾਂਗੇ। ਹੁਣ ਜਦੋਂ ਰੱਤੇ ਜਾਵਾਂਗੇ ਫਿਰ ਕੀ ਹੋਗਾ ਨਿਜਰ ਸਾਹਿਬ? ਅੱਗੇ ਅਗਲੀ ਤੁਕ ਬੋਲੋ। ਅਗਲੀ ਤੁਕ ਤਾਂ ਬਹੁਤ ਕਮਾਲ ਦੀ ਹੈ ਜੀ। ਸੁਰਨਰ ਮੁਨਜਨ ਖੋਜ ਤੇ ਸੁਖ ਸਾਗਰ ਦੁੱਖ ਦਰਿਦਰ ਅਪਵਿੱਤਰਤਾ ਨਾਸੈ ਨਾਮ ਆਧਾਰ। ਕਹਿੰਦੇ ਦੁੱਖ ਤੇ ਦਰਿਦਰਤਾ, ਤੇਰੀ ਗਰੀਬੀ ਜਿਹੜੀ ਹੈਗੀ ਤੇਰੀ, ਕਹਿੰਦੇ ਤੇ ਨਾਲੇ ਤੇਰੀ ਮਨ ਦੀ ਮੈਲ ਤੇ ਤਨ ਦੀ ਮੈਲ, ਸਾਰਾ ਕਹਿੰਦੇ ਆ ਅਪਵਿੱਤਰ ਜਿਹੜਾ ਹੈਗਾ ਤੂੰ ਜਨਮਾਂ ਜਨਮਾਂ ਦਾ, ਇਹ ਸਾਰੇ ਨਸ ਜਾਣਗੇ ਨਾਮ ਨੂੰ ਜੇ ਆਧਾਰ ਬਣਾ ਲੇਗਾ। ਬਿਲਕੁਲ ਠੀਕ ਹੈ। ਉਸਲੀ ਤੋਂ ਫਿਰ ਮੈਂ ਪੜਦਾ। ਆਪ ਜਸਟ ਧਿਆਨ ਦਿਓ ਸਾਧ ਸੰਗਤ ਜੀ, ਬਾਣੀ ਨੂੰ ਵਿਚਾਰਨਾ, ਆਪਾਂ ਸਮਝਣਾ। ਬਾਣੀ ਬਹੁਤ ਤਗੜਾ ਗੂੜ ਗਿਆਨ ਕਰਦੀ, ਨੂੰ ਸਮਝਣਾ, ਉਸ ਲੈਵਲ ਤੇ ਜਾ ਕੇ ਸਮਝੀਏ। ਤੂੰ ਹੀ ਲੈਣਾ ਕਿਤੇ ਗੱਲ ਕਲੀਅਰ ਕਰਨ ਦੇ। ਕਹਿੰਦੇ ਭਾਉ ਬਿਨ ਤੇ ਸਭ ਤੋਂ ਪਹਿਲਾਂ ਤੇਰਾ ਡਰ ਖਤਮ ਹੋਊਗਾ। ਤੂੰ ਡਰਦਾ ਫਿਰਦਾ, ਲੋਕਾਂ ਨੇ ਤੈਨੂੰ ਡਰਾਇਆ, ਤੇਰਾ ਡਰ ਖਤਮ ਹੋ ਜਾਊਗਾ। ਤੂੰ ਡਰੇਗਾ ਨਹੀਂ ਕਿਸੇ ਤੋਂ, ਤੈਨੂੰ ਜੀਵਨ ਦਾ ਪਤਾ ਲੱਗ ਜਾਊਗਾ। ਤੈਨੂੰ ਪਤਾ ਲੱਗ ਜਾਊਗਾ ਕਿ ਭਰਮ ਕੀ ਹੈ ਤੇ ਅਸਲੀ ਕੀ ਹੈ। ਕਿਉਂਕਿ ਡਰ ਕਰਕੇ ਤੈਨੂੰ ਭਰਮ ਹੈਗਾ, ਤੈਨੂੰ ਇੱਕ ਕਰਕੇ ਲੋਕਾਂ ਨੇ ਵਹਿਮ ਪਾਤਾ ਤੇ ਤੈਨੂੰ ਪਤਾ ਨਹੀਂ ਲੱਗਣ ਦਿਆ ਕਿ ਡਰਨਾ ਜਾਂ ਨਹੀਂ ਡਰਨਾ। ਉਹ ਡਰ ਤੇਰਾ ਉਦੋਂ ਖਤਮ ਹੋਣਾ ਜਦੋਂ ਉਹ ਦੋਸਤ ਅਵਸਥਾ ਤੇ ਜਾਏਗਾ। ਕਹਿੰਦਾ ਅੰਮ੍ਰਿਤ ਰਤੇ ਰੰਗ ਰਤੇ ਨਿਰੰਕਾਰ, ਜਿੱਥੋਂ ਰੰਗ ਨਿਰੰਕਾਰ ਦੇ ਰੰਗ ਦੇ ਵਿੱਚ ਰੱਖਾ ਜਾਏਗਾ ਨਾ, ਜਿੱਦਾਂ ਦੀਵੇ ਦੀ ਵੱਟੀ ਤੇਲ ਚ ਵੜ ਗਈ, ਇੱਕੋ ਹੀ ਰੂਪ ਹੋ ਗਿਆ। ਫਿਰ ਅਗਲੇ ਬੰਨੇ ਕਹਿੰਦੇ ਦੁੱਖ ਦਰਿਦਰ ਅਪਵਿੱਤਰਤਾ ਨਾ ਤੇ ਨਾਮ ਆਧਾਰ। ਫਿਰ ਤੇਰੇ ਜੀਵਨ ਦਾ ਦੁੱਖ ਖਤਮ ਹੋ ਜਾਣਾ, ਤੇਰੇ ਜੀਵਨ ਦਾ ਦਰਿਦਰ ਖਤਮ ਹੋ ਜਾਣਾ, ਅਪਵਿੱਤਰਤਾ ਤੇਰੇ ਮਨ ਦੀ ਖਤਮ ਹੋ ਜਾਣੀ। ਤੇਰਾ ਸ਼ੁੱਧ ਜਿਹੜਾ ਨਾ ਇੱਕਦਮ ਬਿਲਕੁਲ ਪਿੱਛੇ ਮੋਤੀ ਵਰਗਾ ਤੇਰਾ ਜੀਵਨ ਹੋ ਜਾਊਗਾ, ਇੱਕਦਮ ਪਵਿੱਤਰ ਹੋ ਜਾਏਗਾ। ਕੋਈ ਵੀ ਮਾਤਾ ਮਲੀਨ ਨਹੀਂ ਰਹੂਗੀ, ਇੱਕਦਮ ਪਵਿੱਤਰ ਨੇ ਜਿਹੜਾ। ਸਹੀ ਹੈ, ਬਿਲਕੁਲ। ਹਾਂਜੀ, ਅਗਲੀ ਤੁਕ ਤੁਸੀਂ ਬੋਲੋ। ਅਗਲੀ ਤੁਕ ਤਾਂ ਕਮਾਲ ਕੀਤੀ ਪਈ ਹੈ ਗੋਰਖੀ ਸਾਹਿਬ। ਦੇਖੋ ਕਹਿੰਦੇ ਸੁਰ ਨਰ ਮੁਨ ਜਨ ਖੋਜ ਤੇ ਸੁਖ ਸਾਗਰ ਗੋਪਾਲ।
ਕਹਿੰਦੇ ਜਿਹੜੇ ਹੈਗੇ ਆ ਦੇਵਤਿਆਂ ਵਰਗੇ ਜਿਹੜੇ ਹੈਗੇ ਗੁਣਾਂ ਵਾਲੇ ਮਨੁੱਖ, ਮੁਨੀ ਲੋਕ, ਭਗਤੀ ਕਰਨ ਵਾਲੇ ਜਿਹੜੇ ਹੈਗੇ ਆ, ਖੋਜ ਰਹੇ ਆ ਜਿਹਨੂੰ, ਉਹ ਸੁੱਖਾਂ ਦੇ ਸਾਗਰ ਨੂੰ, ਉਸ ਗੋਪਾਲ ਨੂੰ, ਮਾਲਕ ਪਰਮਾਤਮਾ ਨੂੰ। ਕਹਿੰਦੇ ਜਦ ਤੇਰੇ ਅੰਦਰ ਭਉ ਬਿਨਸੇ ਅੰਮ੍ਰਿਤ ਰਸੇ, ਰੰਗ ਰਤੇ ਨਿਰੰਕਾਰ, ਤੇ ਦੁੱਖ ਦਰਿੱਤਰ ਤੇਰੀ ਅਪਵਿੱਤਰਤਾ ਨਸ ਗਈ, ਨਾਮ ਦਾ ਆਧਾਰ ਬਣ ਗਿਆ, ਮਨ ਨਿਰਮਲ ਹੋ ਗਿਆ, ਮੁਖ ਉਜਲਾ, ਤੇਰਾ ਮੁਖ ਉਜਲਾ ਹੋ ਗਿਆ, ਹੋਏ ਨਾਨਕ ਸਾਧ ਰਵਾਲ। ਔਰ ਜਦ ਤੂੰ ਸਾਧੂ ਦੀ, ਬ੍ਰਹਮ ਗਿਆਨੀਆਂ ਦੀ ਰਵਾਲ, ਉਹਨਾਂ ਦੇ ਅਨੁਸਾਰ ਚੱਲਿਆ, ਤੇ ਉਹ ਮਾਲਕ ਪਰਮਾਤਮਾ ਜਿਹਨੂੰ ਤੂੰ ਲੱਭ ਰਿਹਾ ਸੀਗਾ, ਤੈਨੂੰ ਉਹ ਤੇਰੇ ਅੰਦਰ ਹੀ ਮਿਲ ਗਿਆ। ਉਹ ਮਾਲਕ ਪਰਮਾਤਮਾ, ਤੈਨੂੰ ਪਤਾ ਲੱਗਿਆ ਵੀ ਤੂੰ ਮਾਲਕ ਹੀ ਹੋ ਗਿਆ ਆ, ਮਾਲਕ ਦਾ ਹੀ ਰੂਪ ਹੋ ਗਿਆ ਆ, ਤੇਰੇ ਅੰਦਰੋਂ ਮੈਲ ਸਾਰੀ ਨਿਕਲ ਗਈ ਆ। ਤੂੰ ਜਿਹੜਾ ਹੈਗਾ, ਤੇਰੀ ਆਤਮਾ ਜਿਹੜੀ ਹੈਗੀ ਆ, ਉਹ ਆਤਮ ਬ੍ਰਹਮ ਜਿਹੜਾ ਹੈਗਾ ਤੇਰੇ ਅੰਦਰ, ਆਪਣੇ ਆਪ ਹੀ ਜਿਹੜਾ ਹੈਗਾ ਤੂੰ ਬ੍ਰਹਮ ਹੀ ਰਹਿ ਗਿਆ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਪੁਆਇੰਟ ਦੀ ਗੱਲ ਉਹਨਾਂ ਨੇ ਕਰਤੀ ਹੈ। ਕਹਿੰਦੇ ਭਗਤੀ ਕੀਤੀ, ਬਾਕੀ ਕੰਮ ਸਾਰਾ ਆਪੇ ਹੋ ਗਿਆ। ਮਲੀਨਤਾ ਆਪੇ ਖਤਮ ਹੋ ਗਈ, ਚਿੱਕੜ ਆਪੇ ਉਤਰ ਗਿਆ। ਤੂੰ ਗੱਡੀ ਆਪਣੀ ਉੱਥੇ ਲੈ ਜਾ ਕਾਰ ਵਾਸਤੇ, ਉਹ ਭਗਤੀ ਰੂਪੀ ਕਾਰ ਵਾਸਤੇ ਆ, ਉਹ ਕਾਰ ਵਾਸਤੇ। ਉਹ ਕਿੱਦਾਂ ਗੱਡੀ ਸਾਫ਼ ਕਰਨੀ ਆ, ਕਿਹੜਾ ਡਿਟਰਜੈਂਟ ਵਰਤਣਾ ਹੈ, ਕਿਹੜਾ ਤੇਲ ਵਰਤਣਾ ਹੈ, ਕਿਹੜਾ ਜੈਟ ਵਰਤਣਾ ਹੈ, ਉਹ ਵੈਕਿਊਮ ਕਰਨੀ ਹੈ, ਕੀ ਕਰਨੀ, ਉਹ ਭਗਤੀ ਨੇ ਆਪੇ ਸਾਰਾ ਕੁਝ ਕਰਕੇ ਤੇਰੀ ਮਲੀਨਤਾ ਜਿਹੜੀ ਹੈਗੀ ਆ, ਜਿਹੜਾ ਮਾਇਆ ਦਾ ਪ੍ਰਭਾਵ ਹੈ, ਉਹਨੂੰ ਨਸ਼ਟ ਕਰਕੇ ਇਹ ਸਾਰੀਆਂ ਚੀਜ਼ਾਂ ਤੇਰੇ ਤੋਂ ਅਲੱਗ ਕਰ ਦੇਣੀਆਂ ਨੇ। ਇੱਕ ਤੇ ਕਹਿੰਦੇ ਨਰਕ ਤੋਂ ਵੀ ਤੈਨੂੰ ਨਵਾਰਿਆ ਜਾਏਗਾ, ਫਿਰ ਤੇਰੇ ਦੁੱਖ ਸਾਰੇ ਕੱਟੇ ਜਾਣਗੇ, ਤੇ ਤੇਰੀ ਜ਼ਿੰਦਗੀ ਦੇ ਕਲੇਸ਼ ਵੀ ਖਤਮ ਹੋ ਜਾਣ। ਤੇਰੇ ਜੀਵਨ ਚ ਕੀਰਤਨ ਆ ਜਾਊਗਾ, ਆਨੰਦਮਈ ਕੀਰਤਨ, ਸੱਚ ਆਨੰਦ। ਤੇਰਾ ਮਨ ਜਿਹੜਾ ਆਨੰਦ ਜੀ ਰਹੂਗਾ, ਕਿਹੜੇ ਜੀ ਰਹੂ, ਬਿਲਕੁਲ ਥੱਲੇ ਨਹੀਂ ਆਊਗਾ। ਉੱਥੇ ਤੇਰਾ ਪ੍ਰਵੇਸ਼ ਹੋ ਜਾਏਗਾ, ਭਾਵ ਤੇਰਾ ਖਤਮ ਹੋ ਜਾਊਗਾ। ਤੈਨੂੰ ਡਰ ਹੀ ਨਹੀਂ ਕਿਸੇ ਦਾ। ਹੁਣ ਤੈਨੂੰ ਪਤਾ ਲੱਗ ਗਿਆ ਮੇਰਾ ਬ੍ਰਹਮ ਦੇ ਨਾਲ ਹੋ ਗਿਆ, ਮੇਰਾ ਰਿਸ਼ਤਾ ਤੇ ਇਹ ਤੇ ਕੁਝ ਵੀ ਨਹੀਂ ਦੁਨੀਆ ਇਹਦਾ ਕਰੀ ਜਾਂਦਾ ਲੋਕਾਂ ਦੇ ਸਾਹਮਣੇ, ਬਾਬਾ ਜੀ ਉਹ ਤੈਨੂੰ ਪਤਾ ਲੱਗ ਜਾਣਾ ਸੱਚ ਕੀ ਹੈ, ਝੂਠ ਕੀ। ਗਿਆਨ ਹੋ ਗਿਆ, ਆਪਣਾ ਗਿਆਨ ਪ੍ਰਗਟ ਹੋ ਗਿਆ ਤੇਰੇ। ਹੁਣ ਤੈਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ, ਔਰ ਤੈਨੂੰ ਖੁਦ ਅੰਦਰੋਂ ਹੀ ਸ਼ਕਤੀ ਆਊਗੀ। ਤੈਨੂੰ ਇਹ ਨਾ ਸ਼ਕਤੀ ਨਿਰਭਉ ਏਦਾਂ ਬਾਹਰੋਂ ਨਹੀਂ ਆਇਆ ਜਾ ਸਕਦਾ। ਭਾਵ ਦਾ ਮਤਲਬ ਇਹ ਅਗਿਆਨ ਤੋਂ ਮੁਕਤ ਹੋ ਜਾਏਗਾ, ਤੂੰ ਵਹਿਮਾਂ ਭਰਮਾਂ ਤੋਂ ਮੁਕਤ ਹੋ ਜਾਏਗਾ। ਅੰਮ੍ਰਿਤ ਰਤੇ ਰੰਗ ਰਤੇ ਨਿਰੰਕਾਰ। ਔਰ ਜਦੋਂ ਤੂੰ ਨਿਰੰਕਾਰ ਦੇ ਰੰਗ ਦੇ ਵਿੱਚ ਰਚਿਆ ਗਿਆ, ਉਹਦੇ ਵਿੱਚ ਤੇਰੇ ਚ ਕੋਈ ਭੇਦ ਨਾ ਰਹਿ ਗਿਆ। ਦੁੱਖ ਦਰਿੱਦਰ ਪਵਿੱਤਰਤਾ, ਨਾਥ ਨਾਮ ਆਧਾਰ। ਨਾਮ ਦੇ ਆਧਾਰ ਨੇ ਕੀ ਕਰਨਾ ਹੈ ਕਿ ਤੇਰਾ ਦੁੱਖ ਖਤਮ ਕਰ ਦੇਣੀ ਹੈ, ਤੇਰੀ ਦਰਿੱਦਰਤਾ ਖਤਮ। ਦਰਿੱਦਰਤਾ ਮਤਲਬ ਤੇਰਾ ਗਰੀਬੀ ਖਤਮ ਕਰੇਗਾ ਪਰਮਾਤਮਾ। ਤੇਰੇ ਦਰਿੱਦਰ ਹੀ ਹੁੰਦੇ ਲੋਕ ਗਰੀਬ, ਪਹਿਲਾਂ ਤੇਰੀ ਦਰਿੱਦਰਤਾ ਵੀ ਚੱਕ ਪਵਿੱਤਰਤਾ ਦਊਗਾ ਤੈਨੂੰ, ਇੰਨੀ ਪਵਿੱਤਰਤਾ ਜਿੱਦਾਂ ਸੁੱਚਾ ਮੋਤੀ ਹੁੰਦਾ ਨਾ, ਉਹਦੇ ਵਰਗਾ ਤੇਰਾ ਹੰਸ ਵਰਗਾ ਜੀਵਨ ਬਣ ਜਾਏਗਾ। ਕਾਂਗੜੇ ਤੋਂ ਹੰਸ ਬਣ ਜਾਏਗਾ। ਕਾਂ ਤੋਂ ਹੰਸ ਕਰੇ ਮੇਰਾ ਗੋਬਿੰਦ। ਨਿਜਰ ਤਾਂ ਇਦਾਂ ਹੀ ਬਿਲਕੁਲ। ਕਾਗੋ ਹੰਸ ਕਰੇ ਮੇਰਾ ਗੋਬਿੰਦ। ਹਾਂਜੀ, ਕਾਗੋ ਹੰਸ ਕਰੇ ਮੇਰਾ ਗੋਬਿੰਦ। ਵੇਖ ਲਓ, ਉਹ ਕਹਿੰਦੇ ਆ ਕਿ ਤੈਨੂੰ ਹੰਸ ਕਰ ਦੂਗਾ, ਤੇ ਹੰਸ ਤੇ ਪਰਮਾਤਮਾ ਚ ਕੋਈ ਭੇਦ ਨਹੀਂ। ਅਗਲੇ ਬੰਨੇ ਉਹ ਕਹਿ ਰਹੇ ਨੇ ਸੁਰ ਨਰ ਮੁਨੀ ਜਨ ਖੋਜ ਤੇ ਸੁਰ ਸਾਗਰ ਗੋਪਾਲ। ਉਹ ਜਿਹੜਾ ਲੋਕੀ ਲੱਭਦੇ ਫਿਰਦੇ, ਦੇਵੀ ਦੇਵਤੇ ਲੱਭਦੇ ਫਿਰਦੇ, ਸੁੱਖ ਦਾ ਸਾਗਰ, ਉਹ ਗੋਪਾਲ ਤੈਨੂੰ ਤੇਰੇ ਅੰਦਰ ਹੀ ਮਿਲ ਜੇ। ਮਨ ਨਿਰਮਲ ਮੁਖ ਉਜਲਾ ਹੋਏ, ਨਾਨਕ ਸਾਧ ਰਵਾ। ਤੇਰਾ ਮਨ ਜਿਹੜਾ ਨਿਰਮਲ ਹੋ ਜਾਏਗਾ। ਇਹ ਜਿਹੜਾ ਪੜਦਾ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਰਾਗ ਦਵੇਸ਼ ਦਾ ਉਤਰ ਜਾਏਗਾ। ਔਰ ਤੂੰ ਜਿਹੜੀ ਤੇਰੇ ਅੰਦਰ ਜਿਹੜੀ ਆਤਮਾ ਹੈ ਪਵਿੱਤਰ ਸਦਾ, ਤੇਰੀ ਸੁਰਤੀ ਉੱਤੇ ਚੱਲ ਜਾਏਗੀ। ਔਰ ਤੇਰੇ ਕੋਈ ਹੁਣ ਕਿ ਤੇਰਾ ਮੁਖ ਜਿਹੜਾ ਉਜਲਾ ਹੋ ਜਾਏ। ਠੀਕ ਹੈ। ਔਰ ਉਜਲੇ ਜਿਹੜੇ ਮਾਨਕ ਤੇ ਮੁਖ ਉਜਲੇ, ਇਨੀ ਨਾਮ ਤੇ ਨਾਮ ਤੇ ਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ। ਕਿੰਨੇ ਵੀ ਹੋਰ ਤੇਰੇ ਨਾਲ ਛੁੱਟ ਜਾਣਗੇ ਭਾਈ। ਬਸ ਕਹਿੰਦੇ ਆ ਕਿ ਤੇਰੇ ਮੁਖ ਉਜਲਾ ਹੋ ਜਾਊਗਾ। ਇਹਦਾ ਉਜਲਣਾ ਵਾ ਜਿਹਨੇ ਕਾਲਣਾ ਕਾਲੀ ਮਸਕਤ। ਭਗਤੀ ਕਰਨੀ ਬੜੀ ਔਖੀ, ਗੱਪਾਂ ਮਾਰਨੀਆਂ ਤੇ ਜਿੰਨੀਆਂ ਮਰਜ਼ੀ ਮਰਵਾ ਲਓ, ਜਿੰਨੀ ਮਰਜ਼ੀ। ਇਸੇ ਲਈ ਬਾਣੀ ਕਹਿੰਦੀ ਹਮ ਆਦਮੀ ਹਾਂ ਇੱਕ ਦਮੀ। ਉਹ ਦਮ ਨੂੰ ਚੁੱਕਣਾ। ਜ਼ਿੰਦਗੀ ਚ ਕੋਈ ਵੀ ਨੁਕਸਾਨ ਹੋ ਜਾਏ, ਮੈਂ ਕਹਿੰਦਾ ਫਿਕਰ ਨਹੀਂ ਕਰ। ਕਿਤੇ ਚੰਗਾ ਗੁਣ ਹੈ ਚੱਕ ਲਿਓ, ਘਾਟਾ ਪੈਂਦਾ ਕੋਈ ਗੱਲ ਚੱਕੋ। ਕਿਉਂਕਿ ਇਹ ਬੂੰਦ ਪ੍ਰਕਿਰਤੀ ਵਹਿੰਦੀ ਆ। ਤੁਸੀਂ ਰੋਜ਼ ਦਾ 2-4 ਚੰਗੇ ਕੰਮ ਕਰਨੇ ਸ਼ੁਰੂ ਕਰਦੇ, ਪ੍ਰਕਿਰਤੀ ਤੇ ਉਹ ਚੀਜ਼ ਤੋਂ ਵੇਟ ਕਰ ਰਹੀ ਹੈ। ਇੱਕ ਦਿਸ਼ਾ ਬਦਲਣੀ ਆਪਾਂ,
ਔਰ ਜਦੋਂ ਆਪਾਂ ਥੋੜਾ ਜਿਹਾ ਹੱਥ ਪੈਰ ਮਾਰਨੇ ਸ਼ੁਰੂ ਕੀਤੇ ਤੇ ਕੁਦਰਤ ਨੇ ਰੱਸੀ ਸੁੱਟੀ, ਸਾਨੂੰ ਦਲਦਲ ਚੋਂ ਬਾਹਰ ਕੱਢ ਦੇਣਾ, ਸਾਨੂੰ ਗਿਆਨ ਦੇ ਦੇਣਾ। ਬਹੁਤ ਵਧੀਆ ਅਵਸਥਾ ਹੈ, ਕੋਸ਼ਿਸ਼ ਕਰੋ। ਦੇਖੋ ਪਤਾ ਕੀ ਆ, ਬਾਣੀ ਦਾ ਸਹਾਰਾ ਲਿਆ ਜਾਵੇ। ਬਾਣੀ ਸਾਨੂੰ ਸਾਡਾ ਜੀਵਨ ਸੁਖਣਾ ਚਾਹੁੰਦੀ ਹੈ, ਵਹਿਮਾਂ ਭਰਮਾਂ 'ਚ ਨਹੀਂ ਪਾਉਂਦੀ। ਵੇਖੋ ਕੋਈ ਗੱਪ ਮਾਰੀ ਹੈ ਨਿਜਰ ਸਾਹਿਬ? ਨਾ, ਬਿਲਕੁਲ ਨਹੀਂ। ਕਿੱਥੇ ਲਿਖਿਆ ਤਾਰਾ ਲੋਕ ਆਊਗਾ, ਚੰਦਰਮਾ ਲੋਕ, ਸੂਰਜ ਲੋਕ? ਦੱਸੋ ਕਿਤੇ ਲਿਖਿਆ? ਉਹ ਕਹਿੰਦੇ ਤੂੰ ਰੱਖਿਆ ਜਾਏਗਾ, ਤੇਰੇ ਚ ਪਰਮਾਤਮਾ ਦੇ ਵਿੱਚ ਕੋਈ ਭੇਦ ਹੀ ਨਹੀਂ ਰਹਿਣਾ। ਇਹ ਕਹਿੰਦੇ ਪਤਾ ਨਹੀਂ ਤੈਨੂੰ ਕਿੱਥੇ ਜਾਣਾ ਪੈਣਾ, ਜਿਹੜਾ ਮੰਡਲ ਹੈ ਉੱਥੇ ਇੱਕ ਅਗਨ ਆ, ਉਹ ਕਿਹੜੀ ਇੱਕ ਨਹਿਰ ਹੈਗੀ ਹੈ, ਬਿਮਲ ਨਦੀ। ਬਿਮਲ ਨਦੀ ਵੈਸੇ ਉਹਦੇ ਚੰਗੀ ਨਦੀ ਹੈ, ਤੇ ਕਹਿੰਦੇ ਅੱਗ ਦੀ ਨਦੀ ਉਹਦੇ ਵਿੱਚ ਲੰਘਣਾ। ਇਹ ਸਾਰੇ ਪਤਾ ਕੀ ਹੈ, ਇਹ ਸ਼ਬਦ ਪ੍ਰਮਾਣ ਇਹ ਜਿਹੜੇ ਆ, ਇਹ ਕਲਪਨਾ ਕਰਕੇ ਇਨਸਾਨ ਨੂੰ ਭਟਕਾਉਂਦੇ ਨੇ, ਔਰ ਐਸੀ ਚੀਜ਼ ਦੱਸਦੇ ਨੇ ਉੱਥੇ ਸੰਸਾਰ 'ਚ ਹੈ ਹੀ ਨਹੀਂ। ਉਹ 6 ਲੱਤਾਂ ਵਾਲਾ ਹਾਥੀ ਕਿਤੇ ਵੇਖਿਆ ਤੁਸੀਂ? ਉਹ ਚੀਜ਼ ਹੈ, ਉਹ ਨਕਲੀ ਪਰਮਾਤਮਾ ਇਹਨਾਂ ਨੇ ਬਣਾਇਆ। ਔਰ ਕਿਉਂਕਿ ਇਹਨਾਂ ਕੋਲ ਆਪਣੇ ਕੋਲ ਤੱਤ ਗਿਆਨ ਨਹੀਂ ਹੁੰਦਾ, ਔਰ ਜਿਹਦੇ ਕੋਲ ਤੱਤ ਗਿਆਨ ਨਹੀਂ ਹੈਗਾ ਉਹਨੇ ਤੇ ਫਿਰ ਉਹ ਚੀਜ਼ ਦੇਣੀ ਨਿਜਰ ਸਾਹਿਬ, ਅਗਿਆਨ। ਇਸ ਕਰਕੇ ਸ਼ਬਦ ਪ੍ਰਮਾਣ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਰੱਖੋ, ਔਰ ਉਹਨਾਂ ਤੋਂ ਆਪਣਾ ਮਾਰਗਦਰਸ਼ਨ ਕਰਾਈਏ ਆਪਾਂ, ਤੇ ਜਿੱਦਾਂ ਆਪ ਨੂੰ ਗਾਈਡ ਕਰ ਰਹੇ ਨੇ। ਤੋ ਅੱਜ ਉਹਨਾਂ ਨੇ ਜਿਹੜਾ ਸਾਨੂੰ ਸਮਝਾਇਆ, ਉਹਨਾਂ ਭਗਤੀ ਬਾਰੇ ਗੱਲ ਕੀਤੀ, ਸੱਜਣਾ ਭਗਤੀ ਕਰਨੀ ਚਾਹੀਦੀ ਹੈ। ਨਿਰਗੁਣ ਬ੍ਰਹਮ ਦੀ ਰੂਪ, ਨਾ ਰੰਗ ਨਾ ਰੇਖ, ਕਿਸੇ ਬਾਬੇ ਦੀ ਜਾਂ ਕਿਸੇ ਬੰਦੇ ਦੀ ਫੋਟੋ ਨਹੀਂ ਧਿਆਉਣੀ। ਠੀਕ ਹੈ ਨੀ ਜੀ ਸਾਹਿਬ? ਬਿਲਕੁਲ ਪੁਆਇੰਟ ਦੀ ਗੱਲ ਤੇ ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ। ਹਾਂਜੀ, ਬਿਲਕੁਲ ਜੀ।